ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕਿਹੜੀਆਂ ਫੋਰਸਿਸ ਸੀ ਜਾਂ ਹਨ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਦਾ 에ਅਰਪੋਰਟ ਜਿਹੜਾ ਆ ਉਹ ਇੰਟਰਨੈਸ਼ਨਲ 에ਅਰਪੋਰਟ ਦੇ ਤੌਰ ਤੇ ਦੁਨੀਆ ਦੇ ਵਿੱਚ ਇੱਕ ਵੱਡੇ 에ਅਰਪੋਰਟ ਦੇ ਤੌਰ ਤੇ ਸਟੈਬਲਿਸ਼ ਹੋ ਸਕੇ? ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਜਿੱਦਾਂ ਹੱਬ ਬਣਾ ਦਿੱਤਾ ਗਿਆ ਦਿੱਲੀ ਨੂੰ ਜਾਂ ਬੰਬੇ ਨੂੰ, ਤੁਸੀਂ ਕਹਿ ਰਹੇ ਹੋ ਦੂਜੇ ਜਿਹੜੇ ਆ ਉਹ ਸਪੋਰਟਿੰਗ ਦੇ ਤੌਰ ਤੇ ਹੋ ਗਏ ਵੀ ਪਹਿਲਾਂ ਹੱਬ ਸਾਡੀ ਉੱਥੇ ਆਉਣਗੇ ਫਿਰ ਅੱਗੇ ਜਾਣਗੇ, ਇਹਦੇ ਪਿੱਛੇ ਜਿਹੜੀ ਕੁਝ ਖਾਸ ਲੋਕਾਂ ਨੂੰ ਜਿਹਨੂੰ ਕ੍ਰੋਨੀ ਕੈਪੀਟਲਿਜ਼ਮ ਕਹਿੰਦੇ ਆ ਉਹ ਜੀ ਚੀਜ਼ ਵੀ ਨਜ਼ਰ ਆਉਂਦੀ ਆ ਆਪਾਂ ਨੂੰ ਕਿ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਬਾਕੀ ਲੋਕਾਂ ਨੂੰ ਦਾਅ ਤੇ ਲਾ ਦਿੱਤਾ ਜਾਂਦਾ ਹੈ। ਅੰਮ੍ਰਿਤਸਰ ਦੇ 에ਅਰਪੋਰਟ ਦਾ ਇਸ ਵੇਲੇ ਮੌਜੂਦਾ ਦੌਰ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਕੀ ਸਟੇਟਸ ਆ, ਕਿੰਨੀਆਂ ਕੁ ਫਲਾਈਟ ਉੱਥੋਂ ਚੱਲਦੀਆਂ ਨੇ, ਈਵਨ ਮੈਂ ਇਹ ਵੀ ਜਾਊਂਗਾ ਡੋਮੈਸਟਿਕ ਫਲਾਈਟਾਂ ਦੇ ਹਿਸਾਬ ਨਾਲ ਵੀ ਕਿਸ ਤਰ੍ਹਾਂ ਦਾ 에ਅਰਪੋਰਟ ਆ ਔਰ ਕਿੰਨਾ ਕੁ ਘਾਟੇ 'ਚ ਚੱਲ ਰਿਹਾ ਹੈ ਫਾਈਨੈਂਸ਼ਲੀ ਜਾਂ ਉਹਦਾ ਖਰਚਾ ਪੂਰਾ ਹੋ ਰਿਹਾ ਜਾਂ ਕੀ ਕਾਰਨ ਨੇ। ਜਿਹੜੇ 에ਅਰਪੋਰਟ ਆਪਾਂ ਪੰਜਾਬ 'ਚ ਡਿਵੈਲਪ ਕਰਨ ਦੀ ਗੱਲ ਕਰ ਰਹੇ ਹਾਂ, ਚਲੋ ਅੰਮ੍ਰਿਤਸਰ ਤੋਂ ਹੀ ਸ਼ੁਰੂ ਕਰਨਾ, ਇਹ ਪਹਿਲਾਂ ਸਾਡੇ 에ਅਰਫੋਰਸ ਦੇ ਬੇਸ ਹੋਇਆ ਕਰਦੇ ਸੀਗੇ, ਇਸੇ ਤਰ੍ਹਾਂ ਹਲਵਾਰਾ ਵੀ ਆ ਤੇ ਇਹ ਵੀ ਆ ਕਿ ਜਿਹੜੇ ਸਿਵਲ ਐਵੀਏਸ਼ਨ ਦਾ ਜਿਹੜਾ ਕੰਮ ਆ ਇਹ 에ਅਰਫੋਰਸ ਦੇ ਨਾਲ ਜੁੜ ਕੇ ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ ਬਣਦੇ ਆ ਤੇ ਇਹ ਮਤਲਬ ਜਿਹੜਾ ਹੈ ਇਹ ਕੀ ਸੁਜੈਸ਼ਨ ਹੈ ਤੁਹਾਡੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਇਹ ਅਲੱਗ ਹੀ ਡਿਵੈਲਪ ਹੋਣੇ ਚਾਹੀਦੇ ਸੀਗੇ? ਜਿਸ ਤਰ੍ਹਾਂ ਆਪਣੇ ਪੰਜਾਬ ਦੇ 에ਅਰਪੋਰਟ ਨੇ, ਚਲੋ ਮੈਂ ਇਕੱਲੇ ਅੰਮ੍ਰਿਤਸਰ ਦੀ ਗੱਲ ਨਾ ਵੀ ਕਰਾਂ ਹੁਣ ਵੀ ਸਾਰੇ ਪੰਜਾਬ ਦੇ 에ਅਰਪੋਰਟ ਨੂੰ ਕੁਝ ਫਾਇਦਾ ਹੋ ਸਕੇ, ਅਸੀਂ ਪੈਸੇਂਜਰ ਦੇ ਤੌਰ ਤੇ ਕਿਸ ਤਰ੍ਹਾਂ ਦਾ ਯੋਗਦਾਨ ਕਰ ਸਕਦੇ ਹਾਂ? ਔਰ ਦੂਸਰਾ ਤੁਸੀਂ ਮੈਨੂੰ ਅਲਟਰਨੇਟਿਵ ਰੂਟ ਦੱਸੇ ਜ਼ਰੂਰ ਆ ਵੀ ਦੋਵੇਂ ਥਰੂ ਇੱਧਰੋਂ ਆ ਸਕਦੇ ਆ ਤੇ ਹੋਰ ਕਿਹੜਾ ਕੋਈ ਇਹਦਾ ਪੋਜ਼ਿਟਿਵ ਸਿੱਧਾ ਰੂਟ ਹੈ ਜਿਸ 'ਚ ਆਪਾਂ ਸਮਾਂ ਵੀ ਬਚਾ ਸਕਦੇ ਹਾਂ ਤੇ ਸਿੱਧੇ ਪੰਜਾਬ ਤੱਕ ਪਹੁੰਚ ਸਕਦੇ ਹਾਂ? ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ, ਮੇਰੀ ਧਰਤੀ ਮੇਰੇ ਲੋਕ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਅੱਜ ਮੇਰੇ ਨਾਲ ਇੱਕ ਵਿਸ਼ੇਸ਼ ਮਹਿਮਾਨ ਨੇ, US ਤੋਂ ਸਮੀਪ ਸਿੰਘ ਗੁਮਟਾਲਾ ਮੇਰੇ ਨਾਲ ਜੁੜੇ ਨੇ, ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਵੈਸੇ ਤੇ ਵਿਰਾਸਤ 'ਚ ਮਿਲਿਆ ਹੋਇਆ ਸੰਘਰਸ਼ ਹੈ। ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਡਾਕਟਰ ਚਰਨਜੀਤ ਗੁਮਟਾਲਾ ਇਹਨਾਂ ਦੇ ਇਸ ਪੁੱਤਰ ਨੇ ਔਰ ਸਰਦਾਰ ਚਰਨਜੀਤ ਸਿੰਘ ਗੁਮਟਾਲਾ ਨੇ ਲੰਮਾ ਸਮਾਂ ਅੰਮ੍ਰਿਤਸਰ ਵਿਕਾਸ ਮੰਚ 'ਚ ਕੰਮ ਕੀ ਕੀਤਾ, ਉਹ ਫਾਊਂਡਰ ਨੇ ਉਹਦੇ ਔਰ ਲਗਾਤਾਰ ਉਹ ਅੰਮ੍ਰਿਤਸਰ ਦੇ ਵਿਕਾਸ ਲਈ, ਪੰਜਾਬ ਦੇ ਵਿਕਾਸ ਲਈ ਗੌਰਮੈਂਟ ਨੂੰ ਵੱਖ-ਵੱਖ ਤਰੀਕਿਆਂ ਨਾਲ ਪੰਜਾਬ ਦੀ ਤਰੱਕੀ ਲਈ ਜਿਹੜੇ ਸੁਝਾਅ ਉਹ ਦਿੰਦੇ ਰਹੇ ਨੇ ਔਰ ਲਗਾਤਾਰ ਲੋਕ ਹਿੱਤਾਂ ਲਈ ਉਹ ਖੜੇ ਰਹੇ ਨੇ ਤੇ ਉਹਨਾਂ ਦੇ ਸੁਪੁੱਤਰ ਸਮੀਪ ਸਿੰਘ ਗੁਮਟਾਲਾ ਅੱਜ ਮੇਰੇ ਨਾਲ ਨੇ ਔਰ ਲਗਾਤਾਰ ਉਹ ਮੈਂ ਜਿਵੇਂ ਕਿਹਾ ਕਿ ਵਿਰਾਸਤ 'ਚੋਂ ਕੁਝ ਮਿਲਦਾ ਸਾਨੂੰ, ਉਹ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਆ ਕਿ ਪੰਜਾਬ ਨੂੰ ਸਿਰਫ ਇਗਨੋਰ ਕੱਲਾ ਪੰਜਾਬ ਨੂੰ ਭਾਰਤ ਵਿੱਚ ਹੀ ਨਹੀਂ ਕੀਤਾ ਜਾਂਦਾ, ਦੁਨੀਆ ਭਰ ਵਿੱਚ ਜਿੱਥੇ ਵੀ ਅਸੀਂ ਬੈਠੇ ਆ ਅਸੀਂ ਮਹਿਸੂਸ ਕਰਦੇ ਹਾਂ ਕਿ ਪੰਜਾਬ ਨਾਲ ਵਿਤਕਰਾ, ਭਾਵੇਂ ਕਾਂਗਰਸ ਦੀ ਸਰਕਾਰ ਹੋਵੇ ਜਾਂ ਹੁਣ ਕਾਫੀ ਦੇਰ ਤੋਂ BJP ਦੀ ਸਰਕਾਰ ਆਈ ਹੋਈ ਆ, ਲਗਾਤਾਰ ਵਿਤਕਰਿਆਂ ਦੀ ਜਿਹੜੀ ਦਾਸਤਾਨ ਹੈ ਉਹ ਜਾਰੀ ਹੈ। ਨਾ ਸਿਰਫ ਪੰਜਾਬ ਦੀ ਵਿੱਤੀ ਹਾਲਤ ਜਿਹੜੀ ਖਰਾਬ ਹੋਈ ਆ ਉਹਦੇ ਪਿੱਛੇ ਗਲਤ ਨੀਤੀਆਂ ਔਰ ਗਲਤ ਤਰ੍ਹਾਂ ਦੇ ਫੈਸਲੇ ਸਰਕਾਰਾਂ ਦੇ ਜ਼ਿੰਮੇਵਾਰ ਨੇ, ਇਹਦੇ ਨਾਲ ਦੀ ਨਾਲ ਪੰਜਾਬ ਨੂੰ ਜਿਹੜਾ ਜਾਣਬੁੱਝ ਕੇ ਅੰਡਰ ਡਿਵੈਲਪ ਰੱਖਿਆ ਜਾ ਰਿਹਾ ਉਹਦੇ ਵੀ ਕਈ ਕਾਰਨ ਨੇ। ਵੈਸੇ ਉਹ ਆਪਾਂ ਸਮੇਂ ਗੱਲ ਆਪਣੇ ਜਿਹੜੇ ਅਰਥ ਸ਼ਾਸਤਰ ਦੇ ਪ੍ਰੋਗਰਾਮ ਉਹਨਾਂ 'ਚ ਕਰਦੇ ਰਹਿੰਦੇ ਆ, ਪਰ ਅੱਜ ਇੱਕ ਵਿਸ਼ੇਸ਼ ਵਿਸ਼ਾ ਹੈ ਸਾਡੇ ਕੋਲ, ਉਹ ਇਹ ਹੈ ਕਿ ਬਹੁਤ ਸਾਰੇ 에ਅਰਪੋਰਟ ਬਣੇ ਪੰਜਾਬ 'ਚ, ਬੜੀ ਧੂਮਧਾਮ ਨਾਲ ਸਰਕਾਰਾਂ ਕਹਿੰਦੀਆਂ, ਬਠਿੰਡਾ 에ਅਰਪੋਰਟ ਬਣ ਗਿਆ, ਹਲਵਾਰਾ ਬਣ ਗਿਆ ਜੀ, ਹੁਣ ਆਦਮਪੁਰ ਵੀ ਉਹ ਫਲਾਈਟ ਸ਼ੁਰੂ ਹੋ ਜਾਏਗੀ ਜੀ, ਹੁਣ ਇੱਕ ਸਾਹਨੇਵਾਲ ਤੋਂ ਵੀ ਸ਼ੁਰੂ ਹੋ ਜਾਏਗੀ। ਲੋਕ ਬੜੇ ਪੱਬਾਂ ਭਾਰ ਹੁੰਦੇ ਆ ਕਿ ਸ਼ਾਇਦ ਬੜੀ ਤਰੱਕੀ ਹੋ ਰਹੀ ਆ, ਇੱਕ ਦੋ ਦਿਨ ਕੁਝ ਫਲਾਈਟ ਲੋਕਲ ਦੀਆਂ ਸ਼ੁਰੂ ਹੁੰਦੀਆਂ ਵੀ ਡਰਾਮੇਬਾਜ਼ੀ ਕਰਕੇ ਤੇ ਫਿਰ ਗੱਲ ਉੱਥੇ ਆਣ ਕੇ ਖੜ ਜਾਂਦੀ ਆ। ਇਹ ਜਿਹੜੇ ਚਿੱਟੇ ਹਾਥੀ 에ਅਰਪੋਰਟ ਬਣਾਏ ਆ ਫੰਕਸ਼ਨਲ ਨਹੀਂ ਹੋਏ, ਬਹੁਤ ਸਾਰੀਆਂ ਗੱਲਾਂ ਨੇ, ਮੇਰੇ ਕੋਲ ਉਹ ਸਾਰੀਆਂ ਗੱਲਾਂ ਜਾਣਕਾਰੀ ਨਹੀਂ ਆ, ਜਿਹੜੀ ਜਾਣਕਾਰੀ ਆਪਾਂ ਸਮੀਪ ਹੀਰਾ ਕੋਲ ਲੈਣੀ ਆ। ਸੋ ਆਪਣੇ ਦਰਸ਼ਕਾਂ ਦਾ ਸਵਾਗਤ ਕਰ ਲਈਏ ਤੇ ਨਾਲ ਦੀ ਨਾਲ ਮੈਂ ਸਮੀਪ ਹੀਰਾ ਦਾ ਸਵਾਗਤ ਕਰਦਾ ਜੀ। ਵੈਲਕਮ ਗੁਮਟਾਲਾ ਸਾਹਿਬ। ਬਹੁਤ ਧੰਨਵਾਦ ਗਿੱਲ ਸਾਹਿਬ। ਟੀਵੀ ਪੰਜਾਬੀ ਦੁਨੀਆ ਵੇਖਣ ਵਾਲੇ, ਮੇਰੀ ਧਰਤੀ ਤੇ ਮੇਰੇ ਲੋਕ, ਸੋ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਬਹੁਤ ਧੰਨਵਾਦ ਜਿਹੜਾ ਤੁਸੀਂ ਇਹ ਜਿਹੜਾ ਇੱਕ ਅਹਿਮ ਮੁੱਦਾ ਜਿਹੜਾ ਹੈ, ਅਹਿਮ ਚੀਜ਼ ਜਿਹੜੀ ਪੰਜਾਬ ਦੀ ਆਰਥਿਕਤਾ ਲਈ ਹੈ, ਉਹ ਅਸੀਂ ਜਿਹੜੀ ਤੁਸੀਂ ਗੱਲਬਾਤ ਹੈ ਆਲਰੇਡੀ ਤੁਸੀਂ ਕੁਝ ਇੰਟਰੋਡਕਸ਼ਨ ਦਿੱਤੀ ਹੈ ਤੇ ਕੋਸ਼ਿਸ਼ ਕਰਾਂਗੇ ਕਿ ਹੋਰ ਜਾਣਕਾਰੀ ਜਿਹੜੀ ਹੈ ਦਰਸ਼ਕਾਂ ਤੱਕ ਪਹੁੰਚਾਈ ਜਾਵੇ ਜੀ। ਅੱਛਾ ਸਮੀਪ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਜਿਹੜੀ ਆਰਗੇਨਾਈਜੇਸ਼ਨ ਤੁਸੀਂ ਚਲਾ ਰਹੇ ਹੋ
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ, ਇਹਦੇ ਬਾਰੇ ਸਾਡੀ ਮੁੱਢਲੀ ਜਾਣਕਾਰੀ ਦਿਓ। ਕਦੋਂ ਸ਼ੁਰੂ ਹੋਈ, ਕਿਉਂ ਸ਼ੁਰੂ ਹੋਈ, ਤੇ ਅੰਮ੍ਰਿਤਸਰ ਹੀ ਕਿਉਂ? ਪੰਜਾਬ ਸਾਡੀ ਧਰਤੀ ਹੈ ਸਾਰਿਆਂ ਦੀ, ਵੈਸੇ ਤਾਂ ਭਾਰਤ ਹੀ ਸਾਡੀ ਧਰਤੀ ਆ। ਜਦੋਂ ਲੋਕ ਕੁਝ ਗੱਲਾਂ ਕਰਦੇ ਆ ਨਾ ਇੱਧਰ ਉੱਧਰ ਦੀਆਂ, ਖਾਲਿਸਤਾਨ ਦੀਆਂ ਜਾਂ ਕੁਝ ਹੋਰ ਗੱਲਾਂ ਪੋਲੀਟੀਕਲ ਮੋਟੀਵੇਟਰ, ਤੇ ਮੈਨੂੰ ਲੱਗਦਾ ਹੁੰਦਾ ਕਿ ਅਸੀਂ ਆਪਣਾ ਹੱਕ ਛੱਡ ਰਹੇ ਹਾਂ। ਬੜੀਆਂ ਮੁਸ਼ਕਲਾਂ, ਕੁਰਬਾਨੀਆਂ ਨਾਲ ਭਾਰਤ ਜਿਹੜਾ ਉਹਨੂੰ ਅਸੀਂ ਬਿਲਡ ਕੀਤਾ, ਪੰਜਾਬੀਆਂ ਨੇ ਬਿਲਡ ਕੀਤਾ। ਮੈਂ ਨਹੀਂ ਕਹਿੰਦਾ ਸਿੱਖਾਂ ਨੇ ਬਿਲਡ ਕੀਤਾ, ਪੰਜਾਬੀ ਖੂਨ 'ਚ ਇੱਕ ਐਸੀ ਸਪਿਰਿਟ ਆ, ਸਾਡੀ ਵਿਰਾਸਤ ਐਸੀ ਆ। ਪੰਜਾਬ 'ਚ ਪੈਦਾ ਹੋਇਆ, ਚਾਹੇ ਉਹ ਕ੍ਰਿਸਚਨ ਆ, ਚਾਹੇ ਉਹ ਮੁਸਲਮਾਨ ਆ, ਚਾਹੇ ਹਿੰਦੂ ਆ, ਚਾਹੇ ਸਿੱਖ ਆ, ਉਹਦੇ ਵਿੱਚ ਗੁਰੂ ਦੀ ਰੂਹ ਵੱਸਦੀ ਆ। ਪ੍ਰੋਫੈਸਰ ਪੂਰਨ ਸਿੰਘ ਹਰਾਂ ਨੇ ਕਿਹਾ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਸਾਰਾ ਜਿੰਦਾ ਗੁਰਾਂ ਦੇ ਨਾਮ ਤੇ ਉਹ ਗੁਰਾਂ ਦਾ ਦਿੱਤਾ ਹੋਇਆ ਜਿਹੜਾ ਫਲਸਫਾ ਹੈ ਉਹ ਸਾਨੂੰ ਪੂਰੇ ਭਾਰਤ ਤੋਂ ਅਲੱਗ ਵੀ ਕਰਦਾ ਤੇ ਸਾਡੇ ਲਈ ਮੁਸੀਬਤਾਂ ਵੀ ਖੜੀਆਂ ਕਰਦਾ, ਕਿਉਂਕਿ ਅਸੀਂ ਉਹ ਸ਼ਾਨ ਨਾਲ ਜੀਣਾ ਚਾਹੁੰਦੇ ਆ। ਇੱਕ ਨਾਬਰ ਦੀ ਹੈਸੀਅਤ 'ਚ, ਚਾਹੇ ਦੁੱਲੇ ਭੱਟੀ ਤੋਂ ਲੈ ਲਈਏ ਜਾਂ ਗੁਰੂ ਸਾਹਿਬਾਂ ਦੇ ਸਿਰ ਧਰ ਤਲੀ ਗਲੀ ਮੇਰੀ ਆਓ ਵਾਲਾ ਫਲਸਫਾ ਗੁਰੂ ਨਾਨਕ ਸਾਹਿਬ ਨੇ ਸਾਨੂੰ 550 ਸਾਲ ਪਹਿਲਾਂ ਦੇ ਦਿੱਤਾ, ਤੇ ਉਹਦੇ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਭਾਵੇਂ ਸਾਡੇ 'ਚ ਬਹੁਤ ਵਿਗਾੜ ਆ ਗਏ, ਬਹੁਤ ਕਮਜ਼ੋਰੀਆਂ ਆ ਗਈਆਂ, ਪਰ ਕਦੀ ਮੌਕਾ ਆਉਂਦਾ ਤੇ ਅਸੀਂ ਦਿਖਾ ਦਿੰਦੇ ਆ ਕਿ ਸਾਡੇ 'ਚ ਹੈ। ਹੁਣੇ ਕਿਸਾਨ ਮੂਵਮੈਂਟ 'ਚ ਆਪਾਂ ਕਰਕੇ ਦਿਖਾਇਆ। ਸੋ ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹੁੰਦਾ, ਸਭ ਤੋਂ ਪਹਿਲਾਂ ਤਾਂ ਇਹ ਜਿਹੜਾ ਤੁਸੀਂ ਇਨੀਸ਼ੀਏਟ ਲਿਆ ਅੰਮ੍ਰਿਤਸਰ ਵਾਸਤੇ ਸਪੈਸ਼ਲੀ, ਉਹ ਕਿਉਂ? ਕੱਲਾ ਅੰਮ੍ਰਿਤਸਰ ਹੀ ਕਿਉਂ? ਪੂਰਾ ਪੰਜਾਬ ਕਿਉਂ ਨਹੀਂ? ਪੂਰਾ ਭਾਰਤ ਕਿਉਂ ਨਹੀਂ? ਤੇ ਜੇ ਅੰਮ੍ਰਿਤਸਰ ਆ ਤੇ ਉਹਦੇ ਵਿੱਚ ਕੀ ਵਿਸ਼ੇਸ਼ਤਾ ਤੁਹਾਨੂੰ ਲੱਗੀ? ਹਾਂਜੀ ਜੀ, ਇਹ ਕੁਝ ਸਵਾਲ, ਇੱਕੋ ਸਵਾਲ ਦੇ ਵਿੱਚ ਕਾਫੀ ਸਵਾਲ ਨੇ। ਪਹਿਲਾਂ ਤਾਂ ਤੁਸੀਂ ਦੱਸਿਆ ਕਿ ਜਿਸ ਤਰ੍ਹਾਂ ਮੇਰੇ ਫਾਦਰ ਸਾਹਿਬ ਨੇ ਅੰਮ੍ਰਿਤਸਰ ਵਿਕਾਸ ਮੰਚ, ਕੁਝ ਸੱਜਣਾ ਨੇ ਇਕੱਠੇ ਹੋ ਕੇ ਇਸ ਨੂੰ ਸ਼ੁਰੂ ਕੀਤਾ ਸੀ 90 ਦੇ ਦਹਾਕੇ ਵਿੱਚ। ਤੇ ਅੰਮ੍ਰਿਤਸਰ ਵਿਕਾਸ ਮੰਚ ਦਾ ਜਦੋਂ ਮੈਂ ਛੋਟਾ ਸੀ, ਮੈਂ ਦੇਖਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਮਿਹਨਤ ਕਰਨੀ, ਜਿਸ ਤਰ੍ਹਾਂ ਤੁਸੀਂ ਕਿਹਾ ਵਿਰਾਸਤ 'ਚ ਮਿਲਿਆ। ਤੇ ਇੱਕ ਚੀਜ਼ ਉਹਨਾਂ ਨੇ ਜ਼ਰੂਰ ਕੀਤੀ ਸੀ ਕਿ ਚਿੱਠੀਆਂ ਲਿਖਣੀਆਂ ਸਰਕਾਰ ਨੂੰ ਤੇ ਪੂਰਾ ਉਹਨਾਂ ਨੂੰ ਦੱਸਣਾ, ਸਮਝਾਉਣਾ ਕਿ ਆ ਅੰਮ੍ਰਿਤਸਰ ਲਈ ਪ੍ਰੋਜੈਕਟਸ ਜਿਹੜੇ ਨੇ ਹੋਣੇ ਚਾਹੀਦੇ ਨੇ। ਕਿਉਂਕਿ ਅਸੀਂ ਸੰਸਥਾਵਾਂ ਬਣਦੀਆਂ ਨੇ, ਚਲੋ ਹੋਰ ਚੀਜ਼ਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਹੁੰਦੀਆਂ ਨੇ, ਪਰ ਵਿਕਾਸ ਮੰਚ ਦਾ ਕੰਮ ਇਹ ਸੀ ਕਿ ਆ 10 ਮੇਨ ਪ੍ਰੋਜੈਕਟਸ ਨੇ। ਉਹਦੇ ਵਿੱਚ ਅੰਮ੍ਰਿਤਸਰ ਦਾ ਇੱਕ ਅੰਤਰਰਾਸ਼ਟਰੀ ਹਵਾਈ ਅੱਡਾ, ਜਿਹੜਾ ਪਹਿਲਾਂ ਸੀਗਾ ਰਾਜਾ ਥਾਂਸੀ ਹਵਾਈ ਅੱਡਾ, ਪਰ ਉਸਨੂੰ ਅਪਗ੍ਰੇਡ ਹੋਣਾ, ਤੇ ਇੱਕ ਇਹ ਬੜਾ ਵੱਡਾ ਉੱਚ ਪ੍ਰੋਜੈਕਟ ਸੀਗਾ। ਤੇ ਮੈਂ ਛੋਟੇ ਹੋਣ ਤੋਂ ਹੀ ਦੇਖਿਆ ਉਹਨਾਂ ਨੂੰ ਕਿ ਉਹਨਾਂ ਨੇ ਬੜੀ ਚਿੱਠੀਆਂ ਲਿਖ ਕੇ, ਕਿਉਂਕਿ 에ਅਰ ਇੰਡੀਆ ਸਰਕਾਰੀ 에ਅਰਲਾਈਨ ਸੀ, ਹੋਰਨਾਂ ਨੂੰ ਵੀ ਲਿਖਣਾ, ਵੱਡੇ ਟਰਮੀਨਲ ਦੀ ਲੋੜ ਸੀ, ਰਨਵੇ ਬਣਿਆ ਵੱਡਾ। ਸੋ ਮੈਂ ਇੱਥੇ ਅਮਰੀਕਾ ਆਇਆ 2000 ਵਿੱਚ, ਉਸ ਤੋਂ ਬਾਅਦ ਵੀ ਉਹਨਾਂ ਨੇ ਕਈ ਸਾਲਾਂ ਹਜ਼ਾਰਾਂ ਹੀ ਚਿੱਠੀਆਂ ਲਿਖੀਆਂ ਹੋਣਗੀਆਂ, ਸਿਰਫ 에ਅਰਪੋਰਟ ਲਈ ਨਹੀਂ, ਏਮਸ ਹੋ ਗਿਆ, ਹੋਰ ਪ੍ਰੋਜੈਕਟਸ ਹੋ ਗਏ ਜਿਹੜੇ ਵੀ। ਤੇ ਦੇਖਿਆ ਉਹ ਸ਼ੁਰੂ ਤੋਂ ਹੀ, ਜਿਸ ਤਰ੍ਹਾਂ ਤੁਸੀਂ ਕਿਹਾ ਵਿਰਾਸਤ 'ਚ, ਪਰ ਬਹੁਤ ਸਾਲ ਹੋ ਗਏ ਤੇ ਪਰ ਮੈਂ ਉਹਨਾਂ ਨਾਲ ਪੂਰੀ ਤਰ੍ਹਾਂ ਜੁੜਿਆ ਨਹੀਂ ਸੀ। 2016 ਦੀ ਗੱਲ ਹੈ, ਮੈਂ ਦੇਖਿਆ ਕਿ ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਕੋਈ ਨਾ ਕੋਈ ਹੋਰ ਗੱਲ ਜ਼ਰੂਰ ਹੈ, ਜਿਹੜੀ ਕਿ ਤਕਨੀਕੀ ਚੀਜ਼ਾਂ ਕਿਹੜੀਆਂ ਨੇ? ਤੁਸੀਂ ਕਹਿ ਰਹੇ ਜੇ ਸਾਡਾ ਪੰਜਾਬੀ ਬਾਹਰ ਬੜਾ ਰਹਿੰਦਾ ਵਾ। ਫਿਰ ਮੈਂ ਕੁਝ ਪੜ੍ਹਿਆ ਸੀਗਾ ਕਿ ਹਵਾਈ ਸਮਝੌਤੇ ਹੋ ਗਏ, ਬਾਹਰ 에ਅਰਪੋਰਟ ਫਲਾਈਟਸ ਕਿੱਦਾਂ ਸ਼ੁਰੂ ਹੁੰਦੀਆਂ। ਕੁਝ ਮੈਂ ਵੀ ਇੱਥੇ, ਮੈਂ ਇੰਜੀਨੀਅਰ ਹਾਂ ਇੱਥੇ ਅਮਰੀਕਾ ਓਹਾਇਓ ਵਿੱਚ, ਤੇ ਮੈਂ ਇੱਥੇ ਡੇਟਨ ਸ਼ਹਿਰ 'ਚ ਰਹਿੰਦਾ। ਡੇਟਨ 'ਚ ਰਾਈਟ ਬ੍ਰਦਰਸ 2 ਭਰਾ ਸੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਹਾਜ਼ ਉਡਾਇਆ ਸੀ ਦੁਨੀਆ ਦਾ 1904 ਵਿੱਚ। ਤੇ ਫਿਰ ਮੈਂ ਥੋੜਾ ਪੜ੍ਹਨਾ ਸ਼ੁਰੂ ਕੀਤਾ, ਤੇ ਸਾਡੇ ਵਿਕਾਸ ਮੰਚ ਦੇ ਨਾਲ ਹੀ ਜੁੜਿਆ ਆਨੰਦਦੀਪ ਢਿੱਲੋਂ ਹੈ ਵਿਕਟੋਰੀਆ ਵਿੱਚ, ਉਹ ਵੀ ਮੇਰੇ ਨਾਲ, ਸਾਡਾ ਆਣੀ ਸੀ ਮੇਰਾ, ਤੇ ਉਹਦੇ ਨਾਲ ਮੈਂ ਗੱਲ ਕੀਤੀ। ਮੈਂ ਕਿਹਾ ਕਿ ਵਿਕਾਸ ਮੰਚ ਤੇ ਠੀਕ ਹੈ, ਪਰ ਜਦੋਂ ਤੁਸੀਂ ਕਹਿੰਦੇ ਅੰਮ੍ਰਿਤਸਰ ਵਿਕਾਸ ਮੰਚ, ਅੰਮ੍ਰਿਤਸਰ ਦੀ ਗੱਲ ਆ ਜਾਂਦੀ ਹੈ। ਤੇ ਜਿਸ ਤਰ੍ਹਾਂ ਤੁਸੀਂ ਕਿਹਾ, ਇੱਕ ਪੂਰੇ ਪੰਜਾਬ ਦਾ ਇਸ਼ੂ ਹੈ ਜੀ, ਤੇ ਪੂਰੇ ਪੰਜਾਬੀਆਂ ਦਾ ਇਸ਼ੂ ਹੈ। ਤੇ ਫਿਰ ਅਸੀਂ ਜਦੋਂ ਗੱਲਬਾਤ ਕੀਤੀ, ਤੇ ਉਸ ਤੋਂ ਫਿਰ ਅਸੀਂ ਗੱਲ ਨਿਕਲਿਆ ਕਿ ਇੱਕ ਉਪਰਾਲਾ ਸ਼ੁਰੂ ਕਰੀਏ ਜਿਹੜਾ ਕੱਲਾ ਅੰਮ੍ਰਿਤਸਰ ਵਿਕਾਸ ਮੰਚ ਦਾ ਨਾ ਹੋਵੇ, ਜਿਹੜਾ ਕੱਲਾ ਇੱਕ ਬੰਦੇ ਦਾ ਨਾ ਹੋਵੇ। ਇਹ ਉਪਰਾਲੇ ਲਈ ਸਾਰੇ ਪੰਜਾਬੀਆਂ ਨੂੰ ਵਿੱਚ ਜਦੋਜਹਿਦ ਕਰਨੀ ਪਏਗੀ, ਤੇ ਤਾਂ ਅਸੀਂ ਇਹਦਾ ਨਾਮ ਰੱਖਿਆ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ। ਇੱਕ ਉਪਰਾਲਾ ਹੈ, ਤੇ ਉਪਰਾਲੇ ਵਿੱਚ ਅਸੀਂ ਸਾਰੇ, ਭਾਵੇਂ ਮੀਡੀਆ, ਭਾਵੇਂ ਕੋਈ ਪਾਰਲੀਮੈਂਟ, ਕੋਈ ਲੀਡਰ ਨੇ, ਜੋ ਵੀ ਹੈ, ਕੋਈ ਵੀ ਇਸ ਲਈ ਉਪਰਾਲਾ ਕਰ ਸਕਦੇ ਨੇ। ਸੋ ਇਹ 2016 ਵਿੱਚ ਇਹਦੀ ਸ਼ੁਰੂਆਤ ਕੀਤੀ, ਪਰ ਉਹਦੇ ਵਿੱਚ ਮੇਨ ਗਿੱਲ ਸਾਹਿਬ ਇਹ ਗੱਲ ਕੀਤੀ ਕਿ ਟੈਕਨੀਕਲੀ ਅੰਕੜੇ ਇਕੱਠੇ ਕੀਤੇ। ਅੰਕੜੇ ਇਹ ਸਨ ਕਿ ਕਿੰਨੇ ਯਾਤਰੀ 2004 ਤੋਂ ਜਦੋਂ 에ਅਰਪੋਰਟ ਦੀ ਟ੍ਰੈਫਿਕ ਸ਼ੁਰੂ ਹੋਈ ਵਧਣੀ, ਕਿੱਥੇ ਲੋਕ ਗਏ ਨੇ, ਅੰਕੜੇ ਇਕੱਠੇ ਕੀਤੇ। ਫਲਾਈਟਸ ਕਿਉਂ ਬੰਦ ਹੋਈਆਂ, ਜਿਹਦੀ ਆਪਾਂ ਗੱਲਬਾਤ ਕਰਾਂਗੇ। ਤੇ ਉਹ ਇਕੱਠੇ ਕਰਕੇ ਫਿਰ 에ਅਰਲਾਈਨਸ ਤੱਕ ਅਪਰੋਚ ਕੀਤੀ। ਨਾਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਉਸ ਸਮੇਂ ਚੰਡੀਗੜ੍ਹ ਦਾ ਕੇਸ ਚੱਲਦਾ ਸੀ, ਕਿਉਂਕਿ ਚੰਡੀਗੜ੍ਹ ਵੀ ਫਲਾਈਟਸ ਜਿਹੜੀਆਂ ਨੇ ਇੰਟਰਨੈਸ਼ਨਲ 에ਅਰਪੋਰਟ ਬਣ ਗਿਆ। ਤੁਸੀਂ ਕਿਹਾ ਬੜੇ ਚਿੱਟੇ ਹਾਥੀ ਖੜੇ ਹੋਏ, ਪਰ ਫਲਾਈਟ ਕੋਈ ਨਹੀਂ ਸੀ। ਫਿਰ ਉਹਦੇ ਲਈ ਵੀ ਪਟੀਸ਼ਨ ਕੀਤੀ, ਕਿਉਂਕਿ ਅੰਮ੍ਰਿਤਸਰ ਬਰਮਿੰਗਮ ਫਲਾਈਟ 2008 ਵਿੱਚ ਬੰਦ ਕੀਤੀ ਗਈ ਸੀ, ਤੇ ਉਹਨੂੰ ਅੰਮ੍ਰਿਤਸਰ ਦਿੱਲੀ ਬਰਮਿੰਗਮ ਕਰ ਦਿੱਤਾ ਸੀ।
ਸੋ ਇਹ ਕੇਸ ਵੀ ਅਸੀਂ ਪਾਇਆ ਤੇ ਉਹਦੇ ਵਿੱਚ ਕਾਫੀ ਚੀਜ਼ਾਂ ਹੋਰ ਨਿਕਲੀਆਂ। 에ਅਰਲਾਈਨਸ ਨਾਲ ਰਾਬਤਾ ਸ਼ੁਰੂ ਹੋਇਆ। ਫਿਰ ਮੈਂ ਕੁਝ ਸਲਾਈਡਸ ਬਣਾ ਕੇ 에ਅਰਲਾਈਨਸ ਤੱਕ ਪਹੁੰਚਾਈਆਂ। ਸੋ ਇਸ ਤਰ੍ਹਾਂ ਇਹ ਸਿਲਸਿਲਾ, ਕਹਿੰਦੇ ਨਾ, ਇੱਕ ਵਾਰੀ ਮੈਂ ਤੁਰਦਾ ਗਿਆ ਤੇ ਰਾਹ ਬਣਦਾ ਗਿਆ ਤੇ ਹੋਰ ਕਾਫੀ ਜਾਣੇ ਮਿਲਦੇ ਗਏ। ਸੋ ਉਹਦੇ ਵਿੱਚ ਤੁਹਾਡੇ ਨਾਲ ਵੀ ਮੇਲ ਹੋਇਆ 2017 ਵਿੱਚ, ਜਦੋਂ ਅਸੀਂ ਇੱਥੇ ਟੋਰਾਂਟੋ ਆਏ ਜੀ। ਤੇ ਇਸੇ ਸੰਬੰਧੀ ਆਏ ਸੀ 17-18 ਵਿੱਚ, ਤੇ ਫਿਰ ਤੁਹਾਡੇ ਨਾਲ ਮੇਲ ਹੋਇਆ। ਹੋਰ ਜਿਹੜੇ ਕਾਫੀ ਕੈਨੇਡਾ ਦੀ ਬੜੀ ਲੋੜ ਹੈ। ਸੋ ਇਸ ਤਰ੍ਹਾਂ ਇਹ ਸਫ਼ਰ ਸਾਡਾ ਚੱਲਦਾ ਗਿਆ। ਬਰਮਿੰਗਮ ਫਲਾਈਟ ਸ਼ੁਰੂ ਹੋਈ, ਲੰਡਨ ਸ਼ੁਰੂ ਹੋਈ। ਇਹ ਨਹੀਂ ਕਹਿ ਰਹੇ ਕਿ ਸਾਡੇ ਉਪਰਾਲੇ ਕਰਕੇ ਹੋਈ, ਮੈਂ ਇਹ ਨਹੀਂ ਕਹਿਣਾ ਚਾਹ ਰਿਹਾ, ਪਰ ਕਾਫੀ ਜਾਣੇ ਜੁੜੇ ਤੇ ਇੱਕ ਸਾਂਝੇ ਉਪਰਾਲੇ ਕਰਕੇ ਇਹ ਜਿਹੜੀਆਂ ਫਲਾਈਟਸ ਜਿਹੜੀਆਂ ਨੇ ਪੋਸੀਬਲ ਹੋਈਆਂ। ਸੁਮੀਤ ਜੀ, ਠੀਕ ਹੈ, ਬਿਲਕੁਲ ਤੁਸੀਂ ਸਾਰੀ ਇਹ ਦੱਸਿਆ ਕਿ ਕਿਉਂ ਤੁਹਾਡਾ ਇਸ ਪਾਸੇ ਰੁਝਾਨ ਹੋਇਆ, ਪਰ ਜਿਸ ਤਰੀਕੇ ਨਾਲ ਅੰਮ੍ਰਿਤਸਰ ਦਾ 에ਅਰਪੋਰਟ ਜਿਹੜਾ ਬਣ ਤੋਂ ਸ਼ੁਰੂਆਤੀ ਦੌਰ 'ਚ, ਜਦੋਂ ਇਹ ਅੰਮ੍ਰਿਤਸਰ ਦਾ 에ਅਰਪੋਰਟ ਇੰਟਰਨੈਸ਼ਨਲ 에ਅਰਪੋਰਟ ਬਣਿਆ, ਸ਼ੁਰੂਆਤੀ ਦੌਰ ਤੋਂ ਹੀ ਰੁਕਾਵਟਾਂ ਸ਼ੁਰੂ ਹੋ ਗਈਆਂ। ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ। ਪਹਿਲਾਂ ਤਾਂ ਕਿਹਾ ਗਿਆ ਕਿ ਇਹਦਾ ਸਟਰਕਚਰ ਬਣਾਉਣ 'ਚ ਹੀ ਦਿੱਕਤਾਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੂੰ ਇਹਦੇ ਨਾਂ ਤੋਂ ਤਕਲੀਫ ਸ਼ੁਰੂ ਹੋ ਗਈ ਸੀਗੀ। ਮੈਂ ਇਸ ਤਰ੍ਹਾਂ ਨਹੀਂ ਕਹਿੰਦਾ ਕਿ ਐਜ ਸਿੱਖ ਕਰਕੇ ਇਹ ਗੱਲ ਹੈ। ਗੁਰੂ ਰਾਮਦਾਸ ਪਾਤਸ਼ਾਹ ਦੇ ਨਾਂ ਤੇ 에ਅਰਪੋਰਟ ਦਾ ਨਾਂ ਹੋਣਾ ਵੀ ਕਈਆਂ ਨੂੰ ਪਸੰਦ ਨਹੀਂ ਸੀ। ਫਿਰ 에ਅਰਪੋਰਟ ਦੇ ਸਟਰਕਚਰ ਬਾਰੇ ਜਦੋਂ ਸਵਾਲ ਆਏ ਕਿ ਇਹਦੇ ਵਿੱਚ ਸਿੱਖ ਹੈਰੀਟੇਜ ਕਿਤੇ ਜਿਹੜਾ ਉਹ ਸ਼ੋਅ ਹੋਣਾ ਚਾਹੀਦਾ, ਉਹਦੇ ਤੇ ਵੀ ਕੋਈ ਚੀਜ਼ਾਂ ਤੇ ਇਤਰਾਜ਼ ਆਏ। ਉਸ ਤੋਂ ਬਾਅਦ ਬਹੁਤ ਬਹਾਨੇਬਾਜ਼ੀ ਹੋਈ ਕਿ ਇੱਥੇ ਰਨਵੇ ਬਹੁਤ ਛੋਟਾ ਜੀ। ਫਿਰ ਕਿਹਾ ਗਿਆ ਕਿ ਜਿਹੜੇ ਵੱਡੇ ਜਹਾਜ਼ ਆ ਉਹ ਤਾਂ ਨਹੀਂ ਉਤਰ ਸਕਦੇ ਕਿ ਇੱਥੋਂ ਪਾਕਿਸਤਾਨ ਦਾ ਡਿਸਟੈਂਸ ਬਹੁਤ ਥੋੜਾ। ਜਦੋਂ ਜਹਾਜ਼ ਟੇਕ ਆਫ ਕਰਦਾ ਤੇ ਹਮੇਸ਼ਾ ਖਦਸ਼ਾ ਰਹਿੰਦਾ ਕਿ ਉਹ ਪਾਕਿਸਤਾਨ ਦੀ ਟੈਰੀਟਰੀ 'ਚ ਨਾ ਚਲੇ ਜਾਏ। ਇਹ ਸਾਰੀਆਂ ਜਿਹੜੇ ਐਕਸਕਿਊਜ਼ ਸੀਗੇ, ਇਹਨਾਂ ਦੇ ਤੁਸੀਂ, ਮੈਨੂੰ ਪਤਾ, ਸਮੇਂ-ਸਮੇਂ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਔਰ ਜਵਾਬ ਦਿੱਤੇ। ਤੁਹਾਨੂੰ ਕੀ ਲੱਗਦਾ ਹੈ ਕਿ ਇਹਦੇ ਪਿੱਛੇ ਕਿਹੜੀਆਂ ਫੋਰਸਿਸ ਸੀ ਜਾਂ ਹਨ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਦਾ 에ਅਰਪੋਰਟ ਜਿਹੜਾ ਆ ਉਹ ਇੰਟਰਨੈਸ਼ਨਲ 에ਅਰਪੋਰਟ ਦੇ ਤੌਰ ਤੇ ਦੁਨੀਆ ਦੇ ਵਿੱਚ ਇੱਕ ਵੱਡੇ 에ਅਰਪੋਰਟ ਦੇ ਤੌਰ ਤੇ ਐਸਟੈਬਲਿਸ਼ ਹੋ ਸਕੇ? ਬਾਕੀ ਗੱਲਾਂ ਆਪਾਂ ਕਰਾਂਗੇ, ਪੈਸੇਂਜਰ ਦੀ ਗਿਣਤੀ, ਅੰਕੜੇ, ਜੋ ਡੇਟਾ ਤੁਹਾਡੇ ਕੋਲ ਹੈਗਾ ਉਹ ਕਰਾਂਗੇ, ਪਰ ਜਿਹੜਾ ਬੁਨਿਆਦੀ ਨੁਕਤਾ ਆ ਸ਼ੁਰੂਆਤੀ ਦੌਰ ਤੋਂ ਚੱਲਿਆ ਆ ਰਿਹਾ, ਇਹਦੇ ਪਿੱਛੇ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਅੰਮ੍ਰਿਤਸਰ ਦਾ 에ਅਰਪੋਰਟ ਜਿਹੜਾ ਆ ਉਹ ਇੱਕ ਫੁੱਲੀ ਫੰਕਸ਼ਨਲ ਇੰਟਰਨੈਸ਼ਨਲ 에ਅਰਪੋਰਟ ਬਣੇ? ਹਾਂਜੀ, ਮੈਂ ਪਹਿਲਾਂ ਦੱਸ ਦਵਾਂ, ਤੁਸੀਂ ਪੁੱਛਿਆ ਸੀ ਅੰਮ੍ਰਿਤਸਰੀ ਕਿਉਂ। ਦੇਖੋ ਜੀ, ਅੰਮ੍ਰਿਤਸਰ ਦਾ ਹਵਾਈ ਅੱਡਾ ਜਦੋਂ ਮੈਂ ਸ਼ੁਰੂ ਕੀਤਾ, ਨਾਲ ਜੁੜਿਆ, ਤੇ ਇਹ ਪੰਜਾਬ ਦਾ ਸਭ ਤੋਂ ਵੱਡਾ ਹਵਾਈ ਅੱਡਾ ਸੀ। ਤੇ ਤੁਸੀਂ ਰਨਵੇ ਦੀ ਗੱਲ ਕੀਤੀ ਹੈ, ਰਨਵੇ ਦਾ 12,000 ਫੁੱਟ ਰਨਵੇ ਹੈ, ਜੋ ਕਿ ਅਪਗ੍ਰੇਡ ਹੋਇਆ ਸੀ ਇਹ ਅਰਲੀ 2000 ਵਿੱਚ, ਜਦੋਂ ਗੁਜਰਾਲ ਸਾਹਿਬ ਨੇ ਫੰਡ ਦਿੱਤੇ, ਫਿਰ ਵਾਜਪਾਈ ਸਾਹਿਬ ਦੀ ਸਰਕਾਰ ਆਈ, ਤੇ ਉਹਦਾ ਰਨਵੇ ਜਿਹੜਾ ਸੀਗਾ ਇਹ ਹੁਣ ਦਿੱਲੀ ਤੋਂ ਬਾਅਦ ਸਭ ਤੋਂ ਵੱਡਾ ਰਨਵੇ ਹੈ। ਸੋ ਸਾਰੀਆਂ ਫੈਸਿਲਿਟੀਜ਼ ਆਫ ਐਨ ਇੰਟਰਨੈਸ਼ਨਲ 에ਅਰਪੋਰਟ ਇਸ 에ਅਰਪੋਰਟ 'ਚ ਨੇ। ਜਿਹੜੇ ਬਾਕੀ ਹੁਣ ਨਵੇਂ ਬਣ ਰਹੇ ਨੇ, ਕੁਝ ਡੋਮੈਸਟਿਕ ਨੇ, ਈਵਨ ਚੰਡੀਗੜ੍ਹ 에ਅਰਪੋਰਟ ਤੇ ਇਹੋ ਜਿਹੀ ਫੈਸਿਲਿਟੀਜ਼ ਨਹੀਂ ਹੈਗੀਆਂ, ਉਹਨਾਂ ਦਾ ਰਨਵੇ ਹੁਣ ਵੱਡਾ ਹੋਇਆ। ਸੋ ਇਸ ਕਰਕੇ ਅੰਮ੍ਰਿਤਸਰ ਦਾ ਜਿਹੜਾ ਮੇਨ ਹੈ, ਬਾਕੀ ਸਾਡਾ ਹੈ ਕੱਲਾ ਸਿੱਖਾਂ ਦਾ ਨਹੀਂ, ਹੋਰਨਾਂ ਧਰਮਾਂ ਦਾ ਵੀ ਬੜਾ ਕੇਂਦਰ ਹੈ ਇੱਥੇ। ਰਾਮ ਤੀਰਥ ਹੈ, ਹੋਰ ਬੜੀਆਂ ਜਗ੍ਹਾ ਨੇ। ਸੋ ਇਹ ਗੱਲ ਹੈ ਜਿੱਥੇ ਟੂਰਿਸਟ ਦੇ ਨਾਲ ਨਾਲ ਹੋਰ ਵੀ ਆਪਣੇ ਬੰਦੇ ਜਾਂਦੇ ਨੇ, ਪਰ ਟੂਰਿਸਟ ਵੀ ਆਉਂਦੇ ਨੇ। ਸੋ ਇਹ ਮੇਨ ਸਾਡਾ ਜਿਹੜਾ ਸੀਗਾ। ਦੂਜੀ ਗੱਲ ਪਾਕਿਸਤਾਨ ਦੀ ਕੀਤੀ ਇਸ ਤਰ੍ਹਾਂ ਜੀ, ਉਹ ਐਵੇਂ ਅਜ਼ੰਪਸ਼ਨਸ ਨੇ, ਕਿਹਾ ਜਾਂਦਾ ਹੈ, ਕਾਫੀ ਲੋਕ ਜਦੋਂ ਇਹ ਗੱਲ ਹੁੰਦੀ ਹੈ, ਉਹ ਗੱਲ ਫੈਲਦੀ ਕਈ ਸਾਲ ਉਹ ਹੀ ਰਹਿੰਦੀ ਹੈ। ਲਾਹੌਰ ਦਾ 에ਅਰਪੋਰਟ ਬਾਰਡਰ ਤੋਂ ਤਕਰੀਬਨ, ਜਿੱਥੋਂ ਤੱਕ ਮੈਨੂੰ ਨੌਲੇਜ ਹੈ, 12-13 ਕਿਲੋਮੀਟਰ ਹੈ ਉਹਨਾਂ ਦੇ ਬਾਰਡਰ ਤੋਂ, ਤੇ ਅੰਮ੍ਰਿਤਸਰ ਦਾ 에ਅਰਪੋਰਟ ਤਕਰੀਬਨ 16-17 ਕਿਲੋਮੀਟਰ ਹੈ, ਜ਼ਿਆਦਾ ਦੂਰ ਹੈ ਬਾਰਡਰ ਤੋਂ। ਸੋ ਜੇ ਪਾਕਿਸਤਾਨ ਦਾ ਲਾਹੌਰ ਨੰਬਰ 1 에ਅਰਪੋਰਟ ਹੈ ਇਸ ਵੇਲੇ ਪੂਰੇ ਪਾਕਿਸਤਾਨ 'ਚ, ਲਾਹੌਰ ਇਜ਼ ਦਾ ਨੰਬਰ 1 에ਅਰਪੋਰਟ ਇਨ ਆਲ ਓਵਰ ਪਾਕਿਸਤਾਨ। ਸੋ ਜੇ ਪਾਕਿਸਤਾਨ ਦਾ ਲਾਹੌਰ 에ਅਰਪੋਰਟ ਬਾਰਡਰ ਦੇ ਕੋਲ ਹੋ ਕੇ ਨੰਬਰ 1 ਹੋ ਸਕਦਾ ਹੈ, ਤੇ ਫਿਰ ਅੰਮ੍ਰਿਤਸਰ ਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ, ਤੇ ਜਿਹੜੀ ਤੁਹਾਡੀ ਪਹਿਲੀ ਗੱਲ ਸੀ। ਦੂਜੀ ਗੱਲ, ਰੁਕਾਵਟ ਦੀ ਇਸ ਤਰ੍ਹਾਂ ਗਿੱਲ ਸਾਹਿਬ, ਕਿ ਇੱਕ ਸੁਨਹਿਰੀ ਦੌਰ ਆਇਆ ਸੀ ਅੰਮ੍ਰਿਤਸਰ ਦਾ। ਉਹ ਸੁਨਹਿਰੀ ਦੌਰ ਸੀ 2003 ਤੋਂ ਲੈ ਕੇ 2010 ਤੱਕ, ਤੇ ਇਹ 에ਅਰਪੋਰਟ ਫਾਸਟੈਸਟ ਗਰੋਇੰਗ 에ਅਰਪੋਰਟ ਸੀ। ਤੇ ਇੱਥੇ ਅੰਤਰਰਾਸ਼ਟਰੀ ਉਡਾਨਾਂ ਸਨ ਅੰਮ੍ਰਿਤਸਰ ਤੋਂ ਸਿੰਗਾਪੁਰ, ਤੇ ਸਿੰਗਾਪੁਰ ਤੋਂ ਲੋਕ ਆਸਟ੍ਰੇਲੀਆ, ਲਾਸ ਐਂਜਲਸ, ਵੈਂਕੂਵਰ ਵਾਲੇ ਪਾਸੇ ਕਨੈਕਟ ਹੁੰਦੇ ਸੀ। 2004 ਵਿੱਚ ਅੰਮ੍ਰਿਤਸਰ ਬਰਮਿੰਗਮ ਫਲਾਈਟ ਸ਼ੁਰੂ ਹੋਈ, ਜਿਹੜੀ ਕਿ ਟੋਰਾਂਟੋ ਤੱਕ ਐਕਸਟੈਂਡ ਕਰ ਦਿੱਤੀ ਗਈ। ਫਿਰ ਅੰਮ੍ਰਿਤਸਰ ਤੋਂ ਹੋਰ ਦੁਬਈ ਲਈ ਜਾਂ ਹੋਰ ਫਲਾਈਟਸ ਸੀਗੀਆਂ, ਤੇ ਜਿਸ ਨਾਲ ਇਹ ਫਾਸਟੈਸਟ ਗਰੋਇੰਗ 에ਅਰਪੋਰਟ ਸੀ ਭਾਰਤ ਦਾ। ਉਸ ਸਮੇਂ ਤੁਹਾਨੂੰ ਯਾਦ ਹੋਏਗਾ, ਦਿੱਲੀ ਦਾ ਹਵਾਈ ਅੱਡਾ ਜਿਹੜਾ ਸੀ, ਉਹ ਵੀ ਅੱਜ ਕੱਲ੍ਹ ਦਾ ਜਿਵੇਂ 2010 ਵਿੱਚ ਮਾਡਰਨ ਹੋਇਆ, ਉਹ ਉਸ ਤਰ੍ਹਾਂ ਦਾ ਨਹੀਂ ਸੀਗਾ। ਸੋ ਇਹ ਜਿਹੜੀਆਂ ਚੀਜ਼ਾਂ ਸਨ, ਉਹ ਸੁਨਹਿਰੀ ਦੌਰ ਸੀ। ਤਕਰੀਬਨ ਜਿੱਥੇ ਤੱਕ ਮੈਨੂੰ ਯਾਦ ਹੈ 5 ਕਿ 6 ਲੱਖ ਪੈਸੇਂਜਰ 2009 ਤੱਕ
ਇੰਟਰਨੈਸ਼ਨਲ ਇੱਥੋਂ ਜਾਣ ਲੱਗ ਪਏ ਸੀ ਤੇ ਡੋਮੈਸਟਿਕ ਜਿਹੜੇ ਸਨ ਉਹ ਸਿਰਫ 2 ਲੱਖ ਸਨ। ਸੋ ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਕਿ ਇੰਟਰਨੈਸ਼ਨਲ ਸਵਾਰੀਆਂ ਜ਼ਿਆਦਾ ਸਨ ਪਰ ਡੋਮੈਸਟਿਕ ਘੱਟ ਸਨ ਦਿੱਲੀ ਥਾਣੀ ਜਾਣ ਵਾਲੀਆਂ। ਸੋ ਇਹ ਇੱਕ ਤਰ੍ਹਾਂ ਨਾਲ ਰੁਕਾਵਟ ਜੇ ਤੁਸੀਂ ਕਹੋਗੇ ਇਹ ਸੀਗਾ ਕਿ ਦਿੱਲੀ ਨੂੰ ਤੇ ਬੰਬੇ ਨੂੰ, ਜਿਹਨੂੰ ਹੁਣ ਮੁੰਬਈ ਕਹਿੰਦੇ ਨੇ, ਭਾਰਤ ਸਰਕਾਰ ਨੇ ਮੇਨ ਵੱਡੇ ਹਵਾਈ ਅੱਡੇ ਤਾਂ ਜੋ ਦੁਨੀਆ ਵਿਖਾ ਸਕੀਏ ਕਿ ਸਾਡੇ ਕੋਲ ਇੰਨਾ ਤਗੜਾ ਹਵਾਈ ਅੱਡਾ ਦਿੱਲੀ ਦਾ ਹੈ। ਅਕਤੂਬਰ 2010 ਵਿੱਚ T3 ਟਰਮੀਨਲ ਜਿਹਨੂੰ ਆਪਾਂ ਕਹਿੰਦੇ ਆ ਉਹ ਦਿੱਲੀ ਸ਼ੁਰੂ ਕੀਤਾ ਗਿਆ। ਸੋ ਇਹਦੀ ਰੁਕਾਵਟ ਇਹੀ ਹੋਈ ਹੈ ਕਿ ਉਦੋਂ ਪਹਿਲਾਂ 2008 ਚ ਰਿਸੈਸ਼ਨ ਆਈ, ਸਿੰਗਾਪੁਰ 에ਅਰਲਾਈਨਸ ਬੰਦ ਹੋ ਗਈ, ਪਰ ਅੰਮ੍ਰਿਤਸਰ, ਲੰਡਨ, ਹੀਥਰੋ ਤੇ ਟੋਰਾਂਟੋ ਤੇ ਇਹ ਫਲਾਈਟ ਚੱਲ ਰਹੀਆਂ ਸਨ। ਪਰ ਭਾਰਤ ਸਰਕਾਰ ਨੇ, 에ਅਰ ਇੰਡੀਆ ਨੇ ਪਾਲਿਸੀ ਬਣਾਤੀ ਕਿ ਸਾਡੀਆਂ ਜਿਹੜੀਆਂ ਫਲਾਈਟਾਂ ਨੇ ਉਹ ਵਾਇਆ ਦਿੱਲੀ ਜਾਣਗੀਆਂ। ਇਹ ਨਹੀਂ ਅੰਮ੍ਰਿਤਸਰ ਤੋਂ ਹੀ ਨਹੀਂ, ਹੈਦਰਾਬਾਦ ਦੀਆਂ ਫਲਾਈਟਸ ਜਿਹੜੀਆਂ ਸਨ, ਅਹਿਮਦਾਬਾਦ, ਹੋਰ ਵੀ 에ਅਰਪੋਰਟ ਸੀ, ਉਹ ਸਾਰੀਆਂ ਵਾਇਆ ਦਿੱਲੀ ਜਾਂ ਮੁੰਬਈ ਜਾਣਗੀਆਂ। ਸੋ ਉਹ ਸਾਡੀ ਇੱਕ ਫਲਾਈਟ ਸਾਡੀ ਜਿਹੜੀ ਸੀ ਵਾਇਆ ਦਿੱਲੀ ਹੋ ਗਈ ਲੰਡਨ ਤੇ। ਦੂਜਾ, ਸਿੰਗਾਪੁਰ 에ਅਰਲਾਈਨਸ ਨੇ ਰਿਸੈਸ਼ਨ ਆਈ, ਉਹਨੇ ਕੁਝ ਰੂਟ ਕੈਂਸਲ ਕੀਤੇ। ਲੋਕ ਕਾਫੀ ਕਹਿੰਦੇ ਨੇ ਲੈਂਡਿੰਗ ਚਾਰजेस ਜ਼ਿਆਦਾ ਸਨ, ਬਿਜ਼ਨਸ ਕਲਾਸ ਨਹੀਂ ਸੀ ਮਿਲਦੀ। ਹਾਲੇ ਵੀ ਉਹ ਗੱਲਾਂ ਰਿਪੀਟ ਕਰੀ ਜਾ ਰਹੇ ਨੇ ਗਿੱਲ ਸਾਹਿਬ, ਹੁਣ ਤੇ 13 ਸਾਲ ਹੋ ਗਏ ਨੇ, 15 ਸਾਲ। ਸੋ ਇਹ ਚੀਜ਼ਾਂ ਸਨ ਜਿਹਦੇ ਕਰਕੇ ਹਵਾਈ ਅੱਡਾ ਜਿਹੜਾ ਹੈ ਉਦੋਂ 2010 ਤੋਂ ਬਾਅਦ ਟ੍ਰੈਫਿਕ ਥੱਲੇ ਗਈ। ਪਰ ਮੈਂ ਕਹਾਂਗਾ ਫਿਰ ਤੋਂ 2016 ਚ ਇਹ ਅਸੀਂ ਇਹ ਨਹੀਂ ਕਹਿੰਦੇ ਕਿ ਸਾਡੇ ਕਰਕੇ, ਜਾਂ 2017 ਤੋਂ ਫਿਰ ਇੰਡੀਅਨ ਐਵੀਏਸ਼ਨ ਨੇ ਬੜਾ ਗਰੋ ਕੀਤਾ ਤੇ 2018 ਵਿੱਚ ਸਾਡਾ ਜਿਹੜਾ ਅੰਮ੍ਰਿਤਸਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਫਾਸਟੈਸਟ ਗਰੋਇੰਗ 에ਅਰਪੋਰਟ ਬਣ ਗਿਆ ਜੀ ਫਿਰ ਤੋਂ ਇੰਡੀਆ ਦਾ। ਫਾਸਟੈਸਟ ਗਰੋਇੰਗ ਇਹ ਕਿ ਪਰਸੈਂਟੇਜ ਗਰੋਥ ਜਿਹੜੀ ਹੋਈ ਨਾ ਉਹ 13 ਲੱਖ ਤੋਂ ਗਿੱਲ ਸਾਹਿਬ ਟ੍ਰੈਫਿਕ 25 ਲੱਖ ਤੇ ਪਹੁੰਚ ਗਈ, ਡਬਲ ਹੋ ਗਈ ਇੱਕੋ ਸਾਲ 'ਚ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਚੱਲਦੀਆਂ ਰਹਿੰਦੀਆਂ ਨੇ, ਪਰ ਮੇਨ ਰੁਕਾਵਟ ਇਹ ਹੋਈ ਕਿ ਇੱਕ ਦਿੱਲੀ ਦਾ ਵੱਡਾ ਹਵਾਈ ਅੱਡਾ ਜਿਹੜਾ ਸ਼ੁਰੂ ਹੋਣ ਨਾਲ ਤੇ ਸਾਰੀਆਂ ਟ੍ਰੈਫਿਕ ਉਧਰ ਨੂੰ ਮੋੜ ਦਿੱਤੀਆਂ ਗਈਆਂ ਤੇ ਇਹ ਇੱਕ ਵੱਡੀ ਰੁਕਾਵਟ ਸੀ ਜਿਹਦੇ ਕਰਕੇ ਕਾਫੀ ਫਲਾਈਟਸ ਜਿਹੜੀਆਂ ਸਨ ਸਾਡੀਆਂ ਬੰਦ ਹੋਈਆਂ ਜੀ। ਅੱਛਾ ਸੁਮੀਤ ਜੀ, ਇਹਦੇ ਪਿੱਛੇ ਤੁਸੀਂ ਜਿਹੜਾ ਇਹ ਸਿਸਟਮ 'ਚ ਆਪਾਂ ਰਹਿ ਰਹੇ ਹਾਂ ਇੱਥੇ ਉੱਥੇ ਸਭ ਜਗ੍ਹਾ, ਕਿਉਂਕਿ ਕਾਰਪੋਰੇਟ ਦੀ ਸਾਰੀ ਸਰਕਾਰਾਂ ਜੋ ਆ ਕਾਰਪੋਰੇਟ ਦੀ ਮਰਜ਼ੀ ਨਾਲ ਬਣਦੀਆਂ, ਉਹਨਾਂ ਦੀ ਮਰਜ਼ੀ ਨਾਲ ਚੱਲਦੀਆਂ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜਾ ਜਿੱਦਾਂ ਹੱਬ ਬਣਾ ਦਿੱਤਾ ਗਿਆ ਦਿੱਲੀ ਨੂੰ ਜਾਂ ਬੰਬੇ ਨੂੰ, ਤੁਸੀਂ ਕਹਿ ਰਹੇ ਹੋ ਦੂਜੇ ਜਿਹੜੇ ਆ ਉਹ ਸਪੋਰਟਿੰਗ ਦੇ ਤੌਰ ਤੇ ਹੋ ਗਏ ਵੀ ਪਹਿਲਾਂ ਹੱਬ ਸਾਡੀ ਉੱਥੇ ਆਉਣਗੇ ਫਿਰ ਅੱਗੇ ਜਾਣਗੇ, ਇਹਦੇ ਪਿੱਛੇ ਜਿਹੜੀ ਕੁਝ ਖਾਸ ਲੋਕਾਂ ਨੂੰ, ਜਿਹਨੂੰ ਕ੍ਰੋਨੀ ਕੈਪੀਟਲਿਜ਼ਮ ਕਹਿੰਦੇ ਆ, ਉਹ ਜੀ ਚੀਜ਼ ਵੀ ਨਜ਼ਰ ਆਉਂਦੀ ਆ ਆਪਾਂ ਨੂੰ ਵੀ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੀ ਖਾਤਰ ਬਾਕੀ ਲੋਕਾਂ ਨੂੰ ਦਾਅ ਤੇ ਲਾ ਦਿੱਤਾ ਜਾਂਦਾ ਹੈ। ਹੁਣ ਤੁਸੀਂ ਅੰਮ੍ਰਿਤਸਰ ਜੇ ਜਾਣ ਦੀ ਆਪਾਂ ਗੱਲ ਕਰਦੇ ਆ, ਪੰਜਾਬੀ ਜੇ ਆਪਾਂ ਉਹ ਵੀ ਤੁਹਾਡੇ ਕੋਲ ਮੈਂ ਡੇਟਾ ਲਵਾਂਗਾ, ਵੈਸੇ ਤਾਂ ਮੈਂ ਨਾਲ ਜੁੜਦਾ ਸਵਾਲ ਵੀ ਕਰ ਦੇਣਾ। ਮੈਂ ਸੁਣਦਾ, ਮੈਨੂੰ ਪਤਾ ਇਹ 'ਚ ਕਿੰਨੀ ਕੁ ਐਂਥੈਂਟਿਸਿਟੀ ਹੈ, ਤੁਹਾਨੂੰ ਜ਼ਿਆਦਾ ਪਤਾ, ਤੁਸੀਂ ਇਹਦੇ ਨਾਲ ਰੋਜ਼ ਡੀਲ ਕਰਦੇ ਹੋ, ਕਿ ਜਿਹੜੇ ਡੋਮੈਸਟਿਕ 에ਅਰਪੋਰਟ ਨੇ, ਭਾਵੇਂ ਬੈਂਗਲੌਰ ਹੋਵੇ, ਭਾਵੇਂ ਚੇਨਈ ਵਾਲਾ ਹੋਵੇ, ਭਾਵੇਂ ਦੂਜਾ, ਅੰਮ੍ਰਿਤਸਰ ਅੱਜ ਵੀ ਉਹ ਤੋਂ ਜ਼ਿਆਦਾ ਪੈਸੇਂਜਰ ਟਰੈਵਲ ਕਰਦੇ ਨੇ। ਕੀ ਇਹ ਸੱਚ ਹੈ? ਤੇ ਦੂਸਰਾ, ਮੈਂ ਜਿਹੜੀ ਤੁਹਾਨੂੰ ਕੁਐਸਚਨ ਕੀਤਾ ਹੱਬ ਬਣਾਉਣ ਦੇ ਪਿੱਛੇ ਵਜ੍ਹਾ, ਜਿਹੜਾ ਮੈਂ ਤੁਹਾਨੂੰ ਸਵਾਲ ਉਠਾਇਆ, ਉਹ ਜਾਂ ਉਸ ਤੋਂ ਇਲਾਵਾ ਵੀ ਕੋਈ ਕਾਰਨ ਹੋ ਸਕਦੇ ਨੇ? ਹਾਂਜੀ ਜੀ, ਦਿੱਲੀ ਜਿਹੜਾ ਹੈ GMR ਇੱਕ ਵੱਡੀ ਕਾਰਪੋਰੇਟ ਕਹਿ ਲਓ, ਘਰਾਣਾ ਕਹਿ ਲਓ, ਜਾਂ ਜੋ ਵੀ ਹੈ, ਉਹਨਾਂ ਨੂੰ ਉਹ ਪ੍ਰਾਈਵੇਟਾਈਜ਼ ਕੀਤਾ ਗਿਆ 에ਅਰਪੋਰਟ, ਜੋ ਵੀ ਲੀਜ਼ ਤੇ ਦਿੱਤੇ ਗਏ ਨੇ। ਤੇ ਪਰ ਉਹਦੇ ਕਰਕੇ ਫਿਰ ਇਹ ਜਿਹੜੀਆਂ ਫਲਾਈਟਸ ਸਨ, ਤੁਸੀਂ ਉਹਨਾਂ ਨੂੰ ਫੇਵਰ ਕਹਿ ਲਓ ਜਾਂ ਕਿਸ ਤਰ੍ਹਾਂ ਵੀ ਹੈ, ਤੇ ਹੈਰਾਨੀ ਦੀ ਗੱਲ ਹੈ ਅੰਮ੍ਰਿਤਸਰ ਹਵਾਈ ਅੱਡਾ ਸਰਕਾਰੀ ਹੈ ਤੇ ਇਹ 2010 ਤੱਕ ਪ੍ਰੋਫਿਟ ਵਿੱਚ ਸੀਗਾ, 7-8 ਕਰੋੜ ਕਿ ਕਿੰਨਾ ਕਰੋੜ ਪ੍ਰੋਫਿਟ ਸੀਗਾ। ਪਰ ਉਹ ਪ੍ਰੋਫਿਟ ਨੂੰ ਉਹ ਫਿਰ ਲਾਸ 'ਚ ਕਨਵਰਟ ਹੋ ਗਿਆ, ਕਿਉਂਕਿ ਅੰਤਰਰਾਸ਼ਟਰੀ ਫਲਾਈਟ ਜਦੋਂ ਆਉਂਦੀ ਹੈ ਇੱਕ ਪੈਸੇਂਜਰ ਫੀ ਹੁੰਦੀ ਹੈ, ਨਾਲ ਜਹਾਜ਼ ਲੈਂਡ ਕਰਦੇ ਨੇ ਉਹ ਫੀ ਮਿਲਦੀ ਹੈ, ਤੇ ਸਰਕਾਰ ਨੂੰ ਘਾਟਾ ਵੀ ਪਿਆ। 에ਅਰ ਇੰਡੀਆ ਦੀ ਜਿਹੜੀ ਫਲਾਈਟ ਸੀ ਉਹ ਇੱਕ ਪ੍ਰੋਫਿਟੇਬਲ ਫਲਾਈਟ ਸੀ। ਤੇ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਬੰਗਲੌਰ ਦੀ, ਨਹੀਂ, ਬੰਗਲੌਰ, ਹੈਦਰਾਬਾਦ, ਚੇਨਈ, ਕੋਲਕਾਤਾ, ਦਿੱਲੀ ਤੇ ਮੁੰਬਈ, ਇਹ ਭਾਰਤ ਦੇ 6 ਵੱਡੇ ਹਵਾਈ ਅੱਡੇ ਨੇ। ਇਹਨਾਂ ਨੂੰ ਟੀਅਰ 1 ਤੇ ਮੈਟਰੋ ਹਵਾਈ ਅੱਡੇ ਵੀ ਕਿਹਾ ਜਾਂਦਾ ਹੈ। ਤੇ ਨਾਲ ਦੀ ਨਾਲ ਇਹਦੇ ਚ ਅਹਿਮਦਾਬਾਦ ਵੀ ਸ਼ਾਮਲ ਹੋਇਆ, ਹੁਣ ਉਹ ਵੀ ਬਹੁਤ ਵੱਡਾ ਹਵਾਈ ਅੱਡਾ ਜਿਹੜਾ ਹੈ ਉਹ ਬਣਿਆ ਹੈ। ਸੋ ਅੰਮ੍ਰਿਤਸਰ ਡੈਫੀਨੇਟਲੀ ਜਿਹੜਾ ਹੈ ਕਾਫੀ ਪਿੱਛੇ ਹੈ ਟੋਟਲ ਨੰਬਰ ਆਫ ਫਲਾਈਟਸ ਵਿੱਚ, ਇੰਟਰਨੈਸ਼ਨਲ ਵਿੱਚ ਕਾਫੀ ਅੱਗੇ ਹੈ, ਬਟ ਉਸ ਤਰ੍ਹਾਂ 11ਵੇਂ 12ਵੇਂ ਨੰਬਰ ਤੇ ਆਉਂਦਾ ਹੈ ਹੁਣ। ਸੋ ਇਹ ਚੀਜ਼ ਜਿਹੜੀ ਸੀ ਮੇਨ, ਤੁਹਾਡੀ ਗੱਲ ਬਿਲਕੁਲ ਠੀਕ ਹੈ, ਇਹ ਕਾਰਪੋਰੇਟ ਨੂੰ ਕਹਿ ਲਓ, ਪਰ ਦਿੱਲੀ ਕਰਕੇ ਰੀਜਨਲ 에ਅਰਪੋਰਟਸ ਨੂੰ ਬਹੁਤ ਨੁਕਸਾਨ ਹੋਇਆ, ਤੇ ਸਭ ਤੋਂ ਵੱਧ ਨੁਕਸਾਨ ਸਾਡੇ ਪੰਜਾਬੀਆਂ ਨੂੰ ਹੋਇਆ ਕਿ ਫੋਰਸ ਕੀਤਾ ਜਾ ਰਿਹਾ ਹੈ। ਕਾਫੀ ਪੰਜਾਬੀ ਗਿੱਲ ਸਾਹਿਬ ਕਹਿ ਦਿੰਦੇ ਨੇ ਕਿ ਅੰਮ੍ਰਿਤਸਰ, ਉਹ ਵੱਖਰਾ ਇੱਕ ਮੁੱਦਾ ਹੈ ਕਿ ਅੰਮ੍ਰਿਤਸਰ ਵਿੱਚ ਘਰ ਨਹੀਂ ਹੈ, ਪਰ ਅਸੀਂ ਉਸ ਗੱਲ ਨਾਲ ਅਗਰੀ ਨਹੀਂ ਕਰਦੇ। ਅੰਮ੍ਰਿਤਸਰ ਸਾਰੇ ਪਾਸੇ 2 ਘੰਟੇ ਹੀ ਹੈ, ਪੰਜਾਬ ਦੇ ਕਿਤੇ ਪਾਸੇ ਵੀ ਹੋਵੇ, ਤੇ ਪਰ ਉਹਦੇ ਲਈ ਟੂਰਿਜ਼ਮ ਵੀ, ਹੋਰ ਵੀ ਚੀਜ਼ਾਂ ਲੋੜ ਸੀਗੀਆਂ।
ਸੋ ਇਹ ਜਿਹੜੀ ਮੇਨ ਗੱਲ ਹੈ ਤੁਹਾਡੀ ਬਿਲਕੁਲ ਠੀਕ ਹੈ ਕਿ ਕਾਰਪੋਰੇਟ ਉੱਥੋਂ ਜਿਹੜਾ ਦਿੱਲੀ ਜੀਐਮਆਰ ਸੀਗਾ ਉਹਦੇ ਕਰਕੇ ਇਹ ਪਹਿਲਾਂ ਸਾਰਾ ਫਾਇਦਾ ਕੀਤਾ ਗਿਆ, ਪਰ ਹੁਣ ਉਹ ਕਾਫੀ ਬਿਜ਼ੀ ਹੋ ਗਿਆ ਹੈ। ਸੋ ਦੂਜੇ ਥਾਵਾਂ ਤੇ ਵੀ ਉਹਨੂੰ ਐਕਸਪੈਂਡ ਕਰਨ ਦੀ ਲੋੜ ਸੀ ਫਲਾਈਟਸ ਨੂੰ, ਤੇ ਉਹਦੇ ਕਰਕੇ ਹੁਣ ਅੰਮ੍ਰਿਤਸਰ ਤੋਂ ਕਾਫੀ ਫਲਾਈਟ ਸ਼ੁਰੂ ਹੋਈਆਂ ਨੇ। ਅੱਛਾ ਸਮੀਰ ਜੀ, ਵੈਸੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਸਾਡੇ ਪੰਜਾਬੀਆਂ ਦਾ ਸੁਭਾਅ ਵੀ ਆ ਵੈਸੇ, ਤੇ ਸਰਕਾਰਾਂ ਦੀ ਇੱਕ ਪਾਲਿਸੀ ਵੀ ਹੁੰਦੀ ਆ ਕਿ ਜਿੱਦਾਂ ਲੋਲੀਪੌਪ ਦੇ ਦੇਣਾ, ਹਲਵਾਰਾ ਬਣ ਜਾਏਗਾ ਜੀ, ਤੁਹਾਡਾ ਆਦਮਪੁਰ ਵੀ ਬਣ ਜਾਏਗਾ, ਬਠਿੰਡੇ ਬਣ ਗਿਆ ਜੀ, ਫਲਾਣੀ ਜਗ੍ਹਾ ਬਣ ਜਾਏਗਾ। ਠੀਕ ਹੈ, ਲੋੜ ਹੈ ਜਿੰਨੀ ਉਹਨੇ ਬਣਨੇ ਵੀ ਜ਼ਰੂਰੀ ਆ। ਮੈਂ ਚਿੱਟੇ ਹੱਥੀ ਐਵੇਂ ਨਹੀਂ ਸੀ ਕਿਹਾ। ਆਪਾਂ ਦੇਖਦੇ ਹਾਂ ਕਿ ਜਿਹੜੀ ਇਨਵੈਸਟਮੈਂਟ ਹੁੰਦੀ ਆ, ਤੇ ਹੁੰਦੀ ਤੇ ਫਿਰ ਸਾਡੇ ਟੈਕਸਾਂ ਤੋਂ ਹੀ ਹੈ ਨਾ, ਪਬਲਿਕ ਦੀ ਮਨੀ ਹੈ ਨਾ। ਇਹ ਲੋਕਾਂ ਨੂੰ ਸਿਰਫ ਖੁਸ਼ ਕਰ ਲਈ, ਜਿਹੜਾ ਮੈਂ ਲੋਲੀਪੌਪ ਸ਼ਬਦ ਵਰਤਿਆ ਸ਼ਬਦ, ਸ਼ਾਇਦ ਉਸ ਤਰੀਕੇ ਨਾਲ ਹੀ ਹੈ। ਤੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਸ ਤਰ੍ਹਾਂ ਸਰਕਾਰ ਜੋ ਕਹਿੰਦੀ ਹੈ ਹੋ ਵੀ ਜਾਂਦਾ ਹੈ। ਜਦੋਂ ਅੰਮ੍ਰਿਤਸਰ ਦੇ 에ਅਰਪੋਰਟ ਦਾ ਜ਼ਿਕਰ ਹੁੰਦਾ, ਮੈਂ ਕਈ ਵਾਰ ਵੇਖਿਆ, ਮੈਂ ਆਪਣੇ ਮੇਰੇ ਮਿੱਤਰ ਨੇ ਚੰਗੇ ਸੁਸ਼ੀਲ ਦਸਾਂਝ ਜੀ, ਜਦੋਂ ਕਦੇ ਅੰਮ੍ਰਿਤਸਰ 에ਅਰਪੋਰਟ ਦੀ ਗੱਲ ਹੁੰਦੀ ਹੈ, ਉਹ ਨਾਲ ਦੀ ਨਾਲ ਹੀ ਮੋਹਾਲੀ ਨੂੰ ਜੋੜ ਦਿੰਦੇ ਆ ਕਿ ਮੋਹਾਲੀ 에ਅਰਪੋਰਟ ਤੋਂ ਵੀ ਇਦਾਂ ਹੋਵੇ। ਅਸੀਂ ਕਹਿੰਦੇ ਜੀ ਸਦਕੇ ਹੋਵੇ ਸਾਰੇ ਪੰਜਾਬ ਦੇ ਸਾਰੇ 에ਅਰਪੋਰਟ ਚੱਲਣ, ਜੇ ਚੱਲ ਸਕਦੇ ਹੋਣ ਤਾਂ। ਪਰ ਨਾਲ ਦੀ ਨਾਲ ਆਪਣਾ ਦੇਖਣ ਦਾ ਇਹ ਵੀ ਨਜ਼ਰੀਆ ਹੋਣਾ ਚਾਹੀਦਾ ਵੀ ਉਹ ਕਿਵੇਂ ਚੱਲ ਸਕਦੇ, ਪ੍ਰੈਕਟੀਕਲ ਪ੍ਰੋਬਲਮ ਕੀ ਨੇ ਉੱਥੇ। ਜਿੱਥੋਂ ਤੱਕ ਅੰਮ੍ਰਿਤਸਰ ਦਾ ਸੰਬੰਧ ਹੈ, ਪਹਿਲੀ ਗੱਲ ਤੇ ਟੂਰਿਜ਼ਮ ਮੇਰੇ ਖਿਆਲ ਅੰਮ੍ਰਿਤਸਰ ਤੋਂ ਵੱਧ ਪੰਜਾਬ ਦੇ ਕਿਸੇ ਵੀ ਹਿੱਸੇ ਵਿੱਚ ਨਹੀਂ ਹੈ ਅੱਜ ਵੀ। ਟੂਰਿਜ਼ਮ ਹੈ ਜੀ। ਹਾਂਜੀ, ਥੋੜਾ ਜਿਹਾ ਇੱਥੇ ਵੀ ਸਾਨੂੰ ਵਿਸਤਾਰ ਦੱਸਿਓ ਕਿ ਨਾ ਸਿਰਫ ਗੋਲਡਨ ਟੈਂਪਲ, ਮਾਤਾ ਵੈਸ਼ਨੋ ਦੇਵੀ ਦੇ ਜਾਣ ਵਾਲੇ, ਜੇ ਇੱਕ ਪਾਸੇ ਅੰਮ੍ਰਿਤਸਰ ਦਿੱਲੀ ਅੰਮ੍ਰਿਤਸਰ ਕਟੜਾ ਹਾਈਵੇ ਬਣ ਰਿਹਾ, ਇਸ ਚੀਜ਼ ਨੂੰ ਲੈ ਕੇ ਚਲੋ ਇਹਦੇ ਪਿੱਛੇ ਕਾਰਨ ਤੇ ਹੋਰ ਹੁੰਦੇ ਆ, ਮੈਨੂੰ ਪਤਾ ਹੈ ਕਿ ਬੁਨਿਆਦੀ ਕਾਰਨ ਤੇ ਫਿਰ ਉਹ ਇਕਨੋਮੀ ਦੇ ਸਵਾਲ ਨੇ, ਪਰ ਨਾਲ ਮੁੱਢਲਾ ਸਵਾਲ ਇਹ ਵੀ ਆ ਕਿ ਲੱਖਾਂ ਹੀ ਲੋਕ ਡੇਲੀ ਅੰਮ੍ਰਿਤਸਰ ਕਟੜਾ ਜਾਣ ਲਈ ਆਉਂਦੇ ਆ। ਸਾਊਥ ਇੰਡੀਆ ਤੁਸੀਂ ਸ਼ਾਮ ਨੂੰ ਚੱਲ ਜਾਓ, ਬਾਰਡਰ ਦੀ ਰਿਟਰੀਟ ਵੇਖਣ ਚੱਲ ਜਾਓ, ਤੇ ਭਰਿਆ ਪਿਆ ਹੁੰਦਾ ਸਾਊਥ ਇੰਡੀਅਨ ਲੋਕਾਂ ਨਾਲ। ਭਾਰਤ ਮਾਤਾ ਕੀ ਜੈ ਦੇ ਨਾਰੇ ਲੱਗਦੇ ਆਪਾਂ ਸੁਣਦੇ ਆ, ਤੇ ਇਹ ਸਾਰਾ ਕੁਝ ਦੇਖਦਿਆਂ ਹੋਇਆ, ਸਾਰਾ ਕੁਝ ਤੁਹਾਡੀਆਂ ਅੱਖਾਂ ਦੇ ਸਾਹਮਣੇ ਆ, ਤੇ ਫਿਰ ਵੀ ਇੱਕ ਤਰ੍ਹਾਂ ਦਾ ਮੈਨੂੰ ਤਾਂ ਲੱਗਦਾ ਵਿਤਕਰਾ ਹੀ ਆ ਕਿ ਤੁਸੀਂ ਕਿਉਂ ਉਸ ਟੂਰਿਜ਼ਮ ਨੂੰ ਜਿਹੜਾ ਪ੍ਰਫੁੱਲਤ ਨਹੀਂ ਹੋਣ ਦੇ ਰਹੇ, ਉਹਦੇ ਵਿੱਚ ਰੁਕਾਵਟਾਂ ਖੜੀਆਂ ਕਰ ਰਹੇ ਹੋ। ਗਿੱਲ ਸਾਹਿਬ ਬਿਲਕੁਲ ਗੱਲ ਠੀਕ ਹੈ। ਪਹਿਲੀ ਗੱਲ ਤੇ ਇਹ ਵਾ ਕਿ ਤੁਸੀਂ ਗੱਲ ਕੀਤੀ ਚਿੱਟੇ ਹਾਥੀ। ਸੋ ਹਾਲੇ ਦੇਖੋ ਅੰਮ੍ਰਿਤਸਰ ਦਾ ਹਵਾਈ ਅੱਡਾ, ਚਲੋ ਚੰਡੀਗੜ੍ਹ ਦਾ ਕੈਚਮੈਂਟ ਏਰੀਆ ਕਈ ਕਹਿ ਦਿੰਦੇ ਨੇ ਦੋ ਸਟੇਟ ਨੇ, ਪਹਿਲਾਂ ਚੰਡੀਗੜ੍ਹ ਦਾ ਹਵਾਈ ਅੱਡਾ ਸੀ ਸਾਨੂੰ, ਅਸੀਂ ਅੰਮ੍ਰਿਤਸਰ ਤੋਂ ਠੀਕ ਹੈ, ਪਰ ਅਸੀਂ ਕਹਾਂਗੇ ਪਹਿਲਾਂ ਤੁਹਾਡਾ ਇੱਕ ਹਵਾਈ ਅੱਡਾ ਪੂਰਾ ਕਾਮਯਾਬ ਨਹੀਂ ਹੋਇਆ। ਤੁਸੀਂ ਦੇਖੋ ਹਰਿਆਣੇ 'ਚ ਕਿੰਨੇ ਹਵਾਈ ਅੱਡੇ ਨੇ, ਕਦੀ ਸੁਣਿਆ ਕਿ ਕਿੰਨੇ ਸਾਰੇ ਹਵਾਈ ਅੱਡੇ ਨੇ? ਨਹੀਂ। ਇਹ ਪੰਜਾਬੀਆਂ ਨੂੰ ਪਤਾ ਨਹੀਂ ਐਸਾ ਕੀ ਲੋਲੀਪੌਪ ਹੈ, ਕਦੀ ਜਲੰਧਰ ਕਹਿ ਦਿੰਦੇ ਨੇ ਆਦਮਪੁਰ, ਕਦੀ ਲੁਧਿਆਣਾ, ਬਠਿੰਡਾ ਬਣਾ ਕੇ ਛੱਡ ਦਿੱਤਾ, ਫਿਰ ਆਦਮਪੁਰ ਦਾ ਵੀ ਹੁਣ ਟਰਮੀਨਲ ਅਪਗ੍ਰੇਡ ਕਰੀ ਜਾ ਰਹੇ ਨੇ। ਗਵਰਨਮੈਂਟ ਆਫ ਇੰਡੀਆ ਦੀ ਖੁਦ ਦੀ ਪਾਲਿਸੀ ਹੈ ਕਿ 150 ਕਿਲੋਮੀਟਰ ਦੇ ਵਿੱਚ ਜਦੋਂ ਤੱਕ ਇੱਕ ਹਵਾਈ ਅੱਡਾ ਸੈਚੂਰੇਟ ਨਹੀਂ ਹੋ ਜਾਂਦਾ, ਦੂਜਾ ਹਵਾਈ ਅੱਡਾ ਨਹੀਂ ਬਣ ਸਕਦਾ। ਤੇ ਇਹ ਪਤਾ ਨਹੀਂ ਇਹਦੇ ਵਿੱਚ ਕੀ ਐਗਜ਼ੰਪਸ਼ਨਸ ਕਰਕੇ ਤੇ ਉਹ ਬਣਾਏ ਜਾ ਰਹੇ ਨੇ। ਪਰ ਇਹਦੇ ਵਿੱਚ ਜਿੰਨਾ ਗਵਰਨਮੈਂਟ ਆਫ ਇੰਡੀਆ ਦੇ ਰੁਕਾਵਟ ਸੀਗੇ, ਜੇ ਕਹਿ ਦੋ ਕਿ ਉਹਨਾਂ ਨੇ ਦਿੱਲੀ ਨੂੰ ਪ੍ਰਮੋਟ ਕੀਤਾ, ਉਹਦੇ ਵਿੱਚ ਪੰਜਾਬ ਸਰਕਾਰ ਦਾ ਵੀ ਓਨਾ ਹੀ ਕਸੂਰ ਹੈ। ਜੇ ਜਿਹੜੀ ਜ਼ਮੀਨ ਦੇ ਰਹੀ ਹੈ ਉਹ ਪੰਜਾਬ ਸਰਕਾਰ ਦੇ ਰਹੀ ਹੈ, ਹੁਣ ਹਲਵਾਰੇ ਇਹਨਾਂ ਨੇ ਖੁਦ ਜ਼ਮੀਨ ਖਰੀਦ ਲਈ ਹੈ, ਤੇ ਇਹ ਗਵਰਨਮੈਂਟ ਆਫ ਇੰਡੀਆ ਨੂੰ 에ਅਰਪੋਰਟ ਅਥਾਰਟੀ ਨੂੰ ਪਿੱਛੇ ਪਏ ਨੇ ਕਿ ਇਹਦਾ ਟਰਮੀਨਲ ਬਣਾਇਆ ਜਾਵੇ, ਤੇ 50 ਕਰੋੜ ਇਹਨਾਂ ਨੇ ਕਹਿੰਦੇ ਕਿ ਅਸੀਂ ਆਪਣਾ ਹੀ ਖਰਚ ਲਵਾਂਗੇ। ਆਲਰੇਡੀ ਕਰੋੜਾਂ ਖਰਚਿਆ ਜ਼ਮੀਨ ਲੈਣ ਲਈ। ਸੋ ਇੰਨੀ ਕਾਹਦੀ ਐਮਰਜੈਂਸੀ ਆ ਗਈ ਹੈ ਕਿ ਜਿਹੜਾ ਅੰਮ੍ਰਿਤਸਰ ਹਵਾਈ ਅੱਡਾ ਆਲਰੇਡੀ ਹੈਗਾ, ਉਹ ਜਿਹੜਾ ਚੱਲ ਰਿਹਾ ਹੈ, ਆਦਮਪੁਰ ਹੈ, ਬਠਿੰਡਾ ਹੈ, ਤੇ ਤੁਸੀਂ ਲੁਧਿਆਣੇ ਹੁਣ ਇਹ ਦੱਸੋ ਕਿ ਉਹ ਕਿਉਂ ਨਹੀਂ ਕਾਮਯਾਬ ਹੋਏ। ਸੋ ਇਹ ਗੱਲ ਹੈ। ਦੂਜੀ ਗੱਲ ਗਿੱਲ ਸਾਹਿਬ, ਬੜੀ ਇੱਕ ਤਕਨੀਕੀ ਗੱਲ ਹੈ ਜਿਹੜੀ ਪੰਜਾਬੀਆਂ ਨੂੰ ਪਤਾ ਨਹੀਂ ਹੈ, ਜਿਹੜੇ ਲੋਲੀਪੌਪ ਸੁਣ ਕੇ ਇੱਥੇ ਮੈਂ ਵੇਖਿਆ ਕਈ ਵਾਰੀ ਕੈਨੇਡਾ ਦੇ ਰੇਡੀਓ ਤੇ ਵੀ ਆ ਰਿਹਾ ਹੁੰਦਾ ਜੀ ਹਲਵਾਰਾ ਸ਼ੁਰੂ ਹੋ ਜਾਣਾ ਤੇ ਹੁਣ ਸਿੱਧਾ ਜਾਓਗੇ ਕੈਨੇਡਾ ਵੱਲ ਨੂੰ। ਹੈਰਾਨੀ ਦੀ ਗੱਲ ਇਹ ਦੇਖੋ 2016 ਚ ਮੋਹਾਲੀ 에ਅਰਪੋਰਟ ਪਤਾ ਨਹੀਂ 1500 ਕਰੋੜ ਦਾ ਬਣਿਆ। ਗਿੱਲ ਸਾਹਿਬ ਉਹਦਾ ਰਨਵੇ ਜਿਹੜਾ ਸੀ ਨਾ, ਉਹ ਵੱਡਾ ਜਹਾਜ਼ ਲੈਂਡ ਹੀ ਨਹੀਂ ਕਰਾ ਸਕਦਾ, ਤੇ ਕੈਨੇਡਾ ਨੂੰ ਫਲਾਈਟ ਕਿੱਥੋਂ ਚੱਲ ਪੈਣੀ ਸੀ। ਦੂਜੀ ਗੱਲ, ਉੱਥੇ ਇਮੀਗ੍ਰੇਸ਼ਨ ਹੀ 2 ਸਾਲ ਬਾਅਦ ਬਣੀ ਜਦੋਂ ਕੋਰਟ ਨੇ ਇੰਟਰਵੈਂਸ਼ਨ ਕੀਤੀ ਹੈ, ਤੇ ਫਿਰ ਉੱਥੋਂ ਮੋਹਾਲੀ ਤੋਂ ਦੁਬਈ ਦੀ ਫਲਾਈਟ ਸ਼ੁਰੂ ਹੋਈ ਹੈ, ਤੇ ਇਹ ਇੰਟਰਨੈਸ਼ਨਲ 에ਅਰਪੋਰਟ ਉਦਘਾਟਨ ਕਰਤਾ, ਤੇ ਕਾਹਦਾ 에ਅਰਪੋਰਟ ਹੋਇਆ। ਤੀਜੀ ਗੱਲ, ਪੰਜਾਬੀਆਂ ਨੂੰ ਪਤਾ ਹੀ ਨਹੀਂ ਹੈ ਕਿ ਜੇ ਬਾਹਰ ਦੀਆਂ 에ਅਰਲਾਈਨਾਂ, ਸਾਨੂੰ ਬੜੇ ਮੈਸੇਜ ਆਉਂਦੇ ਆ ਕਿ ਸਮੀਰ ਜੀ ਕਾਲ ਇੱਕ ਆ ਰਹੀ ਹੈ, ਕੋਸ਼ਿਸ਼ ਕਰੀਏ ਸ਼ਾਇਦ ਆਪਣੇ ਨਾਲ ਸੰਬੰਧਿਤ ਗੱਲ ਹੋਵੇ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦਰਸ਼ਕ ਹੀ ਹੰਸਪਾਲ ਬੋਲਦਾ ਜੀ। ਹਾਂ ਹੰਸਪਾਲ ਜੀ, ਸਤਿ ਸ਼੍ਰੀ ਅਕਾਲ, ਵੈਲਕਮ। ਹਾਂਜੀ, ਮੇਰੇ ਕੰਪਾਰਾ ਸਾਹਿਬ ਨੂੰ ਇੱਕ ਸਵਾਲ ਇਹ ਵੀ ਹੈ। ਹਾਂਜੀ, ਖਾਲੀ ਤੇ ਸਾਡਾ ਜਿਹੜਾ ਰੋਡ ਦੇ ਰਾਹੀਂ ਕਨੈਕਸ਼ਨ ਸੀ ਪਾਕਿਸਤਾਨ ਨਾਲ ਪੰਜਾਬ ਦਾ, ਬਿਲਕੁਲ ਬੰਦ ਕੀਤਾ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਜਿਹੜਾ ਇਹ ਹੈਗਾ ਨਾ, ਆਪਣੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ, ਇਹਦੇ
ਜੀ ਬੇਸਿਕਲੀ ਉਹ ਇਹਨਾਂ ਸਪੈਸ਼ਲੀ ਜਿਹੜੀਆਂ ਸਾਡੀਆਂ ਧਾਰਮਿਕ ਯਾਤਰਾਵਾਂ ਲਈ ਨਹੀਂ ਬਣਾਇਆ ਗਿਆ ਜੀ। ਹੂੰ ਇਹ ਬੇਸਿਕਲੀ ਵਪਾਰ ਕਰਨ ਲਈ ਬਣਾਇਆ ਗਿਆ ਹੈ। ਤੇ ਜਦੋਂ ਇਹਦੇ ਉੱਤੇ ਵਪਾਰ ਖੁੱਲੇਗਾ ਕਿ ਉਦੋਂ ਅੰਮ੍ਰਿਤਸਰ ਦੇ ਹਵਾਈ ਅੱਡੇ ਦੀ ਵੀ ਅਹਿਮੀਅਤ ਵਧੇਗੀ। ਮੇਰਾ ਇਹ ਬਹੁਤ ਬੇਸਿਕ ਸਵਾਲ ਸੀ ਕਿ ਜਿਹੜਾ ਦਿੱਲੀ ਅੰਮ੍ਰਿਤਸਰ ਕਟਰਾ ਹਾਈਵੇ ਬਣਿਆ ਹੈ, ਇਹ ਕੋਈ ਇਹਨਾਂ ਯਾਤਰੂਆਂ ਦੇ ਨਹੀਂ ਇੰਨਾ ਪੈਸਾ ਖਰਚ ਕਰ ਰਹੇ। ਬੇਸਿਕਲੀ ਇਹਨਾਂ ਨੇ ਸਾਊਥ ਏਸ਼ੀਆ ਦੇ ਵਿੱਚ ਆਪਣਾ ਵਪਾਰ ਚਲਾਉਣਾ ਹੈ ਐਮਐਨਸੀ ਨੇ। ਉਦੋਂ ਸਿਰਫ ਸਾਡਾ ਕਨੈਕਸ਼ਨ ਜਿਹੜਾ ਨੀਅਰੈਸਟ ਹੋਏਗਾ ਵਾਘਾ ਦੇ ਨਹੀਂ ਹੋਏਗਾ ਜਾਂ ਝਾਨੀ ਵਾਲੇ ਦੇ ਨਹੀਂ ਹੋਏਗਾ। ਔਰ ਇਹ ਕਿ ਉਹਦਾ ਜਿਹੜਾ ਸਾਡੇ ਹਵਾਈ ਅੱਡੇ ਦੇ ਉੱਤੇ ਵੀ ਪ੍ਰਭਾਵ ਪਏਗਾ ਕਿਉਂਕਿ ਇਹਦੇ ਕੋਲ ਅੰਕੜੇ ਬਣੇਗੇ ਸਮੀਪ ਸਿੰਘ ਜੀ ਕੋਲ। ਜੀ ਸੋ ਮੇਰਾ ਇਹ ਬੇਸਿਕ ਸਵਾਲ ਸੀਗਾ। ਜੀ ਅਸੀਂ ਲੈਨੇ ਹਾਂ ਹੰਸਪਾਲ ਜੀ, ਜਰੂਰ ਹਾਂਜੀ ਜਰੂਰ ਪੁੱਛਦੇ ਹਾਂ ਉਹਨਾਂ ਨੂੰ, ਸਾਰੀ ਗੱਲ ਪੁੱਛਦੇ ਹਾਂ। ਇਹ ਹੰਸਪਾਲ ਜੀ ਵੀ ਅੰਮ੍ਰਿਤਸਰ ਤੋਂ ਨੇ ਜੀ, ਗੁਰੂ ਨਾਨਕ ਯੂਨੀਵਰਸਿਟੀ ਦੇ ਵਿੱਚ ਇੰਜੀਨੀਅਰ ਸੀਗੇ, ਐਸਯੂ ਉੱਥੋਂ ਰਿਟਾਇਰ ਹੋ ਕੇ ਆਏ ਨੇ, ਅੱਜ ਕੱਲ੍ਹ ਟੋਰਾਂਟੋ 'ਚ ਨੇ ਤੇ ਬੜੇ ਪਿਆਰੇ ਮਿੱਤਰ ਨੇ ਔਰ ਬੜੀ ਸੂਝ ਰੱਖਦੇ ਇਹਨਾਂ ਚੀਜ਼ਾਂ ਦੀ। ਗੱਲ ਉਹਨਾਂ ਦੀ ਦਰੁਸਤ ਹੈ, ਕੱਲਾ ਇੱਕ ਹੀ ਹਾਈਵੇ ਨਹੀਂ, ਮੈਂ ਉਹਨੂੰ ਟੋਕਣਾ ਨਹੀਂ ਸੀ ਚਾਹ ਰਿਹਾ, ਚਾਰ ਹਾਈਵੇ ਅੰਮ੍ਰਿਤਸਰ ਦੇ ਵਿੱਚੋਂ ਲੰਘਣ ਲੱਗੇ ਆ। ਮੈਨੂੰ ਤਾਂ ਲੱਗਦਾ ਸਾਡੇ ਕੋਲ ਜਿਹੜੀ ਫਰਟਾਈਲ ਲੈਂਡ ਆ ਕਣਕ ਝੋਨਾ ਬੀਜਣ ਵਾਲੀ ਉਹ ਹੀ ਨਹੀਂ ਰਹਿਣੀ ਆਉਣ ਵਾਲੇ ਸਮੇਂ 'ਚ, ਇੰਨੇ ਇੱਕ ਹਾਈਵੇ ਬਣ ਰਹੇ ਆ। ਇੱਥੋਂ ਤੱਕ ਅੱਜ ਹੀ ਮੈਂ ਸਵੇਰੇ ਗੱਲ ਕਰ ਰਿਹਾ ਸੀ, ਆਪਾਂ ਆਫ ਦੀ ਏਅਰ ਗੱਲ ਵੀ ਕੀਤੀ ਸੀ, ਅੰਮ੍ਰਿਤਸਰ ਵਿਕਾਸ ਸਮਾਜ ਦੇ ਜਿਹੜੇ ਮੌਜੂਦਾ ਸਕੱਤਰ ਨੇ, ਇੱਕ ਭਾਰਤ ਵਾਲਾ ਸਕੀਮ ਵੀ ਚੱਲ ਰਹੀ ਆ, ਉਹਦੇ ਵਿੱਚ ਵੀ ਬਹੁਤ ਸਾਰੀਆਂ ਡਿਵੈਲਪਮੈਂਟ ਹੋ ਰਹੀਆਂ। ਇੱਕ ਸੜਕ ਜਿਹੜੀ ਆ ਇਹਨਾਂ 4 ਹਾਈਵੇ ਤੋਂ ਵੱਖਰੀ, ਤੁਸੀਂ ਇੰਜ ਕਹਿ ਸਕਦੇ ਹੋ ਆਊਟਰ ਸਰਕੂਲਰ ਰੋਡ ਟਾਈਪ, ਜਿਹੜੀ ਝਬਾਲ ਤੋਂ ਸ਼ੁਰੂ ਹੋ ਕੇ ਉੱਪਰੋਂ ਰਾਜਾ ਸਾਸੀ ਕੁਕੜਾ ਵਾਲੇ ਤੋਂ ਹੋ ਕੇ ਅਦਲੀ ਵਾਲਾ ਲੰਘ ਕੇ ਉਹ ਜਗਦੇਵ ਕਲਾਂ ਵਾਲੀ ਰੋਡ ਲੁਹਾਰਕਾ ਤੋਂ ਕ੍ਰਾਸ ਕਰਦੀ ਹੋਈ ਉਹ ਫੇਰ ਬਾਨਾ ਵਾਲੇ ਪਹੁੰਚਣੀ ਆ। ਮਤਲਬ ਇੰਨੀਆਂ ਸੜਕਾਂ ਬਣ ਰਹੀਆਂ ਤੇ ਇਹ ਸਾਰਾ ਕੁਝ ਬੜੀ ਦੂਰ ਅੰਦੇਸ਼ੀ ਨਾਲ ਹੁੰਦਾ, ਐਵੇਂ ਤੇ ਸਰਕਾਰਾਂ ਇਹ ਕਰਦੀਆਂ ਨਹੀਂ। ਜਿਹੜਾ ਕਾਰਪੋਰੇਟ ਹੈ ਉਹਨਾਂ ਨੇ ਆਉਣ ਵਾਲੇ 20 ਸਾਲ ਤੱਕ ਵੀ ਸੋਚਣਾ ਹੈ ਵੀ ਜਿਹੜਾ ਖਾਸ ਕਰਕੇ ਮਿਡਲ ਈਸਟ ਆ, ਮਿਡਲ ਈਸਟ ਦੇ ਵਿੱਚ ਆਪਾਂ ਵੇਖਦੇ ਆ ਕਿ ਜਿਹੜੇ ਉਹਨਾਂ ਦੇ ਊਰਜਾ ਦੇ ਸੋਮੇ ਆ, ਪੈਟਰੋਲੀਅਮ ਹੈ, ਉਹਦੀ ਡਿਪੈਂਡੈਂਸੀ ਘਟ ਜਾਣੀ ਅੱਗੇ ਚੱਲ ਕੇ। ਫੂਡ ਤੇ ਉਹਨਾਂ ਨੂੰ ਚਾਹੀਦਾ ਹੈ। ਇੱਕ ਪਾਸੇ ਸੀ ਪੈਕ ਦੇ ਥਰੂ ਚਾਈਨਾ ਪੂਰਾ ਜ਼ੋਰ ਲਾ ਰਿਹਾ, ਦੂਜੇ ਪਾਸੇ ਇਹ ਸਾਰੇ ਕਾਰਪੋਰੇਟ ਏਜੰਟ ਜਿਹੜਾ ਉਹਨਾਂ ਨੂੰ ਇਹ ਵੀ ਲੱਗ ਰਿਹਾ ਕਿ ਸਾਡੇ ਪ੍ਰੋਡਕਟ ਵੀ ਉੱਥੇ ਜਾਣੇ ਚਾਹੀਦੇ ਆ। ਗੱਲਾਂ ਉਹ ਠੀਕ ਨੇ ਹੰਸਪਾਲ ਦੀਆਂ, ਤੇ ਪਰ ਨਾਲ ਦੀ ਨਾਲ ਇਹ ਆ ਵੀ ਸਭ ਕੁਝ ਦੇ ਬਾਵਜੂਦ ਜਿਹੜੀਆਂ ਸਾਡੀਆਂ ਬੁਨਿਆਦੀ ਮੰਗਾਂ ਨੇ, ਇਹ ਨਾ ਹੋਵੇ ਕਿ ਜੇ 에ਅਰਪੋਰਟ ਸੜਕਾਂ ਵੀ ਬਣ ਜਾਣ ਤੇ ਫੇਰ ਵੀ ਪੰਜਾਬੀਆਂ ਦਾ ਵਪਾਰ ਉਹ ਸੜਕ ਤੋਂ ਹੋਵੇ ਨਾ, ਸਿੱਧਾ ਜਾਮਨਗਰ ਤੋਂ ਹੀ ਹੁੰਦਾ ਰਹੇ। ਜੇ ਵਾਘਾ ਬਾਰਡਰ ਦੇ ਥਰੂ ਵਪਾਰ ਨਹੀਂ ਹੋ ਸਕਦਾ ਤੇ ਉਹ ਹਾਈਵੇ ਵੀ ਇਦਾਂ ਬਣਾ ਦੇਣ ਵੀ ਇੱਥੇ ਰੁਕਣ ਦੀ ਲੋੜ ਹੀ ਨਹੀਂ, ਸਿੱਧੇ ਲੰਘ ਜਾਓ ਤੇ ਇਹਦੀ ਤੁਹਾਡੀ ਚੈਕਿੰਗ ਚੁਕਿੰਗ ਵੀ ਪਿੱਛੇ ਕਰ ਲਿਆ ਕਰਾਂਗੇ ਦਿੱਲੀ ਤੇ ਤੁਸੀਂ ਕ੍ਰਾਸ ਕਰ ਜਾਓ ਸਿੱਧਾ ਹੀ। ਪੰਜਾਬ ਨੂੰ ਤੇ ਕੋਈ ਫਾਇਦਾ ਨਹੀਂ ਨਾ ਕਰਨ ਦਾ। ਹਾਂਜੀ ਜੀ, ਇਹ ਗੱਲ ਜਿਹੜੀ ਤੁਸੀਂ ਪਹਿਲੀ ਗੱਲ ਕਹੀ ਕਿ ਅੰਮ੍ਰਿਤਸਰ ਹਵਾਈ ਅੱਡੇ ਨੂੰ ਫਾਇਦਾ, ਇਹ ਤੇ ਉਲਟਾ ਪੰਜਾਬ ਸਰਕਾਰ ਮਸ਼ਹੂਰੀ ਕਰ ਰਹੀ ਹੈ। ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਅਸੀਂ ਵੀ ਕਹਿ ਰਹੇ ਹਾਂ ਲੁਧਿਆਣਿਓਂ ਅੰਮ੍ਰਿਤਸਰ ਹਵਾਈ ਅੱਡਾ ਤੁਸੀਂ ਸਿਰਫ 1.5 ਘੰਟੇ 'ਚ ਪਹੁੰਚ ਜਾਓਗੇ, ਜਿਹੜੀ ਆਊਟਰ ਸਰਕੂਲਰ ਰੋਡ ਵੀ ਬਣ ਰਹੀ ਹੈ। ਤੇ ਉਲਟਾ ਪੰਜਾਬ ਸਰਕਾਰ ਵੱਲੋਂ ਕਹਿ ਰਹੇ ਕਿ ਐਕਸਪ੍ਰੈਸਵੇ ਬਣਨ ਨਾਲ ਤੁਸੀਂ ਪੰਜਾਬ ਤੋਂ ਦਿੱਲੀ ਸਿਰਫ 2 ਘੰਟੇ 3 ਘੰਟੇ 'ਚ ਪਹੁੰਚ ਜਾਓਗੇ। ਪੰਜਾਬ ਸਰਕਾਰ ਇਹ ਨਹੀਂ ਕਹਿੰਦੀ ਪਈ ਕਿ ਇਹ ਹਾਈਵੇ ਬਣਨ ਨਾਲ ਪੰਜਾਬ ਦੇ ਕਿਸੇ ਹਿੱਸੇ ਤੋਂ ਅਸੀਂ ਜਿਹੜਾ ਲੁਧਿਆਣਿਓਂ ਆਹ ਥਾਵਾਂ ਤੋਂ ਅਸੀਂ ਅੰਮ੍ਰਿਤਸਰ ਹਵਾਈ ਅੱਡੇ ਜਲਦੀ ਪਹੁੰਚ ਜਾਵਾਂਗੇ। ਇਸ ਤੋਂ ਵੱਡੀ ਸਾਡੀ ਤਰਾਸਦੀ ਕੀ ਹੋ ਸਕਦੀ ਹੈ। ਦੂਜੀ ਗੱਲ ਜਿਹੜੀ ਕੀਤੀ ਹੈ ਕਿ ਜਿਹੜਾ ਰੋਡ ਖੁੱਲੇਗਾ, ਹਾਂਜੀ ਇਹ ਜੀ ਆਲਰੇਡੀ ਕੁਝ ਲੋਕ ਸਾਨੂੰ ਕਹਿੰਦੇ ਨੇ ਕਿ ਅਸੀਂ ਕੈਨੇਡੀਅਨ ਸਿਟੀਜ਼ਨ ਆ, ਅਸੀਂ ਪਾਕਿਸਤਾਨ ਚਲੇ ਜਾਂਦੇ ਹਾਂ, ਲਾਹੌਰ ਬਹੁਤ ਫਲਾਈਟਸ ਆ, ਉੱਥੋਂ ਅਸੀਂ ਵਾਘਾ ਕ੍ਰਾਸ ਕਰ ਲਾਂਗੇ। ਨਹੀਂ ਜੀ, ਇਹ ਕੰਮ ਇੰਨਾ ਸੌਖਾ ਨਹੀਂ ਹੈ। ਅਸੀਂ ਅਰਦਾਸ ਕਰੀਏ ਕਿ ਕੰਮ ਹੋ ਜਾਏ ਇੱਦਾਂ ਸੌਖਾ ਜਿੱਦਾਂ ਕੈਨੇਡਾ ਦਾ ਬਾਰਡਰ ਹੈ, ਅਸੀਂ ਡਿਟਰੋਇਟ ਇੱਥੇ ਵਿੰਡਸਰ ਜਾਂ ਇੱਧਰ ਆ ਜਾਂਦੇ ਹਾਂ, ਪਰ ਇਹ ਕੰਮ ਇੰਨਾ ਸਿੱਧਾ ਨਹੀਂ ਹੈ। ਕੁਝ 에ਅਰਲਾਈਨਸ ਨੂੰ ਜਦੋਂ ਅਸੀਂ ਨਕਸ਼ਾ ਵੀ ਦਿਖਾਇਆ ਸੀ, ਉਹ ਕਹਿੰਦੇ ਸੀ ਕਿ ਸਾਡੀਆਂ ਪਾਕਿਸਤਾਨ ਫਲਾਈਟ ਜਾਂਦੀਆਂ ਵਾ ਤੇ ਤੁਸੀਂ ਉੱਥੋਂ ਆ ਸਕਦੇ ਜੇ। ਨਹੀਂ, ਉਹ ਇਸ ਤਰ੍ਹਾਂ ਕੁਝ ਅਲਾਓ ਨਹੀਂ ਹੈ ਕਿ ਤੁਸੀਂ ਦੋਵੇਂ ਪਾਸੇ ਇਸ ਤਰ੍ਹਾਂ ਕਰ ਸਕੋ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਪਰ ਇਹਦਾ ਜ਼ਰੂਰ ਫਾਇਦਾ ਜਿਹੜਾ ਬਾਈ ਰੋਡ ਹੈ ਟ੍ਰੇਡ ਨੂੰ, ਜੋ ਸਾਡਾ ਵਿਜ਼ਨ ਹੈ ਜ਼ਰੂਰ ਹੋ ਸਕਦਾ ਹੋਵੇ, ਪਰ ਹਵਾਈ ਅੱਡੇ ਲਈ ਇਸ ਸਮੇਂ ਇੰਨਾ ਫਾਇਦਾ ਨਹੀਂ, ਸਗੋਂ ਉਲਟਾ ਸਾਨੂੰ ਕੁਝ ਲੋਕ ਕਹਿ ਰਹੇ ਨੇ ਕਿ ਨੁਕਸਾਨ ਹੋਏਗਾ। ਲੋਕ ਲੁਧਿਆਣੇ ਪਟਿਆਲੇ ਕਹਿਣਗੇ ਅਸੀਂ ਦਿੱਲੀ ਪਹੁੰਚ ਜਾਈਏ, ਕਿਉਂਕਿ ਗਿੱਲ ਸਾਹਿਬ ਦਿੱਲੀ ਨੂੰ ਫਲਾਈਟਾਂ ਬੜੀਆਂ ਨੇ ਤੇ ਉੱਥੋਂ ਸਸਤੀਆਂ ਟਿਕਟਾਂ ਮਿਲ ਜਾਂਦੀਆਂ ਨੇ। $20 ਬਚਾਉਣ ਪਿੱਛੇ ਸਾਡੇ ਪੰਜਾਬੀ ਜਿਹੜੇ ਨੇ ਦਿੱਲੀ ਨੂੰ ਜਾਂਦੇ ਨੇ। ਫਿਰ ਉਹਨਾਂ ਨੇ ਕਹਿਣਾ ਯਾਰ ਦਿੱਲੀੋਂ ਅਸੀਂ 3 ਘੰਟੇ 'ਚ ਪਹੁੰਚ ਜਾਣੇ ਲੁਧਿਆਣੇ, ਤੇ ਫਿਰ ਉਹਨਾਂ ਨੇ ਅੰਮ੍ਰਿਤਸਰ ਕਿੱਥੋਂ ਆਉਣਾ ਜੇ ਉਹਨਾਂ ਕੋਲ ਆਪਸ਼ਨਸ ਦਿੱਲੀ ਜਾਣ ਦੀਆਂ ਬਹੁਤ ਨੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਕੱਲ ਨੂੰ ਸਾਡੇ ਲਈ ਰੁਕਾਵਟ ਵੀ ਖੜੀ ਕਰ ਸਕਦੀਆਂ ਜੇਕਰ ਪੰਜਾਬ ਸਰਕਾਰ ਨੇ ਇਸ ਨੂੰ ਚੰਗੀ ਤਰ੍ਹਾਂ ਪ੍ਰਮੋਟ ਨਹੀਂ ਕੀਤਾ। ਜਿਹੜੀ ਤੁਸੀਂ ਗੱਲ ਕੀਤੀ ਹੈ ਜਗਦੇਵਾ, ਇੱਥੋਂ ਲੋਕੀ ਅੰਮ੍ਰਿਤਸਰ ਕਟਰਾ ਜਾਂਦੇ ਨੇ, ਅੰਮ੍ਰਿਤਸਰ ਹਵਾਈ ਅੱਡਾ ਗਿੱਲ ਸਾਹਿਬ ਬੱਸ ਹੀ ਨਹੀਂ ਹੈਗੀ। ਤੁਸੀਂ ਇੱਥੇ ਵੇਖਦੇ ਰਹਿੰਦੇ ਜੀ, ਹੁਣ 500 ਰੁਪਏ 'ਚ ਬੱਸ 'ਚ ਆਓ ਜੀ, ਜਲੰਧਰ ਆਓ ਜੀ। ਪੰਜਾਬ ਸਰਕਾਰ ਨੇ ਸਰਕਾਰੀ ਬੱਸਾਂ ਲਾਤੀਆਂ, ਸੋ ਉਹਦੇ ਕਰਕੇ ਸਾਡੀ ਟ੍ਰੈਫਿਕ ਬਹੁਤ ਉੱਤੇ ਇਫੈਕਟ ਹੋ ਰਿਹਾ ਹੈ।
ਲੋਕ 500 ਰੁਪਏ ਦੀ ਬੱਸ ਲੈ ਕੇ ਜਲੰਧਰੋਂ ਲੁਧਿਆਣੇ ਅੰਮ੍ਰਿਤਸਰ ਜਾਣ ਦੇ ਵੀ ਦਿੱਲੀ ਚਲੇ ਜਾਂਦੇ ਨੇ। ਸੋ ਇਸ ਚੀਜ਼ ਦਾ ਉਲਟਾ ਨੁਕਸਾਨ ਕਰਵਾ ਰਹੀ ਹੈ ਸਾਡੀ ਆਪਣੀ ਪੰਜਾਬ ਸਰਕਾਰ। ਮੈਂ ਐਵੇਂ ਕਈ ਲੋਕ ਲਿਖ ਦਿੰਦੇ ਨੇ ਕਈ ਵਾਰੀ ਕਮੈਂਟ 'ਚ ਕਿ ਤੁਸੀਂ ਪੰਜਾਬ ਸਰਕਾਰ ਦੀ, ਮੈਂ ਹੋਣ ਵਾਲੀ ਦੀ ਗੱਲ ਨਹੀਂ ਕਰ ਰਿਹਾ, ਸਾਰੀਆਂ ਜਿੰਨੀਆਂ ਆਈਆਂ ਉਹਨਾਂ ਸਾਰਿਆਂ ਦੀ ਗੱਲ ਕਰ ਰਿਹਾ। ਹੁਣ ਦੀ ਸਰਕਾਰ ਸੁਣਨ ਦੇ ਸਪੋਰਟ ਰਹੇ ਨਾ ਸੋਚਣ ਕਿ ਮੈਂ ਪੰਜਾਬ ਸਰਕਾਰ ਦੇ ਖਿਲਾਫ ਇਸ ਵੇਲੇ ਗੱਲ ਕਰ ਰਹੇ ਹਾਂ। ਇਹ ਚੀਜ਼ਾਂ ਜਿਹੜੀਆਂ ਨੇ ਪਿਛਲੀਆਂ ਸਰਕਾਰਾਂ ਦੀ, ਜਿਹੜੀ ਤੁਸੀਂ ਗੱਲ ਕੀਤੀ ਹਵਾਈ ਅੱਡੇ ਖੜੇ ਕਰ ਦਿੱਤੇ ਚਿੱਟੇ ਹਾਥੀ, ਪਰ ਕੋਈ ਪਾਲਿਸੀ ਨਹੀਂ ਹੈਗੀ। ਹਰ ਸਟੇਟ ਗਵਰਨਮੈਂਟ ਇਹ ਸਭ ਪ੍ਰਮੋਟ ਕਰਦੀ ਹੈ। ਰਾਜਸਥਾਨ ਦੀ ਟੂਰਿਜ਼ਮ ਦੀ ਵੈਬਸਾਈਟ ਤੇ ਅੱਜ ਜਾਓ, ਤੁਸੀਂ ਹੈਰਾਨ ਹੋ ਜਾਓਗੇ ਦੇਖ ਕੇ ਜਿਹੜੇ ਜੈਪੁਰ ਰਾਜਸਥਾਨ ਜਿਹੜੀ ਥਾਵਾਂ ਤੇ ਨੇ। ਪਰ ਸਾਡੇ ਟੂਰਿਜ਼ਮ ਪੰਜਾਬ ਟੂਰਿਜ਼ਮ ਮੰਤਰੀ ਸਾਹਿਬ ਜਿਹੜੇ ਨਵੇਂ ਬਣੇ ਨੇ, ਉਹਨਾਂ ਨੂੰ ਪਤਾ ਹੀ ਨਹੀਂ, ਉਧਰੋਂ ਦੇ ਮੰਤਰੀ ਨੇ ਕਦੀ ਅੰਮ੍ਰਿਤਸਰ ਆ ਕੇ ਵੇਖਿਆ ਨਹੀਂ ਹਾਲ ਕੀ ਹੈ ਟੂਰਿਜ਼ਮ ਦਾ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਇਹ ਹਰ ਗੱਲ ਨੂੰ ਸੈਂਟਰ ਨੂੰ ਬਲੇਮ ਕਰਨਾ, ਮੇਰੇ ਖਾਸ ਕਰਕੇ ਜਿਹੜੇ ਸੁਣਨ ਵਾਲੇ ਨੇ, ਉਹ ਠੀਕ ਨਹੀਂ ਹੈਗਾ। ਆਪਣੀ ਸਰਕਾਰ ਨੂੰ ਹੋਰ ਨਹੀਂ ਕੁਝ ਤੇ ਅਸੀਂ 3 ਮਹੀਨੇ ਮੈਨੂੰ ਹੋ ਗਏ ਨੇ ਰਾਤੀ ਕਾਲ ਕਰ ਚੰਡੀਗੜ੍ਹ, ਤੁਸੀਂ ਘੱਟੋ ਘੱਟ ਬੱਸ ਹੀ ਲਵਾ ਦਿਓ ਹਰਿਮੰਦਰ ਸਾਹਿਬ ਨੂੰ, ਦਰਬਾਰ ਸਾਹਿਬ ਤੱਕ ਜਿਹੜੀ BRTS ਚਾਲੂ ਕੀਤੀ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਪੰਜਾਬ ਸਰਕਾਰ ਦੀਆਂ ਪਾਲਿਸੀਜ਼ ਕਰਕੇ ਜਿਹੜੇ 에ਅਰਪੋਰਟ ਨੇ ਕਾਮਯਾਬ ਨਹੀਂ ਹੋਏ। ਨਵੇਂ 에ਅਰਪੋਰਟ ਬਣਾਉਣ ਨਾਲ ਕੁਝ ਨਹੀਂ ਹੋਣਾ। ਦੂਜੀ ਗੱਲ, ਮੈਂ ਟੈਕਨੀਕਲ ਹੰਸਪਾਲ ਸਾਹਿਬ ਵੀ ਜਿਹੜੇ ਜੁੜੇ ਨੇ, ਪੰਜਾਬੀਆਂ ਨੂੰ ਗੱਲ ਪਤਾ ਨਹੀਂ ਹੈ ਕਿ ਹਵਾਈ ਅੱਡੇ ਬਣਨ ਨਾਲ ਫਲਾਈਟਾਂ ਨਹੀਂ ਸ਼ੁਰੂ ਹੁੰਦੀਆਂ, ਕਮਰਸ਼ੀਅਲ ਵਾਇਬਿਲਿਟੀ। ਦੂਜੀ ਗੱਲ, ਸਾਨੂੰ ਰੋਜ਼ ਮੈਸੇਜ ਆਉਂਦੇ ਜੀ ਐਮੀਰੇਟਸ ਨਾਲ ਗੱਲ ਕਰੋ, ਇਹਦੇ ਨਾਲ ਗੱਲ ਕਰੋ। ਉਹ ਕਈ ਵਾਰੀ ਸੋਚ ਲੈਂਦੇ ਮੈਂ 에ਅਰਪੋਰਟ ਤੇ ਕੰਮ ਕਰਦਾ ਤੇ ਜਦੋਂ ਤੱਕ ਇੱਕ ਮੁਲਕ ਕੋਲ ਦੂਜੇ ਮੁਲਕ ਦੇ ਹਵਾਈ ਅੱਡੇ ਤੇ ਜਾਣ ਲਈ ਹਵਾਈ ਸਮਝੌਤੇ ਨਹੀਂ ਹਨ, ਜੋ ਕਿ ਹੁਣ ਕੈਨੇਡਾ ਤੁਹਾਡੇ ਰੌਲਾ ਪਿਆ ਵਾ ਕਿ ਅੰਮ੍ਰਿਤਸਰ ਨਹੀਂ ਪਾਇਆ ਗਿਆ। ਜੀ ਹਾਂ, ਨੈਕਸਟ ਸਵਾਲ ਮੇਰਾ ਇਹੀ ਸੀ ਤੁਹਾਨੂੰ ਵੀ, ਇੱਕ ਸਮਝੌਤੇ ਕੀ ਆ ਤੇ ਇਸ ਸਮਝੌਤੇ 'ਚ ਕੀ ਹੋਇਆ। ਚਲੋ ਸ਼ੁਰੂ ਕੀਤਾ, ਇਹ ਦੱਸ ਹੀ ਦਿਓ ਥੋੜਾ ਜਿਹਾ। ਹਾਂਜੀ, ਹਵਾਈ ਸਮਝੌਤੇ ਹੁੰਦੇ ਨੇ ਕਿ ਜਦੋਂ ਦੋ ਮੁਲਕ ਬੈਠਦੇ ਨੇ ਤੇ ਬੈਠ ਕੇ ਉਹ 'ਚ ਲਿਖਿਆ ਜਾਂਦਾ ਵਾ ਕਿ ਇਸ ਮੁਲਕ ਦੇ ਇਹਨਾਂ ਹਵਾਈ ਅੱਡਿਆਂ ਤੋਂ ਜਿਹੜੇ ਵੀ ਹੈਗੇ, ਦੂਜੇ ਮੁਲਕ ਦੇ ਕਿੰਨੇ ਹਵਾਈ ਅੱਡਿਆਂ ਤੋਂ ਤੁਸੀਂ ਜਾ ਸਕਦੇ ਤੇ ਕਿੰਨੀਆਂ ਫਲਾਈਟਾਂ ਲੈ ਕੇ ਆ ਸਕਦੇ ਜੇ। ਹੁਣ ਮੈਂ ਸਿੰਪਲ ਐਗਜ਼ਾਮਪਲ ਦੇ ਦਿੰਦਾ, ਤੁਹਾਡੇ ਜਿਹੜੇ ਹੁਣ ਕੈਨੇਡਾ ਤੇ ਭਾਰਤ ਦੇ ਹਵਾਈ ਸਮਝੌਤੇ ਹੋਏ ਨੇ, ਉਹ 'ਚ ਮੰਤਰੀ ਸਾਹਿਬ ਨੇ ਟੋਰਾਂਟੋ 에ਅਰਪੋਰਟ ਤੇ ਤੁਹਾਡੇ MP ਸਾਹਿਬ ਵੀ ਜਿਹੜੇ ਪੰਜਾਬੀ ਨੇ ਬੜੀ ਖੁਸ਼ੀ ਨਾਲ ਦੱਸਿਆ ਕਿ ਹੁਣ ਅਸੀਂ ਅਨਲਿਮਿਟਿਡ ਫਲਾਈਟਾਂ ਦੋਵੇਂ ਮੁਲਕਾਂ ਵਿਚਕਾਰ ਆਪਰੇਟ ਕਰ ਸਕਦੀਆਂ 에ਅਰਲਾਈਨਾਂ। ਪਰ ਇੱਕ ਗੱਲ ਜਿਹੜੀ ਥੱਲੇ ਕਹਿੰਦੇ ਨਾ ਛੋਟਾ ਜਿਹਾ ਲਿਖ ਦਿੰਦੇ ਟਰਮਸ ਐਂਡ ਕੰਡੀਸ਼ਨਸ, ਜੀ ਉਹ ਪੰਜਾਬੀਆਂ ਨੇ ਪੜ੍ਹੀ ਨਹੀਂ। ਮੈਨੂੰ ਮੈਸੇਜ ਆਣੇ ਸ਼ੁਰੂ ਵਧਾਈ ਹੋਵੇ ਜੀ ਹੁਣ ਅਨਲਿਮਿਟਿਡ ਫਲਾਈਟਸ ਹੋ ਜਾਣਗੀਆਂ, ਕੋਈ ਰਿਸਟ੍ਰਿਕਸ਼ਨਸ ਨਹੀਂ ਹੋਣਗੀਆਂ। ਨਹੀਂ, ਸਮਝੌਤਿਆਂ 'ਚ ਲਿਖਿਆ ਵਾ ਕਿ ਕੈਨੇਡਾ ਦੀਆਂ 에ਅਰਲਾਈਨਾਂ ਕੈਨੇਡਾ ਦੇ ਕਿਸੇ ਵੀ ਹਵਾਈ ਅੱਡੇ ਤੋਂ ਭਾਰਤ ਦੇ ਸਿਰਫ 6 ਹਵਾਈ ਅੱਡਿਆਂ ਤੇ ਜਾ ਸਕਦੀ ਆ। ਦਿੱਲੀ, ਮੁੰਬਈ, ਬੈਂਗਲੌਰ, ਕੋਲਕਾਤਾ, ਚੇਨਈ ਤੇ ਹੈਦਰਾਬਾਦ। ਕੋਲਕਾਤਾ ਜਾਂ ਕਿੱਦਾਂ, ਉੱਥੇ ਇੱਥੇ ਰਹਿੰਦੇ ਨਹੀਂ ਬਹੁਤੇ ਬੰਦੇ ਤੁਹਾਡੇ ਕੈਨੇਡਾ 'ਚ। ਪਰ ਇਹ ਹਵਾਈ ਸਮਝੌਤਿਆਂ 'ਚ ਪਾਇਆ ਅਨਲਿਮਿਟਿਡ ਫਲਾਈਟ। ਪਹਿਲਾਂ 35 ਫਲਾਈਟਾਂ ਸੀਗੀਆਂ ਹਫਤੇ ਦੀਆਂ, ਇੱਧਰੋਂ ਜਾ ਸਕਦੀਆਂ ਸੀ 35 ਉੱਧਰੋਂ। ਤੇ ਕੈਨੇਡਾ ਸਰਕਾਰ ਵੱਲੋਂ ਇਹ ਕੀਤਾ ਗਿਆ ਕਿ ਭਾਰਤ ਦੀ ਕੋਈ ਵੀ 에ਅਰਲਾਈਨ ਭਾਰਤ ਦੇ ਵੀ ਕਿਸੇ ਹਵਾਈ ਅੱਡੇ ਤੋਂ, ਇਹ ਨਾ ਸੋਚੋ ਕਿ ਇਹ ਉਹ 6 ਹਵਾਈ ਅੱਡਿਆਂ ਤੋਂ ਹੀ, ਭਾਰਤ ਦੇ ਕਿਸੇ ਵੀ ਹਵਾਈ ਅੱਡਿਆਂ ਤੋਂ, ਜਿਸ 'ਚ ਅੰਮ੍ਰਿਤਸਰ ਵੀ ਹੈਗਾ, ਉਹ ਲਿਖਣਾ ਨਹੀਂ ਹੁੰਦਾ, ਪਰ ਉਹ ਕਿਸੇ ਵੀ ਭਾਰਤ ਦੇ ਹਵਾਈ ਅੱਡੇ ਤੋਂ ਕੈਨੇਡਾ ਦੇ 4 ਹਵਾਈ ਅੱਡੇ ਟੋਰਾਂਟੋ, ਵੈਨਕੂਵਰ, ਐਡਮਿੰਟਨ ਤੇ ਮੌਂਟਰੀਅਲ, ਪਲੱਸ ਐਨੀ 2 ਵਿਚ ਇੰਡੀਆ ਕੈਨ ਆਸਕ ਫॉर। ਤੇ ਮੇਰੀ 에ਅਰਲਾਈਨ ਕਹੇਗੀ ਨਾ ਭਾਰਤ ਸਰਕਾਰ ਨੂੰ ਕਿ ਅਸੀਂ ਕੈਲਗਰੀ ਨੂੰ ਜਾਣਾ ਚਾਹੁੰਦੇ ਨੇ, ਤੇ ਉਹ ਫਿਰ ਰਿਕੁਐਸਟ ਕਰਨਗੇ ਤੇ ਉਹ ਵੀ ਪੈ ਜਾਏਗਾ ਐਨੀ 2 ਵਿੱਚ। ਸੋ ਜਦੋਂ ਇਹ ਲੋਕਾਂ ਨੇ ਸਾਰਾ ਪੜ੍ਹਿਆ, ਪਹਿਲਾਂ ਲੋਕਾਂ ਨੇ ਸੋਚਿਆ ਕਿ ਅੰਮ੍ਰਿਤਸਰ ਭਾਰਤ ਦੀਆਂ ਵੀ 에ਅਰਲਾਈਨ ਨਹੀਂ ਆ ਸਕਦੀਆਂ। ਨਹੀਂ, ਉਹਨਾਂ ਨੇ ਦੇਖਿਆ ਕਿ ਅੰਮ੍ਰਿਤਸਰ ਹੈ ਹੀ ਨਹੀਂ। ਸੋ ਇਹਦਾ ਮੁੱਦਾ ਇਹ ਬਣਿਆ ਵਾ ਕਿ ਜੇਕਰ ਕੱਲ ਨੂੰ 에ਅਰ ਕੈਨੇਡਾ ਅੰਮ੍ਰਿਤਸਰ ਜਾਣਾ ਚਾਹੇ, ਉਹਨਾਂ ਨੇ ਕਦੀ ਕਿਹਾ ਨਹੀਂ ਹੈ, ਇਹਦਾ ਮਤਲਬ ਨਹੀਂ ਕਿ ਅੰਮ੍ਰਿਤਸਰ ਪੈਣ ਨਾਲ ਫਲਾਈਟ ਸ਼ੁਰੂ ਹੋ ਜਾਏਗੀ। ਕਾਫੀ ਇੱਥੇ ਮੀਡੀਆ 'ਚ ਵੀ ਆ ਰਿਹਾ ਕਿ ਸਭ ਕੁਝ ਤਿਆਰ ਸੀ ਜੀ, ਪਰ ਭਾਰਤ ਨਹੀਂ ਮੰਨਿਆ ਜਾਂ ਹੋਰ ਨਹੀਂ ਮੰਨੇ ਜਾਂ ਇਹਨਾਂ MPਆਂ ਨੇ ਮੰਗਿਆ ਨਹੀਂ, ਇਹਨਾਂ ਦੇ ਕੈਨੇਡਾ ਦੇ MPs ਨੇ। ਨਹੀਂ, ਇਹ ਸਿਰਫ ਹਵਾਈ ਸਮਝੌਤੇ ਨੇ। ਜੇ ਕੱਲ ਨੂੰ 에ਅਰ ਕੈਨੇਡਾ ਜਾਣਾ ਚਾਹਵੇ ਤੇ ਫਿਰ ਉਹ ਅੰਮ੍ਰਿਤਸਰ ਲਈ ਅਪਲਾਈ ਕਰ ਸਕਦੀ ਸੀ ਭਾਰਤ ਸਰਕਾਰ ਅੱਗੇ, ਜਿਹਨੂੰ ਸਲੋਟਸ ਕਹਿੰਦੇ ਨੇ, ਪੁਆਇੰਟ ਆਫ ਕਾਲ। ਹੁਣ ਉਹ ਨਹੀਂ ਪਿਆ ਤੇ ਹੁਣ ਕੱਲ ਨੂੰ ਜੇ ਜਾਣਾ ਚਾਹਵੇ ਤੇ ਡਿਪਲੋਮੈਟਿਕ ਲੈਵਲ ਤੇ ਗਿੱਲ ਸਾਹਿਬ ਗੱਲਬਾਤ ਹੋਏਗੀ। ਫਿਰ ਡਿਪਲੋਮੈਟਿਕ ਲੈਵਲ ਤੇ ਇਹੋ ਇਸ਼ੂ ਜਿਹੜੀ ਹੈ ਅੰਮ੍ਰਿਤਸਰ ਹਵਾਈ ਅੱਡੇ ਨੂੰ ਆ ਰਹੀ ਹੈ, ਜਿਹੜੀ 2009 'ਚ ਹਵਾਈ ਸਮਝੌਤੇ ਹੋਏ ਸਨ ਭਾਰਤ ਦੇ UAE ਦੇ ਨਾਲ, ਭਾਰਤ ਦੇ ਕੁਵੈਤ ਨਾਲ, ਨਵੇਂ ਹੋਏ ਨੇ 2009 ਵਿੱਚ, ਮਿਡਲ ਈਸਟਰਨ ਦੇ ਕਾਫੀ ਕੰਟਰੀਜ਼ ਨਾਲ। ਉਹਨਾਂ ਕਿਸੇ ਕੰਟਰੀਜ਼ ਨੂੰ ਕਤਰ ਤੋਂ ਇਲਾਵਾ ਅੰਮ੍ਰਿਤਸਰ ਦਾ ਹਵਾਈ ਸਮਝੌਤਾ ਪੁਆਇੰਟ ਆਫ ਕਾਲ ਮਿਲਿਆ ਹੀ ਨਹੀਂ। ਉਹ 에ਅਰਲਾਈਨਾਂ ਅੰਮ੍ਰਿਤਸਰ ਜਾ ਹੀ ਨਹੀਂ ਸਕਦੀਆਂ, ਚੰਡੀਗੜ੍ਹ ਵੀ ਨਹੀਂ ਜਾ ਸਕਦੀਆਂ। ਸੋ ਇਹ ਜਿਹੜੇ ਸਾਡੇ ਲੋਕ ਜਿਹੜੇ ਸੋਚਦੇ ਨੇ ਨਾ ਹਲਵਾਰਾ ਤੋਂ ਫਲਾਈਟ ਸ਼ੁਰੂ ਹੋ ਗਈ, ਅਸੀਂ ਐਮੀਰੇਟਸ ਨੂੰ ਕਵਾਂਗੇ, ਉਹਨੂੰ ਕਵਾਂਗੇ, ਨਹੀਂ, ਉਹ ਇੱਥੇ 에ਅਰਪੋਰਟ ਤੇ ਨਹੀਂ ਜਾ ਰਹੇ। ਤੇ ਭਾਰਤ ਸਰਕਾਰ ਨੇ ਕਿਹਾ ਵਾ ਕਿ ਅਸੀਂ ਉਹਨਾਂ ਨੂੰ ਨਹੀਂ ਆਉਣ ਦੇਣਾ, ਕੱਲਾ ਅੰਮ੍ਰਿਤਸਰ ਨਹੀਂ, ਹੋਰਨਾਂ ਥਾਵਾਂ ਤੇ, ਕਿਉਂਕਿ ਉਹ ਭਾਰਤ ਦੀਆਂ 에ਅਰਲਾਈਨਾਂ ਦਾ ਬਿਜ਼ਨਸ ਖਰਾਬ ਕਰਦੇ ਨੇ।
ਨਾਲ ਦੀ ਨਾਲ ਕੈਨੇਡਾ ਦੀ ਸਰਕਾਰ ਵੀ ਕਤਰ 에ਅਰਵੇਜ਼ ਨੂੰ ਟੋਰਾਂਟੋ ਜਾਂ ਵੈਂਕੂਵਰ ਨਹੀਂ ਆਉਣ ਦਿੰਦੀ, ਐਮੀਰੇਟਸ ਨੂੰ ਵੈਂਕੂਵਰ ਨਹੀਂ ਆਉਣ ਦਿੰਦੀ, ਕਿਉਂਕਿ ਉਹ ਕਹਿੰਦੀ ਹੈ ਕਿ ਸਾਡੀਆਂ 에ਅਰਲਾਈਨਸ ਨੂੰ ਨੁਕਸਾਨ ਪਹੁੰਚੇਗਾ। ਸੋ ਪੰਜਾਬੀਓ ਇਹ ਗੱਲ ਸੁਣ ਲਓ, ਐਵੇਂ ਲੋਲੀਪੌਪ ਸੁਣ ਕੇ ਕਿ ਉੱਥੋਂ ਇੰਟਰਨੈਸ਼ਨਲ 에ਅਰਪੋਰਟ ਬਣ ਰਿਹਾ, ਹਲਵਾਰਾ ਫਲਾਈਟਾਂ ਸ਼ੁਰੂ ਹੋ ਜਾਣਗੀਆਂ। ਇੰਡੀਅਨ 에ਅਰਲਾਈਨਸ ਭਾਵੇਂ ਸ਼ੁਰੂ ਕਰ ਦੇਣ ਪਰ ਉਹ ਚੰਡੀਗੜ੍ਹ ਸ਼ੁਰੂ ਕਰਨ ਤੋਂ ਤਿਆਰ ਨਹੀਂ ਹੈ। ਸੋ ਇਹ ਗੱਲਾਂ ਜਿਹੜੀਆਂ ਬੜੀਆਂ ਟੈਕਨੀਕਲ ਨੇ। ਚੰਡੀਗੜ੍ਹ ਕੈਟ 3 ਸਿਸਟਮ ਗਿੱਲ ਸਾਹਿਬ ਨਹੀਂ ਲੱਗਾ। ਹੁਣ ਕੈਟ 3 ਸਿਸਟਮ ਹੁੰਦਾ ਹੈ ਜਿਹਦੇ ਤਹਿਤ 50 ਮੀਟਰ ਤੱਕ ਦੀ ਜਦੋਂ ਧੁੰਦ 'ਚ ਦੂਰੀ ਰਹਿ ਜਾਂਦੀ ਹੈ ਫਲਾਈਟਾਂ ਲੈਂਡ ਕਰ ਸਕਦੀਆਂ। ਅੰਮ੍ਰਿਤਸਰ 2016 'ਚ ਲੱਗ ਗਿਆ। ਹੁਣ ਉੱਥੇ ਆਲਟਰਨੇਟਿਵ 에ਅਰਪੋਰਟ ਆ ਦਿੱਲੀ ਨਾਲੋਂ। ਵੱਡੀਆਂ 에ਅਰਲਾਈਨ ਜਦੋਂ ਦਿੱਲੀ ਲੈਂਡ ਨਹੀਂ ਨਾ ਕਰਦੀਆਂ, ਪੂਰੀ ਸੰਘਣੀ ਧੁੰਦ ਹੋ ਜਾਂਦੀ, 0 ਮੀਟਰ ਵਿਜ਼ਿਬਿਲਿਟੀ ਤੇ ਉਹ ਫਿਰ ਸਾਰੀਆਂ ਅੰਮ੍ਰਿਤਸਰ ਆਉਂਦੀਆਂ ਫਲਾਈਟਸ। ਚੰਡੀਗੜ੍ਹ ਇਹ ਸਿਸਟਮ ਨਹੀਂ ਹੈਗਾ। ਸੋ ਅਸੀਂ ਐਵੇਂ ਨਹੀਂ ਕਿ ਇਹ ਚੰਡੀਗੜ੍ਹ ਮੋਹਾਲੀ ਦੇ ਕੋਈ ਸਾਨੂੰ ਐਂਟੀ ਹੈ। ਰਾਈਟ ਨਾਓ ਪਹਿਲਾਂ ਸਾਡੀ ਇਹੋ ਮੰਗ ਹੈ ਕਿ ਅੰਮ੍ਰਿਤਸਰ ਫਲਾਈਟ ਸ਼ੁਰੂ ਹੋ ਜਾਏ ਤੇ ਫਿਰ ਆਪਾਂ ਉੱਧਰ ਨੂੰ ਜਾਵਾਂਗੇ। ਸੋ ਇਹ ਤਕਨੀਕੀ ਗੱਲ ਜਿਹੜੀ ਹੈ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਹਵਾਈ ਸਮਝੌਤਿਆਂ ਵਿੱਚ ਉਹਦੇ ਲਈ ਵੀ ਗਿੱਲ ਸਾਹਿਬ ਲੰਬੀ ਗੱਲ ਹੈ। ਉਹਦੇ ਲਈ ਵੀ ਜਿਹੜੀਆਂ ਸਟੇਟ ਗਵਰਨਮੈਂਟ ਨੇ ਲੌਬੀ ਕਰਦੀਆਂ ਨੇ। ਕੇਰਲਾ ਦੇ 3 ਹਵਾਈ ਅੱਡੇ ਨੇ ਇੰਟਰਨੈਸ਼ਨਲ, 3 ਤੇ ਫਲਾਈਟਾਂ ਜਾਂਦੀਆਂ ਨੇ ਮਿਡਲ ਈਸਟਰਨ ਦੀਆਂ, ਕਿਉਂਕਿ ਉਹਨਾਂ ਦਾ ਮੰਤਰੀ, ਮੁੱਖ ਮੰਤਰੀ ਦਿੱਲੀ ਜਾ ਕੇ ਬਹਿ ਜਾਂਦਾ ਹੈ। ਸਾਡੇ ਪੰਜਾਬ ਦੇ ਮੰਤਰੀ ਨੂੰ ਪਤਾ ਹੀ ਨਹੀਂ ਕਿ ਪੁਆਇੰਟ ਆਫ ਕਾਲ ਕੀ ਹੁੰਦੇ ਨੇ। ਮਾਫ ਕਰਨਾ, ਉਸਦਾ ਪਤਾ ਹੋਵੇ ਕਈਆਂ ਨੂੰ, ਪਰ ਉਹਦਿਆਂ ਨੂੰ ਮੈਂ ਜਿੱਥੇ ਗੱਲਬਾਤ ਕੀਤੀ ਪਤਾ ਹੀ ਨਹੀਂ ਕਿ ਇਹ ਵੀ ਬਿਲਕੁਲ ਨਹੀਂ ਪਤਾ ਜੀ, ਬਿਲਕੁਲ ਨਹੀਂ ਪਤਾ। ਆਪਾਂ ਦੇਖਦੇ ਹਾਂ ਅੱਜ ਵੀ ਕੋਈ ਇੰਟਰਨੈਸ਼ਨਲ ਕੋਈ ਤਰ੍ਹਾਂ ਦਾ ਕੋਈ ਪ੍ਰੋਜੈਕਟ ਜਾਂਦਾ ਭਾਰਤ ਵਿੱਚ ਤੇ ਗੁਜਰਾਤ ਤੇ ਮਹਾਰਾਸ਼ਟਰ ਦੀ ਦੌੜ ਲੱਗ ਜਾਂਦੀ ਆ, ਭਾਵੇਂ ਸਰਕਾਰ ਇੱਕੋ ਹੀ ਹੋਵੇ ਬੀਜੇਪੀ ਦੀ, ਪਰ ਉਹ ਸਰਕਾਰਾਂ ਚਾਹੁੰਦੀਆਂ ਨੇ ਕਿ ਸਾਡੇ ਸਟੇਟ ਦੇ ਵਿੱਚ ਲੱਗਣਾ ਚਾਹੀਦਾ। ਮੈਨੂੰ ਯਾਦ ਹੈ ਇੱਕ ਵਾਰ ਫੀਅਟ ਦੀ ਇੱਕ ਨਵੀਂ ਕਾਰ ਆਈ ਸੀ, ਮੇਰੇ ਖਿਆਲ ਦਾ ਐਨੀ ਕਿ ਕੋਈ ਨਾਂ ਸੀਗਾ, ਉਸ ਪ੍ਰੋਜੈਕਟ ਤੋਂ ਇੰਨਾ ਝਗੜਾ ਆਇਆ ਸੀਗਾ ਕਿ ਬਿਡ ਇੱਕ ਕਿਸਮ ਦੀ ਹੁੰਦੀ ਆ ਕਿ ਅਸੀਂ ਇਹ ਫੈਸਿਲਿਟੀ ਦੇਵਾਂਗੇ, ਅਸੀਂ ਇਹ ਫੈਸਿਲਿਟੀ ਦੇਵਾਂਗੇ, ਪਰ ਸਾਨੂੰ ਇਹ ਅਵੇਅਰਨੈਸ ਹੀ ਨਹੀਂ ਆਈ। ਅਸੀਂ ਇਹ ਚੀਜ਼ਾਂ ਸੋਚਦੇ ਹੀ ਨਹੀਂ, ਨਾ ਸਾਡੀਆਂ ਸਰਕਾਰਾਂ ਸੋਚਦੀਆਂ। ਅਸੀਂ ਤਾਂ ਅਜੇ ਤੱਕ ਉਹ ਮੋਟਾ ਜਿਹਾ ਹੀ ਰੱਖਦੇ ਹਾਂ। ਅੱਛਾ, ਮੈਂ ਇੱਕ ਤਾਂ ਉਹ ਮਿਸ ਹੋ ਜਾਣਾ ਸਵਾਲ ਮੈਂ ਕਰ ਲਵਾਂ। ਤੁਸੀਂ ਇਹ ਕਿਹਾ ਸੀ 2003 ਤੋਂ ਲੱਗ ਕੇ 10 ਤੱਕ ਇੱਕ ਸੁਨਹਿਰੀ ਯੁੱਗ ਆਇਆ ਸੀਗਾ। ਅੱਛਾ, ਉਸ ਸਮੇਂ ਕੀ ਕਾਰਨ ਬਣੇ ਸੀਗੇ? ਕੀ ਕੋਈ ਰਾਜਨੀਤਿਕ ਲੋਕ ਐਸੇ ਅੱਗੇ ਆ ਗਏ ਸੀ ਜਿਹੜੇ ਚਾਹੁੰਦੇ ਸੀ ਕਿ ਇਸ ਤਰ੍ਹਾਂ ਦੀ ਡਿਵੈਲਪਮੈਂਟ ਅੰਮ੍ਰਿਤਸਰ ਦੀ ਹੋਵੇ? ਤੇ ਇੱਕ ਨਾਲ ਲਗਵਾ ਮੈਂ ਵੀ ਤੁਹਾਨੂੰ ਪੁੱਛਦਾ ਕਿ ਜਿਹੜੇ ਪੋਲੀਟੀਸ਼ੀਅਨ ਨੇ, ਚਾਹੇ ਉਹ ਕਾਂਗਰਸੀ ਨੇ, ਬੀਜੇਪੀ ਦੇ ਨੇ, ਅਕਾਲੀ ਨੇ ਜਾਂ ਮੌਜੂਦਾ ਸਰਕਾਰ ਦੇ ਨੇ, ਇਹਨਾਂ ਦਾ ਜਦੋਂ ਤੁਸੀਂ ਉਹਨਾਂ ਨੂੰ ਅਪਰੋਚ ਕਰਦੇ ਹੋ, ਇਹਨਾਂ ਦਾ ਐਟੀਟਿਊਡ, ਇਹਨਾਂ ਦਾ ਕਿਸ ਤਰੀਕੇ ਦਾ ਰਿਹਾ? ਮੈਂ ਸੁਣਦਾ ਰਿਹਾ ਕਿ ਨਵਜੋਤ ਸਿੱਧੂ ਬੜੀ ਹੈਲਪ ਕਰਦੇ ਰਹੇ ਨੇ, ਜਾਂ ਗੁਜਰਾਤ ਸਾਹਿਬ ਵੇਲੇ ਪੰਜਾਬ ਲਈ ਕਾਫੀ ਚੰਗਾ ਹੋਇਆ, ਮਨਮੋਹਨ ਸਿੰਘ ਵੇਲੇ ਵੀ ਕੁਝ ਗੱਲਾਂ ਸੁਣੀਆਂ ਪਰ ਹੋਈਆਂ ਨਹੀਂ। ਅੰਮ੍ਰਿਤਸਰ ਨੂੰ ਜਿੱਦਾਂ ਕਹਿ ਰਹੇ ਸੀ ਜੀ 500 ਕਰੋੜ ਦਾ ਇੱਕ ਵੱਖਰਾ ਪ੍ਰੋਜੈਕਟ ਦਿੱਤਾ, ਪਰ ਅਸੀਂ ਦੇਖਿਆ ਨਹੀਂ ਕਿ ਉਹ ਪ੍ਰੋਜੈਕਟ ਮਿਲਿਆ ਹੋਵੇ। ਸਾਡੇ ਸਮੇਂ 'ਚ ਜੇ ਕੁਝ ਹੋਇਆ ਤੇ ਸੁਖਬੀਰ ਬਾਦਲ ਨਾਲ ਦੀ ਉਹ ਗਲਿਆਰਾ ਸਕੀਮ ਸੀ, ਤੇ ਅੱਜ ਉਹ ਗਲਿਆਰਾ ਸਕੀਮ ਦਾ ਵੀ ਜੋ ਹਾਸ਼ਰ ਹੋ ਰਿਹਾ, ਜਿਸ ਤਰੀਕੇ ਨਾਲ ਉੱਥੇ ਬਦਮਾਸ਼ੀ ਚੱਲ ਰਹੀ ਆ, ਉਹ ਕਿਸੇ ਸਮੇਂ ਆਪਾਂ ਫੇਰ ਗੱਲ ਕਰ ਲਾਂਗੇ ਵੀ ਜੋ ਕੁਝ ਉੱਥੇ ਹੋ ਰਿਹਾ। ਪਰ ਜਿਸ ਤਰੀਕੇ ਤੁਸੀਂ ਕਹਿ ਰਹੇ ਹੋ ਕਿ ਇੱਕ ਗੋਲਡਨ ਈਰਾ ਸੀਗਾ, ਤੇ ਕੀ ਕਾਰਨ ਹੋ ਗਿਆ ਕਿ ਉਸ ਸਮੇਂ ਤੋਂ ਫਿਰ ਆਪਾਂ ਪਿੱਛੇ ਕੁੜੀ ਮੋੜਾ ਕੱਟ ਲਿਆ ਵੀ ਅਸੀਂ ਉਹ ਪ੍ਰੋਗਰੈਸ ਹੋਣ ਨਹੀਂ ਦੇਣੀ ਜਾਂ ਕਰਨੀ ਨਹੀਂ? ਹਾਂਜੀ ਗਿੱਲ ਸਾਹਿਬ, ਉਹ ਕਿਉਂਕਿ ਮੈਂ ਦੱਸਿਆ ਕਿ ਦਿੱਲੀ ਦਾ ਜਦੋਂ ਹੁਣ ਸੈਂਟਰਲ ਗਵਰਨਮੈਂਟ 에ਅਰ ਇੰਡੀਆ ਦੀ ਮੇਨ 에ਅਰਲਾਈਨ ਸੀ, ਕਿਉਂਕਿ ਸਿੰਗਾਪੁਰ ਰਿਸੈਸ਼ਨ ਆਇਆ 2008 ਵਿੱਚ, ਉਹ ਇੱਕ ਮੇਨ ਕਾਰਨ ਸੀ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਬਿਲਕੁਲ ਠੀਕ ਹੈ। ਜਿਹੜੀ ਪੋਲੀਟੀਸ਼ੀਅਨ, ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਉਦੋਂ ਨਵਜੋਤ ਸਿੱਧੂ ਨੇ ਕਾਫੀ ਐਫਰਟਸ ਕੀਤੀਆਂ, ਪਾਰਲੀਮੈਂਟ 'ਚ ਲੈਂਡਿੰਗ ਚਾਰजेस ਜ਼ਿਆਦਾ ਸਨ, ਜ਼ਰੂਰ ਸਨ ਜ਼ਿਆਦਾ। ਉਹ ਜਦੋਂ 에ਅਰਪੋਰਟ ਸ਼ੁਰੂ ਹੁੰਦਾ ਹੈ ਨਾ, ਜਦੋਂ ਨਵੀਂ ਸਟਰਕਚਰ ਬਣਦੀ, ਹੁਣ ਵੀ ਕੁਝ ਉਹਨਾਂ ਨੇ ਚਾਰजेस ਵਧਾਏ ਨੇ, 400 ਰੁਪਇਆ ਪਰ ਪੈਸੇਂਜਰ, ਕਿਉਂਕਿ ਉਹ ਸੈਕੰਡ ਫਲੋਰ ਬਣਿਆ ਵਾ। ਸੋ ਇਹ ਗਵਰਨਮੈਂਟ ਦਾ ਇੱਕ ਐਰਾ ਪਾਲਿਸੀਜ਼ ਹੁੰਦੀ ਨੇ, ਫਿਰ ਉਹ ਕੁਝ ਫੀਸ ਵਧਾ ਦਿੰਦੇ ਨੇ ਤਾਂ ਜੋ ਜਿਹੜਾ 에ਅਰਪੋਰਟ ਦਾ ਖਰਚਾ ਹੈ ਉਹਨੂੰ ਪੂਰਾ ਕੀਤਾ ਜਾ ਸਕੇ। ਪਰ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਦੀ, ਹਾਂਜੀ, ਪੰਜਾਬ ਸਰਕਾਰ ਤੋਂ ਬਿਨਾਂ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ, ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ MP ਗੁਰਜੀਤ ਔਜਲਾ ਨੇ ਜ਼ਰੂਰ ਪਾਰਲੀਮੈਂਟ 'ਚ ਬਹੁਤ ਵਾਰੀ ਮੁੱਦਾ ਉਠਾਇਆ। ਈਵਨ ਅਸੀਂ ਕੈਨੇਡਾ ਵਿੱਚ ਵੀ ਸ਼ੁਰੂ ਕੀਤੀ ਸੀ ਕੈਂਪੇਨ, ਉਹਨਾਂ ਨੇ ਸਪੋਰਟ ਕੀਤੀ। ਸੋ ਉਹ ਇਹ ਜਿਹੜਾ ਮੁੱਦਾ ਵਾ ਉਹ ਉਠਾਉਂਦੇ ਰਹਿੰਦੇ ਨੇ। ਈਵਨ ਹਵਾਈ ਸਮਝੌਤਿਆਂ ਦਾ ਮੁੱਦਾ ਉਠਾਇਆ ਉਹਨਾਂ ਨੇ। ਸੋ ਪਰ ਮੇਰੇ ਖਿਆਲ ਨਾਲ ਬਾਕੀ ਜਿਹੜੇ MP ਨੇ ਪੰਜਾਬ ਦੇ, ਉਹਨਾਂ ਵੱਲੋਂ ਉਹਨਾਂ ਨੂੰ ਸਪੋਰਟ ਨਹੀਂ ਦਿੱਤੀ ਗਈ, ਭਾਵੇਂ ਕਿ ਕਾਂਗਰਸ ਦੀ ਸਰਕਾਰ ਸੀ ਪਿਛਲੇ ਵੇਲੇ ਵੀ, ਤੇ ਉਹਨਾਂ ਨੂੰ ਇੰਨੀ ਸਪੋਰਟ ਨਹੀਂ ਮਿਲੀ। ਦੂਜੇ ਜਿਹੜੇ MP ਨੇ ਉਹ ਵੀ ਕਹਿਣ ਰਲ ਮਿਲ ਕੇ ਲੁਧਿਆਣੇ ਤੋਂ। ਸੋ ਇਹ ਜਿਹੜੀ ਚੀਜ਼ ਸੀ ਮੇਨ ਜਿਹੜੀ ਸੀਗੀ, ਉਹ ਅਸੀਂ ਕਵਾਂਗੇ ਕਿ ਦਿੱਲੀ ਤੋਂ ਇੱਕ ਤੇ ਬਣਨ ਨਾਲ ਗਵਰਨਮੈਂਟ ਆਫ ਇੰਡੀਆ ਨੇ ਵੀ ਪਾਲਿਸੀਜ਼ ਲਿਆਂਦੀਆਂ ਕਿ ਉਧਰੋਂ ਫਲਾਈਟਾਂ ਸ਼ੁਰੂ ਹੋਣ, ਇੱਧਰੋਂ ਪਰਮਿਸ਼ਨ ਨਹੀਂ ਸੀ ਦੇ ਰਹੇ ਨਵੀਂ 에ਅਰਲਾਈਨ ਨੂੰ, ਤੇ ਇਹ ਵੀ ਹਵਾਈ ਅੱਡਾ ਵੀ ਨਹੀਂ ਪਾਇਆ। ਮੈਨੂੰ ਹੈਰਾਨੀ ਹੈ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, ਉਦੋਂ ਇਹ ਨਵੇਂ ਹਵਾਈ ਸਮਝੌਤੇ ਕੀਤੇ ਗਏ ਮਿਡਲ ਈਸਟਰਨ 에ਅਰਲਾਈਨਸ ਨਾਲ। ਉਦੋਂ ਵੀ ਪੰਜਾਬ, ਇਹ ਹਵਾਈ ਅੱਡੇ ਪੰਜਾਬ ਲਈ ਪਾਏ ਨਹੀਂ ਗਏ, ਅੰਮ੍ਰਿਤਸਰ ਪਾਇਆ ਨਹੀਂ ਗਿਆ ਉਹਨਾਂ ਵਿੱਚ। ਸੋ ਉਹਦੇ ਕਰਕੇ ਅਸੀਂ ਸਟਰਗਲ ਕਰ ਰਹੇ ਹਾਂ, ਕਿਉਂਕਿ ਹੁਣ ਜਿਹੜੀ ਮੋਦੀ ਸਰਕਾਰ ਦੀ ਗਵਰਨਮੈਂਟ ਹੈ, ਪ੍ਰਾਈਮ ਮਿਨਿਸਟਰ ਮੋਦੀ ਦੀ, ਉਹ ਕਹਿ ਰਹੀ ਅਸੀਂ ਨਵੇਂ ਹਵਾਈ ਅੱਡੇ ਦੇਣੇ ਨਹੀਂ ਉਹਨਾਂ ਨੂੰ। ਸੋ ਉਹਦੇ ਕਰਕੇ ਅਸੀਂ ਮਾਰ ਖਾ ਰਹੇ ਹਾਂ। ਪਰ ਮੈਂ ਇਹਨਾਂ ਜ਼ਰੂਰ, ਦੂਜੀ ਗੱਲ, ਇਹ ਜਦੋਂ ਅਸੀਂ ਕੈਂਪੇਨ ਸ਼ੁਰੂ ਕੀਤੀ ਹੁਣ ਕੈਨੇਡਾ ਦੀ,
ਤੇ ਮਈ 'ਚ ਬਿਆਨ ਆ ਗਿਆ ਇੱਥੋਂ, ਤੁਹਾਡੇ ਮੰਤਰੀ ਨੇ ਕਿਹਾ ਕਿ ਮੈਂ ਗੱਲ ਕਰਾਂਗਾ, ਪਰ ਉੱਥੋਂ ਮਾਨ ਸਾਹਿਬ ਦਾ ਬਿਆਨ ਆ ਗਿਆ ਜੀ ਕਿ ਮੋਹਾਲੀ ਤੋਂ ਅਸੀਂ ਮੀਟਿੰਗ ਕਰ ਰਹੇ ਹਾਂ ਕੈਨੇਡਾ ਦੇ ਐਂਬੈਸਡਰ ਨਾਲ, ਇਹਦੇ ਨਾਲ, ਉਹ ਅੰਮ੍ਰਿਤਸਰ ਕਹਿਣਾ ਭੁੱਲ ਹੀ ਗਏ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਉਸ ਨੂੰ ਕਹਿ ਲਓ, ਮੈਂ ਕਹਾਂਗਾ ਸੈਬੋਟ ਹੈ ਜਾਂ ਕਿੱਦਾਂ ਵੀ ਹੈ, ਉਹਨਾਂ ਨੂੰ ਜ਼ੋਰ ਲਾ ਕੇ ਭਾਰਤ ਗਵਰਨਮੈਂਟ ਤੱਕ, ਏਅਰ ਇੰਡੀਆ ਤੱਕ, ਕਿਉਂਕਿ ਏਅਰਲਾਈਨਸ ਪ੍ਰਾਈਵੇਟ ਨੇ, ਕਿੰਨੀਆਂ ਏਅਰਲਾਈਨਸ ਨਾਲ ਉਹਨਾਂ ਨੇ ਗੱਲ ਕੀਤੀ ਹੈ, ਉਹ ਸਾਨੂੰ ਤੇ ਕੁਝ ਨਜ਼ਰ ਨਹੀਂ ਆ ਰਿਹਾ। ਸੋ ਇਹ ਚੀਜ਼ਾਂ ਨੇ, ਪਰ ਮੈਂ ਕਹਾਂਗਾ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਜਿਹੜੇ ਨੇ, ਉਹਨਾਂ ਨੂੰ ਜਦੋਂ ਵੀ ਅਸੀਂ ਅਪਰੋਚ ਕੀਤੀ, ਕੁਝ ਫਲਾਈਟਾਂ ਜਦੋਂ ਬੰਦ ਵੀ ਕਰਨ ਲੱਗੀ ਏਅਰ ਇੰਡੀਆ, ਉਹ ਜ਼ਰੂਰ ਦਿੱਲੀ ਜਾ ਕੇ ਬੈਠਦੇ ਸੀ, ਇਸ ਬਾਰੇ ਗੱਲਬਾਤ ਕਰਦੇ ਸੀ, ਹਾਲੇ ਵੀ ਕਰਦੇ ਨੇ। ਬਿਲਕੁਲ। ਅੱਛਾ ਸਮੀਤ ਜੀ, ਆਪਾਂ ਨੂੰ ਇੱਥੇ ਬੜੀ ਉਮੀਦ ਹੁੰਦੀ ਆ, ਜਿਹੜੇ ਅਸੀਂ ਐਮਪੀ ਚੁਣ ਕੇ ਭੇਜਦੇ, ਅਸੀਂ ਬੜੇ ਫਖਰ ਨਾਲ ਕਹਿੰਦੇ 18 ਹੋ ਗਏ ਜੀ, ਹੁਣ 21 ਹੋ ਗਏ। ਇਹਨਾਂ ਦਾ ਇਹਨਾਂ ਮਸਲਿਆਂ ਪ੍ਰਤੀ ਕੀ ਐਟੀਟਿਊਡ ਆ? ਕਿਉਂਕਿ ਪੰਜਾਬੀਆਂ ਨੇ ਤੇ ਵੇਖੋ ਹਰ ਸਾਲ 2 ਵਾਰੀ ਨਹੀਂ ਤੇ ਘੱਟੋ ਘੱਟ 1 ਵਾਰੀ ਤਾਂ ਹਰ ਇੱਕ ਪੰਜਾਬੀ ਜਾਂਦਾ ਹੀ ਹੈ ਨਾ। ਬਹੁਤ ਸਾਰੇ ਲੋਕ ਹੈ 2-3 ਵਾਰੀ ਵੀ ਜਾਂਦੇ ਆ। ਤੇ ਹੁਣ ਇੱਥੇ ਜਿਸ ਤਰੀਕੇ ਨਾਲ ਕੈਨੇਡਾ 'ਚ ਖਾਸ ਕਰਕੇ ਇਮੀਗ੍ਰੇਸ਼ਨ ਓਪਨ ਹੈ, ਬਹੁਤ ਸਾਰੇ ਸਟੂਡੈਂਟ ਇੰਟਰਨੈਸ਼ਨਲ ਇੱਥੇ ਆਏ ਹੋਏ ਆ, ਤੇ ਬਹੁਤ ਜ਼ਿਆਦਾ ਲੋੜਾਂ ਵੀ ਨੇ ਸਾਡੀਆਂ। ਜਿਹੜੇ ਇੱਥੋਂ ਵਾਲੇ ਐਮਪੀ ਨੇ, ਖਾਸ ਕਰਕੇ ਆਪਣੇ ਭਾਈਚਾਰੇ ਦੇ ਐਮਪੀ, ਉਹਨਾਂ ਦਾ ਇਹਨਾਂ ਮੁੱਦਿਆਂ ਪ੍ਰਤੀ ਕਿੱਦਾਂ ਦਾ ਯੋਗਦਾਨ ਰਹਿੰਦਾ ਹੈ ਜਦੋਂ ਉਹਨਾਂ ਨਾਲ ਗੱਲ ਕਰਦੇ? ਗਿੱਲ ਸਾਹਿਬ, ਮੈਨੂੰ ਯਾਦ ਹੈ ਜਦੋਂ ਅਸੀਂ ਤੁਹਾਨੂੰ ਮਿਲੇ ਸੀ 2017 ਵਿੱਚ ਆ ਕੇ, ਇੱਕ ਪ੍ਰੋਗਰਾਮ ਕੀਤਾ ਸੀ ਉਦੋਂ, ਤੇ ਉਸ ਤੋਂ ਅਗਲੇ ਦਿਨ ਮੈਂ ਤੇ ਮੇਰੇ ਪਿਤਾ ਜੀ ਇਕੱਠੇ ਆਏ ਸੀ, ਉਦੋਂ ਤੁਹਾਨੂੰ ਮਿਲੇ, ਤੇ ਅਸੀਂ ਸਵੇਰੇ ਕਿਸੇ ਦੇ ਨਾਲ ਪਹਿਲਾਂ ਐਮਪੀ ਸੋਨੀਆ ਸਿੱਧੂ ਦੇ ਆਫਿਸ ਗਏ, ਉਹ ਨਹੀਂ ਸੀ ਮਿਲੇ। ਫਿਰ ਅਸੀਂ ਐਮਪੀ ਇੱਥੋਂ ਜਿਹੜੇ ਗਰੇਵਾਲ ਸੀ ਉਹਨਾਂ ਗਏ, ਫਿਰ ਅਸੀਂ ਐਮਪੀ ਸਹੋਤਾ ਦੇ ਆਫਿਸ ਗਏ, ਮੈਂ ਤੇ ਮੇਰੇ ਫਾਦਰ। ਤੇ ਅਸੀਂ ਪਹਿਲੀ ਗੱਲ ਤੇ ਬੜੀ ਖੁਸ਼ੀ ਹੋਈ ਵੇਖ ਕੇ ਕਿ ਉਹ ਆਪ ਹੀ ਜਿਹੜੇ ਤੁਹਾਡੇ ਐਮਪੀ ਨੇ, ਆਮ ਦਫ਼ਤਰ ਸੀ, ਇਹ ਨਹੀਂ ਕਿ ਇੰਡੀਆ ਵਾਂਗੂ ਸਿਕਿਉਰਿਟੀ ਗਾਰਡ ਖਲੋਤਾ ਜਾਂ ਕੀ ਆ। ਤੇ ਉਹਨਾਂ ਨੂੰ ਮਿਲੇ, ਤੇ ਪਹਿਲਾਂ ਤੇ ਉਹਨਾਂ ਨੂੰ ਸਮਝ ਨਹੀਂ ਆਈ ਕਿ ਅਸੀਂ ਅਮਰੀਕਾ ਤੋਂ ਆਏ ਹਾਂ, ਕਿਉਂ ਆਏ ਹਾਂ, ਕਿਸ ਤਰ੍ਹਾਂ ਕੀ ਹੈ। ਤੇ ਉਹਨਾਂ ਨੇ ਮੈਨੂੰ ਦੱਸਿਆ, ਮੈਨੂੰ ਪਤਾ ਨਹੀਂ ਉਹਨਾਂ ਦਾ ਕਹਿਣ ਦਾ ਕਿ ਤੁਸੀਂ ਪਹਿਲੇ ਬੰਦੇ ਜੇ ਜਿਹੜੇ ਆ ਫਲਾਈਟਸ ਦੀ ਇਸ਼ੂ ਐਮਪੀ ਸਹੋਤਾ ਕੋਲ ਜਦੋਂ ਮੈਂ ਮਿਲਣ ਗਿਆ, ਕਿ ਤੁਸੀਂ ਮੇਰੇ ਕੋਲ ਇਹ ਫਲਾਈਟਸ ਬਾਰੇ ਅੰਮ੍ਰਿਤਸਰ ਦੀ ਗੱਲ ਲੈ ਕੇ ਆਏ ਜੇ। ਸੋ ਮੈਂ, ਜੇ ਅਸੀਂ ਉਹਨਾਂ ਕੋਲ ਇਸ਼ੂ ਲੈ ਕੇ ਨਹੀਂ ਜਾਵਾਂਗੇ, ਤੇ ਫਿਰ ਇਹਦੇ ਵਿੱਚ ਮੈਂ ਸਾਰਿਆਂ ਦਾ ਕਹਾਂਗਾ, ਪਹਿਲੀ ਗੱਲ ਤੇ ਜਿਹੜੇ ਲੋਕ ਸਨ ਉਹ ਲੈ ਕੇ ਨਹੀਂ ਗਏ ਇਸ਼ੂ, ਤੁਹਾਨੂੰ ਪਤਾ ਹੀ ਨਹੀਂ ਸੀਗਾ। ਫਿਰ ਐਨੀਵੇ ਅਸੀਂ ਇਹ ਗੱਲ ਕੀਤੀ, ਫਿਰ ਮੇਰੀ ਕੁਝ ਦੇਰ ਬਾਅਦ ਉਹਨਾਂ ਨਾਲ ਗੱਲ ਹੋਈ, ਤੇ ਉਹ ਕਹਿੰਦੇ ਲੋਕ ਹੁਣ ਚੰਡੀਗੜ੍ਹ ਦੀ ਗੱਲ ਲੈ ਕੇ ਆ ਗਏ ਨੇ ਮੇਰੇ ਕੋਲ। ਮੈਨੂੰ ਬੜੀ ਹੈਰਾਨੀ ਹੋਈ, ਚੰਡੀਗੜ੍ਹ ਰਨਵੇ ਨਹੀਂ ਹੈਗਾ ਜਾਂ ਅਸੀਂ ਗੱਲ ਕਰਨ ਆਏ ਹਾਂ। ਸੋ ਪੰਜਾਬੀ ਜਿਹੜੇ ਸਾਡਾ ਫੋਕਸ ਹੈ ਨਾ, ਉਹ ਅਸੀਂ ਡਿਵਰਟ ਕਰਦੇ ਹਾਂ, ਤੇ ਅਸੀਂ ਆਪ ਹੀ ਇੱਕ ਦੂਜੇ ਦਾ ਜਿਹੜਾ ਨਾ ਉਹਨੂੰ ਸ਼ੁਰੂ ਕਰ ਦਿੰਦੇ ਜੀ, ਚੰਡੀਗੜ੍ਹ ਵੀ ਸ਼ੁਰੂ ਹੋ ਜਾ, ਹਲੇ ਇੱਕ ਕੰਮ ਮੁੱਕਿਆ ਨਹੀਂ ਹੈਗਾ। ਸੋ ਬਾਕੀ ਤੁਸੀਂ ਗੱਲ ਕੀਤੀ ਜਿਹੜੀ ਐਮਪੀਜ਼ ਦੇ ਕੰਟਰੀਬਿਊਸ਼ਨ ਦੀ, ਹਾਂਜੀ ਜ਼ਰੂਰ। ਅਸੀਂ ਪਹਿਲਾਂ ਵੀ ਜਦੋਂ ਇਹਦਾ ਡੈਲੀਗੇਸ਼ਨ ਗਿਆ ਅੰਮ੍ਰਿਤਸਰ, ਉਦੋਂ ਉਧਰ ਐਮਪੀ ਰਣਦੀਪ ਸਰਾਏ ਨੇ ਸਾਰਿਆਂ ਨੂੰ ਪ੍ਰੈਜੈਂਟੇਸ਼ਨ ਦਿੱਤੀਆਂ, ਗੱਲ ਕੀਤੀ, ਇਹਨਾਂ ਦੀ ਕੁਝ ਮੀਟਿੰਗਸ ਵੀ ਹੋਈਆਂ। ਸੋ ਕੁਝ ਹੱਦ ਤੱਕ ਹੁਣ ਐਫਰਟਸ ਹੋਈਆਂ, ਜਿੱਦਾਂ ਐਮਪੀ ਸਹੋਤਾ ਨੇ ਰੀਸੈਂਟਲੀ ਪਾਰਲੀਮੈਂਟ 'ਚ ਫਿਰ ਬੋਲਿਆ ਸੀ, ਤੇ ਉਹਨਾਂ ਨੇ ਕਿਹਾ ਕਿਉਂਕਿ ਅਸੀਂ ਪਟੀਸ਼ਨ ਜਿਹੜੀ ਦਿੱਤੀ ਸੀ ਉਹ ਦਿੱਤੀ ਗਈ। ਮੋਹਿਤ ਤੰਜੂ ਸਾਡੇ ਨਾਲ ਜੁੜੇ ਨੇ, ਸਾਡੇ ਫਲਾਈ ਅੰਮ੍ਰਿਤਸਰ ਦੇ ਮੈਂਬਰ ਨੇ ਉਹ। ਸੋ ਉਸ ਤੋਂ ਬਾਅਦ ਕੁਝ ਐਫਰਟਸ ਹੋਈਆਂ ਫਿਰ, ਪਰ ਉਹ ਨਾ ਕੰਸਿਸਟੈਂਟਲੀ ਰਹਿੰਦੀਆਂ ਨਹੀਂ ਹੈ। ਤੇ ਪਿਛਲੇ ਸਾਲ 400 ਸਾਲਾਂ ਦਾ ਗੁਰੂ ਤੇਗ ਬਹਾਦਰ ਸੀਗਾ, ਉਦੋਂ ਏਅਰ ਇੰਡੀਆ ਸਰਕਾਰੀ ਸੀ, ਉਦੋਂ ਵੀ ਲੈਟਰਸ ਲਿਖੀਆਂ ਕਿ ਤੁਸੀਂ ਭਾਰਤ ਸਰਕਾਰ ਨੂੰ ਬੇਨਤੀ ਕਰੋ ਕਿ ਏਅਰ ਇੰਡੀਆ ਫਲਾਈਟ ਲਾ ਦੇ, ਜੇ ਏਅਰ ਕੈਨੇਡਾ ਨਹੀਂ ਜਾਣ ਨੂੰ ਤਿਆਰ ਹੈ। ਉਹ ਵੀ ਕੁਝ ਜਵਾਬ ਨਹੀਂ ਆਇਆ ਕਈਆਂ ਵੱਲੋਂ। ਸੋ ਇਹ ਚੀਜ਼ਾਂ ਜਿਹੜੀਆਂ ਨੇ, ਉਹਨਾਂ ਨੇ ਇੰਨਾ ਪ੍ਰੋਐਕਟਿਵ ਅਪਰੋਚ, ਜਿਹੜੀ ਕਿ ਇੰਗਲੈਂਡ ਦੇ ਐਮਪੀ, ਯੂਕੇ ਦੇ ਐਮਪੀ ਜਿਹੜੇ ਨੇ, ਐਮਪੀ ਤਨਮਨਜੀਤ ਸਿੰਘ ਢੇਸੀ, ਕਿਉਂਕਿ ਉਹਨਾਂ ਦੇ ਨਾਲ ਅਸੀਂ ਲੰਡਨ ਦੀ ਕੈਂਪੇਨ ਚਲਾਈ। ਐਮਪੀ ਪ੍ਰੀਤ ਕੌਰ ਗਿੱਲ ਨੇ, ਗਿੱਲ ਸਾਹਿਬ ਦੇਖੋ, ਜੁਲਾਈ 'ਚ ਏਅਰ ਇੰਡੀਆ ਦੀ ਇੱਕ ਫਲਾਈਟ ਜਾ ਰਹੀ ਸੀ ਹਫਤੇ ਦੀ ਅੰਮ੍ਰਿਤਸਰ, ਉਹਨਾਂ ਨੇ ਲੈਟਰ ਲਿਖੀ ਏਅਰ ਇੰਡੀਆ ਦੇ ਸੀਓ ਨੂੰ ਕਿ ਤੁਸੀਂ ਵਾਪਸ 3 ਫਲਾਈਟਾਂ ਕਰੋ, ਤਾਂ ਜੋ ਸਾਡੀਆਂ ਇੱਥੋਂ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ। ਮੈਂ ਇਹ ਨਹੀਂ ਕਹਾਂਗਾ ਕਿ ਉਹਨਾਂ ਕਰਕੇ ਸ਼ੁਰੂ ਹੋ ਗਈਆਂ, ਪਰ ਹੋਰਨਾਂ ਵਧਾਈਆਂ ਨੇ, ਹੁਣ 3 ਫਲਾਈਟਾਂ ਫਿਰ ਬਰਮਿੰਗਮ ਦੀਆਂ ਹੋ ਗਈਆਂ। ਜਿਹੜੀ ਵੀ ਕਿਸੇ ਨੇ ਐਫਰਟ ਕੀਤੀ ਇਹਨੂੰ ਐਪਰੀਸ਼ੀਏਟ ਕਰਨਾ ਬਣਦਾ ਜੀ, ਬਿਲਕੁਲ ਐਪਰੀਸ਼ੀਏਟ ਕਰਨਾ ਬਣਦਾ ਜਿਨ੍ਹਾਂ ਨੇ ਵੀ ਕੋਈ ਐਫਰਟਸ ਕੀਤੀਆਂ ਨੇ। ਅੱਛਾ, ਵੈਸੇ ਸਮੀਰ ਜੀ, ਹੁਣ ਅੰਮ੍ਰਿਤਸਰ ਦੇ 에ਅਰਪੋਰਟ ਦਾ ਇਸ ਵੇਲੇ ਮੌਜੂਦਾ ਦੌਰ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ, ਕੀ ਸਟੇਟਸ ਆ? ਕਿੰਨੀਆਂ ਕੁ ਫਲਾਈਟ ਉੱਥੋਂ ਚੱਲਦੀਆਂ ਨੇ? ਈਵਨ ਮੈਂ ਇਹ ਵੀ ਜਾਊਂਗਾ ਡੋਮੈਸਟਿਕ ਫਲਾਈਟਾਂ ਦੇ ਹਿਸਾਬ ਨਾਲ ਵੀ ਕਿਸ ਤਰ੍ਹਾਂ ਦਾ 에ਅਰਪੋਰਟ ਆ, ਔਰ ਕਿੰਨਾ ਕੁ ਘਾਟੇ 'ਚ ਚੱਲ ਰਿਹਾ ਹੈ ਫਾਈਨੈਂਸ਼ਲੀ, ਜਾਂ ਉਹਦਾ ਖਰਚਾ ਪੂਰਾ ਹੋ ਰਿਹਾ, ਜਾਂ ਕੀ ਕਾਰਨ ਨੇ? ਇੱਕ ਮੇਰੇ ਜੇਨ 'ਚ ਹੋਰ ਸਵਾਲ ਆ, ਜੇ ਕਹੋ ਤਾਂ ਉਹ ਵੀ ਲੱਗਦਾ ਹੱਥ ਕਰ ਲੈਣਾ। ਜਿਹੜੇ 에ਅਰਪੋਰਟ ਆਪਾਂ ਪੰਜਾਬ 'ਚ ਡਿਵੈਲਪ ਕਰਨ ਦੀ ਗੱਲ ਕਰ ਰਹੇ ਹਾਂ, ਚਲੋ ਅੰਮ੍ਰਿਤਸਰ ਤੋਂ ਹੀ ਸ਼ੁਰੂ ਕਰ ਲਾਂ। ਇਹ ਪਹਿਲਾਂ ਸਾਡੇ 에ਅਰਫੋਰਸ ਦੇ ਬੇਸ ਹੋਇਆ ਕਰਦੇ ਸੀਗੇ, ਇਸੇ ਤਰ੍ਹਾਂ ਹਲਵਾਰਾ ਵੀ ਆ ਤੇ ਇਹ ਵੀ ਆ। ਕੀ ਜਿਹੜੇ ਸਿਵਲ ਐਵੀਏਸ਼ਨ ਦਾ ਜਿਹੜਾ ਕੰਮ ਆ, ਇਹ 에ਅਰਫੋਰਸ ਦੇ ਨਾਲ ਜੁੜ ਕੇ ਜਦੋਂ ਕੋਈ ਇਸ ਤਰ੍ਹਾਂ ਦਾ ਹਾਲਾਤ ਬਣਦੇ ਆ, ਤੇ ਇਹ ਮਤਲਬ ਜਿਹੜਾ ਹੈ, ਇਹ ਕੀ ਸੁਜੈਸ਼ਨ ਹੈ ਤੁਹਾਡੀ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਜਾਂ ਇਹ ਅਲੱਗ ਹੀ ਡਿਵੈਲਪ ਹੋਣੇ ਚਾਹੀਦੇ ਸੀਗੇ? ਹਾਂਜੀ ਜੀ, ਇਹ ਪ੍ਰਾਈਮ ਮਿਨਿਸਟਰ ਨੇ ਦੀ ਸਕੀਮ ਸੀ ਕਿ ਉਹ ਚਾਹੁੰਦੇ ਸੀ ਕਿ ਜਿਹੜੇ 에ਅਰਪੋਰਟ ਬੇਸ ਤੇ ਨਾ, ਘੱਟੋ ਘੱਟ ਉਹਨਾਂ ਨੂੰ ਅਸੀਂ ਡੋਮੈਸਟਿਕਲੀ ਯੂਜ਼ ਕਰੀਏ।
ਕਿਉਂਕਿ ਹਮੇਸ਼ਾ ਯੂਜ਼ ਨਹੀਂ ਹੁੰਦੇ, ਜੋ ਕਿ ਉਹਨਾਂ ਦੀ ਗੱਲ ਠੀਕ ਹੈ। ਪਰ ਇਸੇ ਤਹਿਤ ਚੰਡੀਗੜ੍ਹ ਦਾ ਸੀਗਾ, ਪਰ ਉਹਨੂੰ ਐਕਸਪੈਂਡ ਕਰਦੇ ਕਰਦੇ ਹੁਣ ਹਾਈ ਕੋਰਟ ਨੇ ਵੀ ਕਿਹਾ ਕਿ ਇੱਥੇ ਕੈਟ 3 ਲਾ ਦਿਓ। 에ਅਰਫੋਰਸ ਨੇ ਕਹਿਤਾ ਸੌਰੀ, ਜੋ ਹੈਗਾ ਅਸੀਂ ਕੈਟ 3 ਨਹੀਂ ਲਾ ਸਕਦੇ ਕਿਉਂਕਿ ਇਹ ਸਾਡੀ ਸਿਕਿਉਰਿਟੀ ਨਾਲ ਇੰਟਰਫੇਅਰ ਕਰੇਗਾ। ਅੰਮ੍ਰਿਤਸਰ ਨਹੀਂ ਕਰ ਰਿਹਾ। ਸੋ ਇਹ ਗੱਲ ਮੈਂ ਦੱਸ ਦਵਾਂ, ਤਾਂ ਕਰਕੇ ਅਸੀਂ ਕਹਿ ਰਹੇ ਹਾਂ ਕਿ ਚੰਡੀਗੜ੍ਹ ਹਾਲੇ ਪੋਸੀਬਲ ਨਹੀਂ ਹੈ ਕਿਉਂਕਿ ਕਾਫੀ ਰਿਸਟ੍ਰਿਕਸ਼ਨਸ ਨੇ। ਸੋ ਜ਼ਰੂਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਇਹ ਜਿਹੜੇ ਨਵੇਂ ਹਵਾਈ ਅੱਡੇ ਬਣ ਰਹੇ ਨੇ, ਇਹ ਸਾਨੇਵਾਲ ਵੀ ਜਿਹੜਾ ਸੀ ਉਹ ਡਿਫੈਂਸ ਦਾ ਰਨਵੇ ਸੀਗਾ, ਹੁਣ ਇਹ ਨਵਾਂ ਹਾਲੇ ਵੀ ਹਲਵਾਰੇ ਦਾ ਇਹ ਹੁਣ ਵੱਖਰਾ ਟਰਮੀਨਲ ਜਿਹੜਾ ਬਣਾ ਲੱਗੇ ਨੇ। ਸੋ ਉਹ ਗਵਰਨਮੈਂਟ ਵੀ ਪ੍ਰਮੋਟ ਕਰ ਰਹੀ ਹੈ ਤਾਂ ਜੋ ਥੋੜਾ ਡੋਮੈਸਟਿਕ ਕਨੈਕਸ਼ਨਸ ਹੋ ਸਕਣ, ਪਰ ਉਹ ਵੀ ਹਰ ਥਾਂ ਤੋਂ ਗਵਰਨਮੈਂਟ ਪਹਿਲਾਂ 3 ਸਾਲ ਲਈ ਉਹਨਾਂ ਨੇ 에ਅਰਲਾਈਨਸ ਨੂੰ ਪੈਸੇ ਵੀ ਦਿੱਤੇ ਨੇ, ਪਰ ਉਹ ਹੁਣ 3 ਸਾਲ ਬਾਅਦ ਸਕੀਮ ਖਤਮ ਹੋ ਗਈ। ਬਠਿੰਡੇ ਦੀ ਜਿਹੜੀ ਫਲਾਈਟ ਚੱਲ ਰਹੀ ਸੀ 에ਅਰ ਅਲਾਈਅੰਸ 에ਅਰ ਦੀ, ਉਹ ਇਸੇ ਤੇ ਚੱਲ ਰਹੀ ਸੀ। ਹੁਣ 3 ਸਾਲ ਬਾਅਦ ਪੈਸੇ ਖਤਮ ਹੋ ਗਏ ਨੇ, ਜਿਹੜਾ ਘਾਟਾ ਪੈਂਦਾ ਸੀ ਉਹ ਸਰਕਾਰ ਦਿੰਦੀ ਸੀ। ਸਰਕਾਰ ਹਮੇਸ਼ਾ ਤੇ ਘਾਟਾ ਪੂਰਾ ਨਹੀਂ ਕਰ ਸਕਦੀ ਜੀ। ਸੋ ਇਸ ਕਰਕੇ ਉਹ ਹੁਣ ਉੱਦਾਂ ਹੀ ਪਏ ਨੇ, ਫਲਾਈਟ ਕੋਈ ਚੱਲਦੀ ਨਹੀਂ ਹੈ। ਇਹੋ ਹਾਲ ਆਦਮਪੁਰ ਦਾ। ਤੇ ਦੂਜੀ ਗੱਲ ਜਿਹੜੀ ਤੁਸੀਂ ਦੱਸੀ ਹੈ ਕਿ ਸਾਨੂੰ ਖੁਸ਼ੀ ਹੈ ਕਿ ਹੁਣ ਕੋਵਿਡ ਤੋਂ ਪਹਿਲਾਂ ਜਿੰਨੀਆਂ ਫਲਾਈਟਾਂ ਸਨ ਉਸ ਤੋਂ ਵੱਧ ਫਲਾਈਟ ਸਾਡੀਆਂ ਜਿਹੜੇ ਇੰਟਰਨੈਸ਼ਨਲ ਡੈਸਟੀਨੇਸ਼ਨ ਜੁੜ ਗਈਆਂ ਨੇ। ਅੰਮ੍ਰਿਤਸਰ ਤੋਂ ਇਸ ਸਮੇਂ ਦੁਬਈ ਦੀਆਂ ਰੋਜ਼ਾਨਾ 2 ਫਲਾਈਟਸ ਨੇ, ਤੇ ਕਈ ਲੋਕ ਦੁਬਈ ਤੱਕ ਵੱਖਰੀ ਟਿਕਟ ਲੈ ਕੇ ਫਿਰ ਦੁਬਈ ਤੋਂ ਕੈਨੇਡਾ, ਦੁਬਈ ਤੋਂ ਅਮਰੀਕਾ ਵੀ ਆ ਜਾਂਦੇ ਨੇ। ਮੈਂ ਵੀ ਅਗਲੇ ਹਫਤੇ ਇਸ ਤਰ੍ਹਾਂ ਹੀ ਜਾ ਰਿਹਾ। ਮੈਂ ਦੁਬਈ ਤੱਕ ਜਾਣਾ, ਫਿਰ ਮੈਂ ਦੁਬਈ ਤੋਂ ਵੱਖਰੀਆਂ ਜਿਹੜੇ 2 ਫਲਾਈਟਾਂ ਰੋਜ਼ ਨੇ, ਸ਼ਾਰਜਾ ਤੋਂ ਫਲਾਈਟ ਹੈ 2 ਫਲਾਈਟਾਂ ਰੋਜ਼ ਦੀਆਂ ਸ਼ਾਰਜਾ ਤੋਂ ਨੇ ਜੀ। 5 ਫਲਾਈਟਾਂ ਹਫਤੇ ਦੀਆਂ UAE ਤੋਂ ਨੇ। ਅੰਮ੍ਰਿਤਸਰ ਦੁਬਈ ਨਾਲ ਜੁੜਿਆ ਹੈ, ਸ਼ਾਰਜਾ ਨਾਲ ਜੁੜਿਆ ਹੈ। ਕਤਰ 에ਅਰਵੇਜ਼ ਤੇ ਤੁਸੀਂ ਟੋਰਾਂਟੋ ਤੋਂ ਦੋਹਾ 에ਅਰ ਕੈਨੇਡਾ ਤੇ ਦੋਹਾ ਅੰਮ੍ਰਿਤਸਰ ਕਤਰ 에ਅਰਵੇਜ਼ ਤੇ ਜਾ ਸਕਦੇ ਹੋ। ਉਹਨਾਂ ਦਾ ਕੋਡ ਸ਼ੇਅਰ ਹੈਗਾ, 2 ਘੰਟੇ ਦਾ ਸਟਾਪ ਹੁੰਦਾ ਹੈ, ਤੁਸੀਂ ਪਹੁੰਚ ਜਾਂਦੇ ਜੇ 19 ਘੰਟਿਆਂ 'ਚ। ਫਿਰ ਨਾਲ ਦੀ ਨਾਲ ਹੁਣ ਯੂਰਪ ਲਈ ਅੰਮ੍ਰਿਤਸਰ ਤੋਂ ਬਰਮਿੰਗਮ ਤੇ ਹਫਤੇ 'ਚ 3 ਦਿਨ, ਅੰਮ੍ਰਿਤਸਰ ਤੋਂ ਹੀਥਰੋ 3 ਦਿਨ। ਹੀਥਰੋ ਤੋਂ ਤੁਸੀਂ 에ਅਰ ਕੈਨੇਡਾ ਦੇ ਨਾਲ ਕੋਲੈਬੋਰੇਸ਼ਨ ਹੈ 에ਅਰ ਇੰਡੀਆ ਦਾ, ਤੁਸੀਂ ਏਜੰਟ ਨਾਲ ਗੱਲ ਆਪਣੇ ਨੂੰ ਕਹੋ, ਉਹ ਵੀ ਟਿਕਟਸ ਬਣਦੀ ਹੈ 에ਅਰ ਕੈਨੇਡਾ ਨਾਲ ਲੰਡਨ ਤੱਕ, ਤੇ ਫਿਰ ਲੰਡਨ ਤੋਂ ਅੰਮ੍ਰਿਤਸਰ। ਮਾਰਚ ਐਂਡ ਤੱਕ ਇਹ ਜਿਹੜੀ ਫਲਾਈਟ ਹੈ ਲੰਡਨ ਤੋਂ ਅੰਮ੍ਰਿਤਸਰ ਚੱਲ ਰਹੀ ਹੈ। ਹੁਣ 1 ਨਵੰਬਰ ਤੋਂ ਸਪਾਈਸ ਜੈਟ ਨੇ ਅੰਮ੍ਰਿਤਸਰ ਤੋਂ ਮਿਲਾਨ ਦਾ ਬਰਗਾਮੋ ਹਵਾਈ ਅੱਡਾ ਤੇ ਅੰਮ੍ਰਿਤਸਰ ਤੋਂ ਰੋਮ ਦੀ ਸਿੱਧੀ ਫਲਾਈਟ ਜੀ ਉਹ ਸ਼ੁਰੂ ਹੋ ਗਈ ਹੈ। ਅੱਛਾ ਜੀ। ਹੁਣ ਇੱਕ ਹੋਰ 에ਅਰਲਾਈਨ ਹੈ ਇਟਲੀ ਦੀ, ਉਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਅੰਮ੍ਰਿਤਸਰ ਸ਼ੁਰੂ ਕਰਨ, ਤੇ ਉਹ ਵੀ ਸ਼ੁਰੂ ਹੋ ਜਾਏਗਾ। ਸੋ ਇਟਲੀ ਦੇ 3 ਹਵਾਈ ਅੱਡੇ ਜਿਹੜੇ ਨੇ ਉਹ ਅੰਮ੍ਰਿਤਸਰ ਤੋਂ ਜੁੜ ਜਾਣਗੇ, ਤੇ ਸਾਡੇ ਕੋਲ 10 ਇੰਟਰਨੈਸ਼ਨਲ ਡੈਸਟੀਨੇਸ਼ਨ ਹੋ ਜਾਣਗੇ ਅੰਮ੍ਰਿਤਸਰ ਤੋਂ ਕੁਆਲਾਲੰਪੁਰ, ਤੇ ਫਿਰ ਲੋਕ ਕਾਫੀ ਆਸਟ੍ਰੇਲੀਆ ਨੂੰ ਜਾ ਰਹੇ ਨੇ। ਅੰਮ੍ਰਿਤਸਰ ਤੋਂ ਸਿੰਗਾਪੁਰ ਜਿਹੜੀ ਹੈ, ਸਿੰਗਾਪੁਰ 에ਅਰਲਾਈਨ ਦੀ ਸਕੂਟ ਜਿਹੜੀ ਹੈ ਆਪਰੇਟ ਕਰ ਰਹੀ ਹੈ। ਫਿਰ ਸਿੰਗਾਪੁਰ ਤੋਂ ਲੋਕ ਕਾਫੀ ਵੈਂਕੂਵਰ ਵੀ ਆ ਰਹੇ ਨੇ, ਸਿਆਟਲ ਹੋ ਗਿਆ, ਹੋਰ ਥਾਵਾਂ ਤੇ ਆ ਰਹੇ ਨੇ, ਤੇ ਆਸਟ੍ਰੇਲੀਆ ਬਹੁਤ ਜਾ ਰਹੇ ਨੇ। ਸੋ ਸਾਡੀ ਟ੍ਰੈਫਿਕ ਜਿਹੜੀ ਹੈ ਫਿਰ ਤੋਂ 25 ਲੱਖ ਤੱਕ ਪਹੁੰਚਣ ਦੀ ਉਮੀਦ ਹੈ ਇਸ ਸਾਲ ਦੇ ਐਂਡ ਤੱਕ, ਤਕਰੀਬਨ 26 ਲੱਖ। ਜੇ ਆਪਾਂ ਡੋਮੈਸਟਿਕ ਦੀ ਗੱਲ ਕਰੀਏ, ਅੰਮ੍ਰਿਤਸਰ ਤੋਂ ਤੁਸੀਂ ਦਿੱਲੀ, ਮੁੰਬਈ, ਦਿੱਲੀ ਦੀਆਂ ਬਹੁਤ ਫਲਾਈਟਸ ਨੇ। ਮੈਂ ਕੋਸ਼ਿਸ਼ ਕਰਾਂਗਾ, ਹਮੇਸ਼ਾ ਕਰਦਾ ਵੀ ਹਾਂ ਕਹਿਣ ਦੀ, ਕਿ ਤੁਸੀਂ ਜੇ ਜਲੰਧਰ ਤੋਂ ਜੇ 2-2 ਘੰਟੇ ਬਾਅਦ ਫਲਾਈਟ ਮਿਲ ਜਾਂਦੀ ਹੈ, ਸੋ ਬੱਸ ਦੀ ਬਜਾਏ ਕੋਸ਼ਿਸ਼ ਕਰੋ ਕਿ ਅੰਮ੍ਰਿਤਸਰ ਹੀ ਆਓ ਬਾਏ 에ਅਰ, ਫਿਰ ਉੱਥੋਂ ਬਾਏ ਰੋਡ ਚਲੇ ਜਾਓ। ਸੋ ਕੋਲਕਾਤਾ, ਅੰਮ੍ਰਿਤਸਰ ਤੋਂ ਗੋਆ, ਅੰਮ੍ਰਿਤਸਰ ਤੋਂ ਬੈਂਗਲੌਰ, ਸ਼੍ਰੀਨਗਰ, ਜੰਮੂ, ਅੰਮ੍ਰਿਤਸਰ ਤੋਂ ਲਖਨਊ, ਅੰਮ੍ਰਿਤਸਰ ਤੋਂ ਅਹਿਮਦਾਬਾਦ। ਸੋ ਇਹ ਜਿਹੜੀਆਂ ਫਲਾਈਟਸ ਨੇ ਸਾਰੀਆਂ, ਚੇਨਈ, ਪੂਨੇ, ਕਾਫੀ ਡੈਸਟੀਨੇਸ਼ਨ, ਤਕਰੀਬਨ 12 ਡੈਸਟੀਨੇਸ਼ਨਸ ਨੇ ਗਿੱਲ ਸਾਹਿਬ ਜਿਹੜੀਆਂ ਅੰਮ੍ਰਿਤਸਰ ਤੋਂ ਡੋਮੈਸਟਿਕ ਜਿਹੜੀਆਂ ਸਿੱਧੀਆਂ ਜੁੜੀਆਂ ਨੇ ਹੁਣ। ਪਰ ਸਮੀਪ, ਇੱਥੇ ਮੇਰਾ ਕੁਐਸਚਨ ਹੈ ਤੁਹਾਨੂੰ, ਜਿਹੜਾ ਪੈਸੇਂਜਰ ਇੰਟਰਨੈਸ਼ਨਲ ਹੁੰਦਾ ਆ ਉਹਦੇ ਕੋਲ ਲਗੇਜ ਦੀ ਪ੍ਰੋਬਲਮ ਫੇਸ ਕਰਦਾ ਹੈ ਜਦੋਂ ਡੋਮੈਸਟਿਕ 'ਚ ਜਾਂਦਾ, ਇਸ ਕਰਕੇ ਇਹ ਸੁਝਾਅ ਦੇਣਾ ਜਿਹੜਾ ਮੈਨੂੰ ਲੱਗਦਾ ਬਹੁਤ ਵਾਇਬਲ ਨਹੀਂ ਬਣਦਾ, ਕਿਉਂਕਿ ਅਸੀਂ 2-2 ਟੈਕਸੀ ਚੁੱਕੇ ਹੁੰਦੇ ਆ ਜਦੋਂ ਜਾਂਦੇ ਆ, ਤੇ ਡੋਮੈਸਟਿਕ ਫਲਾਈਟਸ ਤੇ ਉਹ ਅਲਾਉ ਕਰਦੇ ਨਹੀਂ, ਫਿਰ ਕੀ ਕਰੇ? ਇਸ ਤਰ੍ਹਾਂ ਜੀ ਕਿ 에ਅਰ ਇੰਡੀਆ ਹੁਣ ਜਿਹੜੀ ਜਿੰਨੀਆਂ ਅਮਰੀਕਾ ਤੇ ਕੈਨੇਡਾ ਦੀ 에ਅਰਲਾਈਨਸ ਨੇ ਉਹ ਸਿਰਫ ਇੱਕੋ ਲਗੇਜ ਅਲਾਉ ਕਰਦੀਆਂ ਨੇ ਹੁਣ। ਹਾਂਜੀ। ਦੂਜੇ ਲਈ ਤੁਹਾਨੂੰ $100 ਦੇਣਾ ਪੈਂਦਾ ਹੈ, 150। ਅਮਰੀਕਾ ਵੀ ਇਹੋ ਹੀ ਹੈ। ਸੋ ਇੰਡੀਆ ਦੀਆਂ 에ਅਰਲਾਈਨਸ, 에ਅਰ ਇੰਡੀਆ ਵੀ 25 ਕਿਲੋ ਸਮਾਨ ਅਲਾਉ ਕਰਦੀਆਂ, ਤੇ ਡੋਮੈਸਟਿਕ ਤਕਰੀਬਨ ਇੱਕ ਟੈਚੀ ਜਿਹੜਾ ਹੁੰਦਾ ਉਹ ਅਲਾਉ ਹੁੰਦਾ ਹੈ। ਤੇ ਉਹਦੀ ਕੋਈ ਮੈਂ ਇੰਨੀ ਵੱਡੀ ਸਮੱਸਿਆ ਨਹੀਂ। ਮੈਂ ਵੀ ਜਾਣਾ ਪਰਿਵਾਰ ਦੇ ਨਾਲ, ਤੇ ਮੈਂ ਵੀ ਇੱਕ ਲਗੇਜ ਲੈ ਕੇ ਜਾਣਾ। ਸਾਡੇ ਪੰਜਾਬੀਆਂ ਨੂੰ ਆਦਤ ਪਈ ਹੈ ਜੀ ਸਾਰਾ ਸਮਾਨ ਤੁਹਾਡੇ ਟੋਰਾਂਟੋ 'ਚ ਮਿਲਦਾ, ਤੇ ਪਰ ਉਹਨਾਂ ਨੇ ਉੱਥੋਂ ਸਮਾਨ ਲਿਆਣਾ ਹੁੰਦਾ, ਤੇ ਇਹ ਬੜੀ ਅਸੀਂ ਸਾਰਾ ਉੱਥੋਂ ਹਲਦੀ ਪਸਾ ਕੇ ਲਿਆਉਣੀ ਹੁੰਦੀ ਆ, ਮਸਾਲੇ ਲਿਆਉਣੇ ਹੁੰਦੇ ਆ। ਹਾਂਜੀ। ਸੋ ਜਿਹੜੀ ਗੱਲ ਤੁਹਾਡੀ ਠੀਕ ਹੈ, ਬਟ ਉਹ ਹੁਣ ਡੋਮੈਸਟਿਕ, ਪਰ ਸਿੰਗਲ ਟਿਕਟ ਮੈਂ ਦੱਸਦਾ ਇੱਥੋਂ 에ਅਰ ਇੰਡੀਆ ਦੀ। ਮੈਂ 에ਅਰ ਇੰਡੀਆ ਦੇ CEO ਦੇ ਆਫਿਸ ਨੂੰ ਲਿਖਿਆ ਅਕਤੂਬਰ 'ਚ ਕਿ ਟੋਰਾਂਟੋ ਵਾਲਿਆਂ ਨੂੰ ਤੇ ਵੈਂਕੂਵਰ, ਟੋਰਾਂਟੋ ਵਾਲਿਆਂ ਨੂੰ 9 ਘੰਟੇ ਵੇਟ ਕਰਨੀ ਪੈ ਰਹੀ ਸੀ। 11 ਵਜੇ ਫਲਾਈਟ ਪਹੁੰਚਦੀ ਤੁਹਾਡੀ ਟੋਰਾਂਟੋ ਤੋਂ ਇੱਥੇ ਦਿੱਲੀ, ਰਾਤੀ 9 ਵਜੇ ਇੱਕੋ ਫਲਾਈਟ ਚੱਲ ਰਹੀ ਸੀ। ਤੇ ਉਹਨਾਂ ਨੇ ਮੈਨੂੰ ਲਿਖਿਆ ਕਿ ਅਸੀਂ ਜਨਵਰੀ ਤੋਂ 2 ਫਲਾਈਟਾਂ ਐਡ ਕਰਾਂਗੇ, ਇੱਕ ਕਰ ਰਹੇ ਹਾਂ ਸਵੇਰ ਦੀ ਤੇ ਦੁਪਹਿਰ ਦੀ 2। ਮੈਂ ਉਹਨਾਂ ਨੂੰ ਕਿਹਾ ਕਿ ਨਵੰਬਰ ਤੋਂ ਸਾਡੇ ਸਾਰੇ ਪੰਜਾਬੀ ਆਣੇ ਸ਼ੁਰੂ ਹੋ ਜਾਂਦੇ ਆ, ਤੁਸੀਂ ਇਹ ਫਲਾਈਟ ਨਵੰਬਰ ਤੋਂ ਸ਼ੁਰੂ ਕੀਤੀ ਜਾਵੇ
ਇੰਨੀ ਤੁਹਾਨੂੰ ਸਵਾਰੀ ਮਿਲ ਸਕਦੀ ਹੈ। 1 ਨਵੰਬਰ ਤੋਂ ਦੁਪਹਿਰੇ 2:15 ਵਜੇ ਫਲਾਈਟ ਸ਼ੁਰੂ ਹੋ ਗਈ ਹੈ ਦਿੱਲੀੋਂ। ਹੁਣ ਤੁਸੀਂ ਟੋਰਾਂਟੋ ਤੋਂ ਸਿਰਫ 17 ਘੰਟੇ 'ਚ, ਵੱਖਰੀ ਗੱਲ ਆ ਅਸੀਂ ਉੱਪਰ ਉੱਡ ਕੇ ਚਲੇ ਜਾਂਦੇ ਆ, 14 ਘੰਟੇ 'ਚ ਫਲਾਈਟ ਪਹੁੰਚ ਜਾਂਦੀ ਹੈ। 2 ਘੰਟੇ ਦਾ ਲੇਓਵਰ ਹੈ ਗਿੱਲ ਸਾਹਿਬ। 2 ਵਜੇ ਫਲਾਈਟ ਲੈ ਕੇ 2:15 ਵਜੇ ਤੁਸੀਂ 3:15 ਵਜੇ ਅੰਮ੍ਰਿਤਸਰ ਪਹੁੰਚ ਜਾਂਦੇ ਜੇ। 17 ਘੰਟੇ ਆ ਸਿਰਫ ਟੋਰਾਂਟੋ ਤੋਂ, ਇੱਕੋ ਟਿਕਟ ਤੇ 에ਅਰ ਇੰਡੀਆ ਦੀ। ਵੱਖਰੀ ਗੱਲ ਜੇ ਕਿਸੇ ਨੂੰ 에ਅਰ ਇੰਡੀਆ ਨਹੀਂ ਪਸੰਦ ਪਰ ਉਹਨਾਂ ਨੇ ਨਵੇਂ ਜਹਾਜ਼ ਲੈਣੇ ਨੇ। ਇਸੇ ਤਰ੍ਹਾਂ ਵਾਪਸੀ ਤੇ ਵੀ ਰਾਤੀ 11 ਵਜੇ ਫਲਾਈਟ ਲੈ ਕੇ ਤੁਸੀਂ 12:30 ਤੇ 2:30 ਵਜੇ ਫਲਾਈਟ ਲੈ ਕੇ ਤੁਸੀਂ 18 ਘੰਟਿਆਂ 'ਚ 19 ਘੰਟਿਆਂ 'ਚ ਟੋਰਾਂਟੋ ਪਹੁੰਚ ਜਾਓਗੇ। ਸੋ ਇਹ ਚੀਜ਼ ਜਿਹੜੀ ਹੈ ਕੋਸ਼ਿਸ਼ ਕਰੋ 에ਅਰ ਇੰਡੀਆ ਦੇਖੇਗੀ। ਇਸ ਸਮੇਂ ਜਿੱਥੇ ਮੈਨੂੰ ਪਤਾ ਲੱਗਾ ਤਕਰੀਬਨ 100 ਯਾਤਰੀ ਜਿਹੜੇ ਨੇ ਅੰਮ੍ਰਿਤਸਰੋਂ ਚੜ੍ਹ ਰਹੇ ਨੇ। ਬਰਮਿੰਗਮ ਫਲਾਈਟ ਇਸੇ ਕਰਕੇ ਅਸੀਂ ਰੀਰਾਊਟ ਕਰਵਾ ਸਕੇ ਸੀ। ਅਸੀਂ ਦਿਖਾਇਆ ਕਿ ਸਾਡੇ 80% ਡੇਟਾ ਵਿੱਚ ਦਿਖਾਇਆ ਕਿ ਲੋਕ ਅੰਮ੍ਰਿਤਸਰੋਂ ਪੰਜਾਬ ਤੋਂ ਆ ਰਹੇ ਨੇ। ਸੋ ਜੇਕਰ ਵੱਧ ਤੋਂ ਵੱਧ 150-200 ਬੰਦਾ ਅੰਮ੍ਰਿਤਸਰੋਂ ਚੜ੍ਹਨ ਲੱਗ ਪਿਆ ਫਲਾਈਟ ਤੇ ਟੋਰਾਂਟੋ ਦੀ 에ਅਰ ਇੰਡੀਆ ਦੀ, 에ਅਰ ਇੰਡੀਆ ਜ਼ਰੂਰ ਅਗਲੇ ਸਾਲ ਤੱਕ ਫਿਰ ਇਹ ਫਲਾਈਟ ਜਿਹੜੀ ਹੈ ਉਹ ਅੰਮ੍ਰਿਤਸਰੋਂ ਸਿੱਧੀ, ਕਿਉਂਕਿ ਐਕਸਪੈਂਡ ਕਰ ਰਹੇ ਨੇ ਤੇ ਸ਼ੁਰੂ ਕਰ ਸਕਦੇ ਨੇ ਫਿਰ ਉਹ। ਜੀ ਸਮੀਪ ਜੀ, ਵੇਖਿਆ ਹਰ ਬੰਦਾ ਤੇ ਤੁਹਾਡੇ ਦੀ ਤਰ੍ਹਾਂ ਲੜਾਈ ਨਹੀਂ ਲੜ ਸਕਦਾ, ਨਾ ਟਾਈਮ ਦੇ ਸਕਦਾ, ਪਰ ਜਿਹੜੇ ਅਸੀਂ ਸਧਾਰਨ ਲੋਕ ਨੇ ਜਿਹੜੇ ਇੱਥੋਂ ਇਹ ਚੀਜ਼ਾਂ ਸੁਵਿਧਾਵਾਂ ਤੇ ਸਭ ਨੂੰ ਚਾਹੀਦੀਆਂ ਹੁੰਦੀਆਂ। ਸਾਰੇ ਲੋਕ ਚਾਹੁੰਦੇ ਆ ਕਿ ਸਾਨੂੰ ਇਹ ਸਹੂਲਤ ਮਿਲੇ ਪਰ ਉਹਦੇ ਲਈ ਫਾਈਟ ਨਹੀਂ ਕਰਦੇ। ਪਰ ਜੇ ਉਹ ਥੋੜਾ ਜਿਹਾ ਵੀ ਯੋਗਦਾਨ ਦੇਣ, ਮਤਲਬ ਕਿਸ ਤਰ੍ਹਾਂ ਦਾ ਮਤਲਬ ਆਪਾਂ ਕਰੀਏ ਕਿ ਜਿਸ ਤਰ੍ਹਾਂ ਆਪਣੇ ਪੰਜਾਬ ਦੇ 에ਅਰਪੋਰਟ ਨੇ, ਚਲੋ ਮੈਂ ਇਕੱਲੇ ਅੰਮ੍ਰਿਤਸਰ ਦੀ ਗੱਲ ਨਾ ਵੀ ਕਰਾਂ ਹੁਣ, ਵੀ ਸਾਰੇ ਪੰਜਾਬ ਦੇ 에ਅਰਪੋਰਟ ਨੂੰ ਕੁਝ ਫਾਇਦਾ ਹੋ ਸਕੇ, ਅਸੀਂ ਪੈਸੇਂਜਰ ਦੇ ਤੌਰ ਤੇ ਕਿਸ ਤਰ੍ਹਾਂ ਦਾ ਯੋਗਦਾਨ ਕਰ ਸਕਦੇ ਹਾਂ। ਔਰ ਦੂਸਰਾ ਤੁਸੀਂ ਮੈਨੂੰ ਅਲਟਰਨੇਟਿਵ ਰੂਟ ਦੱਸੇ ਜ਼ਰੂਰ ਆ ਵੀ ਦੋਵੇਂ ਥਰੂ ਇੱਧਰੋਂ ਆ ਸਕਦੇ ਆ, ਤੇ ਹੋਰ ਕਿਹੜਾ ਕੋਈ ਇਹਦਾ ਪੋਜ਼ਿਟਿਵ ਸਿੱਧਾ ਰੂਟ ਹੈ ਜਿਸ 'ਚ ਆਪਾਂ ਸਮਾਂ ਵੀ ਬਚਾ ਸਕਦੇ ਹਾਂ ਤੇ ਸਿੱਧੇ ਪੰਜਾਬ ਤੱਕ ਪਹੁੰਚ ਸਕਦੇ ਹਾਂ। ਹਾਂਜੀ ਜੀ, ਇਹ ਜਿਹੜਾ ਮੈਂ ਦੱਸਿਆ ਕਿ ਜਿਹੜਾ ਪੰਜਾਬੀ ਕਿਸ ਤਰ੍ਹਾਂ ਕੰਟਰੀਬਿਊਟ ਕਰ ਸਕਦੇ ਨੇ, ਉਹਦੇ ਲਈ ਮੈਂ ਉਹ ਰਿਕੁਐਸਟ ਕਰਾਂਗਾ ਕਿ ਸਾਡੀ ਤਰਜੀਹ ਜਿਹੜੀ ਹੈ, ਜੇਕਰ ਤੁਹਾਨੂੰ ਅੰਮ੍ਰਿਤਸਰ ਦੀ ਟਿਕਟ ਮਿਲਦੀ ਹੈ, ਮੈਂ ਗੱਲ ਸਮਝਦਾ ਹਾਂ ਕਿ ਜੇ $200 ਟਿਕਟ ਮਹਿੰਗੀ ਹੋਵੇ ਤੇ 4 ਜੀਆਂ ਦਾ $800 ਬਣ ਜਾਂਦਾ ਹੈ, ਤੇ ਮੈਂ ਉਹ ਗੱਲ ਸਮਝਦਾ। ਪਰ ਜੇ ਇੱਕ ਜੀ ਜਾ ਰਿਹਾ $100 ਮਹਿੰਗੀ ਹੈ ਤੇ ਤੁਸੀਂ ਫਿਰ ਵੀ ਅੰਮ੍ਰਿਤਸਰ ਜਾਓ। ਮੇਰਾ ਆਪਣਾ ਹੀ ਮਿੱਤਰ ਸੀ ਕੋਈ ਇੱਥੇ ਕੈਨੇਡਾ, ਤੇ ਉਹਨਾਂ ਨੂੰ ਮੈਂ ਕਿਹਾ ਕਿ ਤੁਹਾਡੀ ਟੈਕਸੀ ਤੇ ਵੀ ਪੈਸੇ ਲੱਗਣੇ ਆ, 9 ਘੰਟੇ ਸਮਾਂ ਕੀਮਤੀ ਆ। ਜੇਕਰ ਤੁਹਾਨੂੰ 7 ਘੰਟੇ 6 ਘੰਟੇ ਦਿੱਲੀ ਵੇਟ ਵੀ ਕਰਨੀ ਪੈਂਦੀ ਕਰ ਲਓ, ਕਿਉਂਕਿ ਉੱਥੇ ਤੁਸੀਂ 에ਅਰਪੋਰਟ ਤੇ ਫਿਰ ਸਕਦੇ ਜੇ, ਫਿਰ ਫਲਾਈਟ ਲੈ ਕੇ ਜਾ ਸਕਦੇ। ਸੋ ਪੰਜਾਬੀਆਂ ਨੂੰ ਕੋਸ਼ਿਸ਼ ਕਰਨੀ ਪਏਗੀ ਕਿ ਵੱਧ ਤੋਂ ਵੱਧ ਭਾਵੇਂ ਦਿੱਲੀ ਰਾਹੀਂ ਵੀ ਜਾਣ, ਸਿੰਗਲ ਟਿਕਟ ਤੇ ਜਾਣ, ਤੇ ਜੇ ਨਹੀਂ ਮਿਲਦੀ ਤੇ ਦੂਜੀ ਟਿਕਟ ਲੈ ਲੈਣ, ਪਰ ਸਿੰਗਲ ਟਿਕਟ ਤੇ ਫਿਰ ਉਹ ਅੰਕੜੇ ਆ ਜਾਂਦੇ ਨੇ। ਸੋ ਉਹ ਪੰਜਾਬੀਆਂ ਨੂੰ ਜ਼ਰੂਰ ਕੰਟਰੀਬਿਊਟ ਕਰਨਾ ਪਏਗਾ। ਕੱਲ ਨੂੰ ਚਾਈਨਾ ਦੀ 에ਅਰਲਾਈਨ ਸ਼ੁਰੂ ਹੋ ਜਾਂਦੀਆਂ ਨੇ ਵੈਂਕੂਵਰ ਵਾਲੇ ਪਾਸਿਓਂ। ਮੈਨੂੰ ਲੋਕ ਹਾਲੇ ਵੀ ਕੁਝ ਏਜੰਟਾਂ ਨੂੰ ਅਸੀਂ ਕਾਲਾਂ ਕੀਤੀਆਂ, ਉਹ ਕਹਿੰਦੇ ਜੀ ਬਹੁਤ ਪੰਜਾਬੀ ਜਾਂਦੇ ਨੇ, ਸਾਡੇ $20 ਦੀ ਟਿਕਟ ਸਸਤੀ ਦੇ ਦਿਓ, ਸਟੂਡੈਂਟ ਸਾਰਾ ਉਹਨਾਂ ਤੇ ਆ ਜਾਊਗਾ। ਸੋ ਸਾਨੂੰ ਥੋੜਾ ਜਿਹਾ ਇਹਦੇ ਵਿੱਚ ਪੈਟਰੀਓਟਿਕ ਹੋਣਾ ਪਏਗਾ। ਸਾਲ ਲਈ ਕੌੜਾ ਕੁੱਟ ਅਸੀਂ ਰੈਸਟੋਰੈਂਟ ਜਾ ਕੇ ਹੋਰ ਥਾਵਾਂ ਤੇ ਵੀ ਪੈਸੇ ਖਰਚਦੇ ਹਾਂ, ਮੇਲਿਆਂ ਤੇ ਵੀ ਖਰਚਦੇ ਹਾਂ। ਸੋ ਆਓ ਅਸੀਂ ਤਰਜੀਹ ਦਈਏ, ਕਿਉਂਕਿ ਗਿੱਲ ਸਾਹਿਬ ਇੱਕ ਫਲਾਈਟ ਦੇ ਸ਼ੁਰੂ ਹੋਣ ਨਾਲ $15 ਮਿਲੀਅਨ ਦਾ ਫਾਇਦਾ ਹੁੰਦਾ ਵਾ ਇੱਕ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਨਾਲ। ਇਹ ਮੈਂ ਨਹੀਂ ਕਹਿ ਰਿਹਾ, 에ਅਰਲਾਈਨਸ ਕਹਿੰਦੀਆਂ ਨੇ $15 ਮਿਲੀਅਨ, 15 ਜੋ ਕਿ $1.5 ਕਰੋੜ ਬਣਦਾ ਹੈ। ਸੋ ਇਹ ਗੱਲ ਜਿਹੜੀ ਹੈ ਉਹ ਬਹੁਤ ਫਾਇਦਾ, ਤੇ 1500 ਤੋਂ 2000 ਨੌਕਰੀਆਂ ਮਿਲਦੀਆਂ ਨੇ ਪੰਜਾਬ ਵਿੱਚ ਕੱਲੀਆਂ ਇਨਡਾਇਰੈਕਟਲੀ। ਸੋ ਇਹ ਚੀਜ਼ ਕਰਨੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਜੇ ਡਾਇਰੈਕਟ ਜਾਣਾ ਹੈ ਤੇ ਕਤਰ 에ਅਰਵੇਜ਼ ਤੇ 에ਅਰ ਕੈਨੇਡਾ ਦੀ ਦੋਹਾ ਫਲਾਈਟ, ਤੇ ਜਾਂ ਟੋਰਾਂਟੋ ਤੋਂ ਮੌਂਟਰੀਅਲ ਦੋਹਾ ਅੰਮ੍ਰਿਤਸਰ। ਫਿਰ ਤੁਹਾਨੂੰ ਮੈਂ ਟਰੈਵਲ ਕੀਤਾ ਜੋ, ਤੇ ਬਹੁਤ ਵਾਰ ਟਰੈਵਲ ਕੀਤਾ, ਬੜੀ ਕੰਫਰਟੇਬਲ ਔਰ ਵਧੀਆ ਫਲਾਈਟ ਆ ਉਹ ਜੇ ਉਧਰੋਂ ਜਾਂਦੇ ਤਾਂ। ਉਹ ਜਦੋਂ ਲਾਕਡਾਊਨ ਲੱਗਾ ਸੀ ਸਾਰੇ ਉੱਤੇ ਆਏ ਸੀ, ਤੇ ਤੁਹਾਨੂੰ ਫਿਰ ਆਪਣਾ ਲਗੇਜ ਨਹੀਂ ਲੈਣਾ ਪੈਂਦਾ, ਤੇ ਉਹ ਤੁਹਾਡਾ ਸਾਰਾ ਕੁਝ ਅੰਮ੍ਰਿਤਸਰ ਹੀ ਹੋ ਜਾਂਦਾ ਹੈ। ਦੂਜਾ ਜੇ ਵਾਇਆ ਦਿੱਲੀ ਜਾਣਾ ਹੈ, ਦਿੱਲੀ ਇੱਕ ਪਾਸੇ ਤੁਹਾਨੂੰ ਲੈਣਾ ਪਏਗਾ 에ਅਰ ਇੰਡੀਆ ਤੇ, ਪਰ ਵਾਪਸੀ ਵੇਲੇ ਤੁਹਾਡਾ ਸਮਾਨ ਸਾਰਾ ਉੱਥੇ ਅੰਮ੍ਰਿਤਸਰ ਹੀ ਚੈੱਕ ਇਨ ਹੋ ਜਾਏਗਾ ਜਦੋਂ 에ਅਰ ਇੰਡੀਆ ਤੇ ਆਣਾ। ਸੋ ਇਹ ਆਪਸ਼ਨਸ ਨੇ, ਮੈਂ ਦੱਸਿਆ ਕੁਝ 1-2 에ਅਰਲਾਈਨਸ ਨੇ, ਕੋਈ ਇਟਲੀ ਤੋਂ ਸ਼ਾਇਦ ਹੋ ਸਕਦਾ ਕੋਸ਼ਿਸ਼ ਹੈ ਕਿਸੇ ਦੀ ਕਿ ਟੋਰਾਂਟੋ ਨੂੰ ਫਲਾਈਟ ਲੱਗ ਸਕੇ ਤੇ ਵਨ ਸਟਾਪ। ਜੇ ਉਹ ਹੋਈ ਫਿਊਚਰ ਵਿੱਚ ਜਾਂ ਕਿਸੇ ਹੋਰ ਡੈਸਟੀਨੇਸ਼ਨ ਥਾਈਂ, ਤੇ ਜ਼ਰੂਰ ਅਸੀਂ ਆ ਕੇ ਸਾਡੇ ਜਿਹੜੇ ਸਰੋਤੇ ਨੇ ਉਹਨਾਂ ਨੂੰ ਜ਼ਰੂਰ ਅਸੀਂ ਦੱਸਾਂਗੇ। ਅੱਛਾ, ਇੱਕ ਪੁਆਇੰਟ ਅਸੀਂ ਮਿਸ ਕਰਦੇ ਹਾਂ, ਜਦੋਂ ਦਿੱਲੀ ਤੋਂ 8 ਘੰਟੇ ਦਾ ਵੇਟਿੰਗ ਪੀਰੀਅਡ ਤੇ ਅਸੀਂ ਕਹਿ ਦਿੰਦੇ ਹਾਂ, ਤੇ ਜਦੋਂ ਅਸੀਂ ਬਾਈ ਰੋਡ ਟਰੈਵਲ ਕਰਦੇ ਆ ਨਾ, ਕਈ ਵਾਰ 11 ਘੰਟੇ ਵੀ ਲੱਗਦੇ ਆ ਜਿੱਦਾਂ ਟ੍ਰੈਫਿਕ ਕੰਜੈਸ਼ਨ ਆ, ਤੇ ਜਿਹੜਾ ਰਿਸਕ ਫੈਕਟਰ ਆ ਸੜਕਾਂ ਦੇ ਤੇ ਜਿੱਦਾਂ ਐਕਸੀਡੈਂਟ ਹੁੰਦੇ, ਖਾਸ ਕਰਕੇ ਇਹਨਾਂ ਸਰਦੀਆਂ ਦੇ ਦਿਨਾਂ ਜਦੋਂ ਧੁੰਦ ਪਈ ਹੋਣੀ ਆ। ਔਰ ਦੂਸਰਾ ਤੁਹਾਨੂੰ ਯਾਦ ਹੈ ਇੱਕ ਵਾਰ ਹਰਿਆਣੇ 'ਚ ਮੂਵਮੈਂਟ ਚੱਲ ਰਹੀ ਸੀ ਤੇ ਕਿੰਨਾ ਉੱਥੇ ਹੋਇਆ ਸੀ ਰਾਤ, ਔਰ ਅਸੀਂ ਕਹਿ ਨਹੀਂ ਸਕਦੇ ਕਦੋਂ ਕੀ ਹੋਣਾ। ਮੈਂ ਨਹੀਂ ਕਹਿੰਦਾ ਕਿ ਉੱਥੇ ਲਾਅ ਡਾਕਟਰ ਦੀ ਹਾਲਤ ਇੰਨੀ ਖਤਰਨਾਕ ਹੈ ਵੀ ਆਪਾਂ ਡਰੀ ਜਾਈਏ, ਪਰ ਨਾਲ ਦੀ ਨਾਲ ਆਪਣੇ ਪਰਿਵਾਰਾਂ ਦੀ ਸੇਫਟੀ ਜਿਹੜੀ ਆ, ਜੇ ਤੁਸੀਂ 에ਅਰ ਦੇ ਥਰੂ ਸਫ਼ਰ ਕਰਦੇ ਹੋ ਤੇ ਕਿਸੇ ਹੱਦ ਤੱਕ ਤੁਸੀਂ ਸੇਫ ਵੀ ਰਹਿੰਦੇ ਹੋ, ਮੈਨੂੰ ਇਦਾਂ ਲੱਗਦਾ ਕਿਤੇ ਨਾ ਕਿਤੇ। ਹਾਂਜੀ, ਮੇਰੇ ਇੱਥੇ ਕਾਫੀ ਅਸੀਂ ਆਏ ਰਹਿੰਦੇ ਤੇ ਕਾਫੀ ਸੱਜਣ ਪਟਿਆਲੇ ਤੋਂ, ਲੁਧਿਆਣੇ ਤੋਂ ਨੇ ਜਾਂ ਫਤਿਹਗੜ੍ਹ ਸਾਹਿਬ ਤੋਂ, ਉਹ ਕਹਿੰਦੇ ਨੇ ਸਾਨੂੰ ਉਨਾ ਹੀ ਦਿੱਲੀ ਪੈਂਦਾ 5 ਘੰਟੇ, ਉਨਾ ਹੀ ਅੰਮ੍ਰਿਤਸਰ ਪੈ ਜਾਂਦਾ 4 ਘੰਟੇ। ਮੈਂ ਕਿਹਾ ਨਹੀਂ, 3 ਘੰਟੇ ਵੱਧ ਤੋਂ ਵੱਧ ਪੰਜਾਬ ਦੇ ਕਿਸੇ ਹਿੱਸੇ ਤੋਂ ਹੀ ਅੰਮ੍ਰਿਤਸਰੋਂ 3 ਘੰਟੇ 'ਚ ਪਹੁੰਚ ਸਕਦੇ ਜੇ। ਉੱਥੇ ਜੇ ਟ੍ਰੈਫਿਕ ਜਾਮ ਹੋਵੇ ਤੇ
6-6 ਘੰਟੇ, ਫਿਰ ਉਹ ਅਗਲੀ ਗੱਲ ਪੁੱਛਦੇ ਨੇ ਯਾਰ ਅੰਮ੍ਰਿਤਸਰ ਦੀ ਟਿਕਟ ਕਿੰਨੇ ਦੀ ਆ। ਹਾਂਜੀ। ਸਾਡੇ ਪੰਜਾਬੀਆਂ 'ਚ ਨਾ ਇੱਕ ਗੱਲ ਹੈਗੀ, ਉਹ ਕਹਿੰਦੇ ਯਾਰ ਤੂੰ 1000 ਦੀ ਲਈ, ਮੈਂ 900 ਦੀ ਲੈ ਲਈ ਆ। ਹਾਂ। ਉਸ ਤਰ੍ਹਾਂ ਹੀ ਗੱਲਾਂ ਕਰਦੇ, ਯਾਰ ਤੂੰ ਗੱਡੀ ਮਰਸੀਡੀਜ਼ ਕਢਾਈ ਆ, ਮੈਂ ਵੀ ਉਹ ਕਢਾਣੀ ਆ। ਪਰ ਜਦੋਂ ਇਹ ਜਾਣ ਦੀ ਗੱਲ ਕਰਦੇ, ਕੰਫਰਟ ਦੀ ਗੱਲ ਕਰਦੇ, ਫਿਰ ਇਹ ਕਹਿੰਦੇ ਜਿਹੜੀ ਮਰਜ਼ੀ 에ਅਰਲਾਈਨ ਤੇ ਚੱਲ ਜਾਈਏ, ਟਿਕਟ ਸਾਨੂੰ ਸਸਤੀ ਹੋਵੇ। ਮੈਂ ਤੇ ਪੰਜਾਬੀਆਂ ਨੂੰ ਬੇਨਤੀ ਕਰਦਾ ਕਿ ਤੁਹਾਡੇ ਜਿਹੜੇ ਮਾਤਾ ਪਿਤਾ ਇੱਥੇ ਆ ਰਹੇ ਨੇ, ਤੁਹਾਡੀ ਹੈਲਪ ਵੀ ਕਰਦੇ ਨੇ। ਕਈਆਂ ਦੀ ਉੱਥੇ ਪੈਨਸ਼ਨ ਲੱਗੀ, ਇੱਥੇ ਵੀ ਲੱਗੇ, ਚਲੋ ਪੈਸਾ ਤੁਹਾਡਾ, ਮੈਂ ਐਵੇਂ ਸੁਜੈਸ਼ਨ ਕਾਹਦੇ ਲਈ ਦੇਈ ਜਾਣੀ ਹੈ। ਪਰ ਤੁਸੀਂ ਬਿਜ਼ਨਸ ਕਲਾਸ ਜਾਂ ਇੱਦਾਂ ਇਹਨਾਂ 에ਅਰਲਾਈਨਸ 'ਚ ਜੇ $50-100 ਵੱਧ ਦੇਣਾ ਪੈਂਦਾ ਤੇ ਸਿੱਧਾ ਅੰਮ੍ਰਿਤਸਰ ਜਾਓ। ਸੋ ਮੈਂ ਇਹੋ ਬੇਨਤੀ ਕਰਦਾ ਉਹਨਾਂ ਨੂੰ ਕਿ ਆਓ, ਜੇ ਅਸੀਂ ਪੰਜਾਬ ਨੂੰ ਕੁਝ ਦੇ ਸਕਦੇ ਹਾਂ ਤੇ ਉਹਦੇ ਵਿੱਚ ਜ਼ਰੂਰ ਇਹ ਕੰਟਰੀਬਿਊਟ ਜ਼ਰੂਰ ਕਰੋ। ਇਹ ਨਾ ਦੇਖੀਏ ਕਿ ਮੈਂ 900 ਦੀ ਲਈ ਹੈ ਤੇ ਮੈਂ 800 ਦੀ ਲੈਣੀ ਹੈ ਦਿੱਲੀ ਦੀ, ਮੈਨੂੰ ਦਿੱਲੀ ਦੀ 800 ਦੀ ਮਿਲ ਗਈ। ਨਹੀਂ, ਆਓ ਕੰਪੈਰੀਜ਼ਨ ਕਰੀਏ ਕਿ ਅਸੀਂ ਅੰਮ੍ਰਿਤਸਰ ਜਾ ਰਹੇ ਹਾਂ, ਤੂੰ ਦਿੱਲੀ ਜਾ ਰਿਹਾ, ਮੈਂ ਤੇ ਅੰਮ੍ਰਿਤਸਰ ਜਾ ਰਿਹਾ ਸਿੱਧਾ, ਤੇ ਗੁਰੂ ਦੇ ਦਰ ਤੇ ਉਤਰੀਏ ਤੇ ਉਸ ਨੂੰ ਫਿਰ ਕਾਮਯਾਬ 에ਅਰਪੋਰਟ ਨੂੰ ਜਸੀਏ। ਕਿਉਂਕਿ ਇਸ ਤਰ੍ਹਾਂ ਜੇ ਆਪਾਂ ਦੇਖਦੇ ਰਵਾਂਗੇ ਦਿੱਲੀ ਨਾਲ, ਵੇਖੋ ਜੀ ਅਹਿਮਦਾਬਾਦ, ਕੇਰਲਾ, ਗੋਆ ਜਿਹੜੇ 에ਅਰਪੋਰਟ ਨੇ, ਉਹਨਾਂ ਦੇ ਲੰਡਨ ਫਲਾਈਟ ਚੱਲ ਰਹੀ, ਜ਼ਿਆਦਾ ਸਵਾਰੀਆਂ ਆ ਰਹੀਆਂ, ਕਿਉਂਕਿ ਉਹਨਾਂ ਕੋਲ ਕੰਪੇਅਰ ਕਰਨ ਲਈ ਗਿੱਲ ਸਾਹਿਬ ਦਿੱਲੀ ਨਹੀਂ ਹੈਗਾ। ਹੁਣ ਤੁਸੀਂ ਜੇ ਟੋਰਾਂਟੋ ਆਉਣਾ ਹੋਵੇ ਤੇ ਤੁਸੀਂ ਇਹ ਥੋੜੀ ਕੰਪੇਅਰ ਕਰੋਗੇ ਕਿ ਹੈਮਿਲਟਨ ਦੀ ਕਿੰਨੀ ਫਲਾਈਟ ਹੈ, ਕਿਉਂਕਿ ਤੁਹਾਡੇ ਕੋਲ ਆਪਸ਼ਨ ਹੀ ਕੋਈ ਨਹੀਂ ਹੈਗੀ। ਸੋ ਸਾਡੇ ਕੋਲ ਪੰਜਾਬੀਆਂ ਕੋਲ ਇੱਕ ਦਿੱਲੀ ਦੀ ਆਪਸ਼ਨ ਆ ਜਾਂਦੀ, ਨਾਲੇ ਅਸੀਂ ਕਹਿੰਦੇ ਜੀ ਕਿ ਦਿੱਲੀ ਰੁਕਾਵਟਾਂ ਖੜੀ ਕਰਦੀ ਹੈ, ਪਰ ਅਸੀਂ ਜਾਣੇ ਦਿੱਲੀ ਆ। ਸੋ ਕੱਲ ਨੂੰ ਜੇ ਹੋਰ ਆਪਸ਼ਨਸ ਹੋਣਗੀਆਂ ਤੇ ਜ਼ਰੂਰ ਅੰਮ੍ਰਿਤਸਰ ਨੂੰ ਪ੍ਰੈਫਰ ਕਰੋ। ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਫਲਾਈਟਸ ਨੇ, ਪਰ ਜੇ ਤੁਹਾਨੂੰ ਮਿਲਦੀ ਹੈ $150 ਦਾ, 100 ਦਾ ਫਰਕ ਪੈਂਦਾ ਹੈ, ਤੇ ਉਹ ਤੁਸੀਂ ਲੈ ਕੇ, ਬਿਲਕੁਲ ਗੱਲ ਤੁਹਾਡੀ ਠੀਕ ਹੈ। ਰਾਜ ਕਿੰਨੇ ਉਦੋਂ ਖੱਜਲ ਖੁਆਰੀ ਹੋਈ ਹੈ, ਤੇ ਇਹ ਚੀਜ਼ ਨੂੰ ਜਿਹੜੀ ਹੈ ਧਿਆਨ ਰੱਖਦੇ ਹੋਏ ਆਓ ਸਾਰੇ ਅਸੀਂ ਅੰਮ੍ਰਿਤਸਰ ਨੂੰ ਪ੍ਰੈਫਰ ਕਰੀਏ। ਬਹੁਤ ਬਹੁਤ ਸ਼ੁਕਰੀਆ ਸਮੀਰ ਜੀ, ਬਹੁਤ ਸਾਰੀ ਤੁਸੀਂ ਭਰਪੂਰ ਜਾਣਕਾਰੀ ਦਿੱਤੀ ਆ। ਤੇ ਪੰਜਾਬੀਆਂ ਨੂੰ ਆਪਣੇ ਅੰਦਰ ਵੀ ਥੋੜੀ ਝਾਤੀ ਮਾਰਨੀ ਚਾਹੀਦੀ ਆ। ਅਸੀਂ ਨਿੱਕੀਆਂ ਚੀਜ਼ਾਂ ਤੇ ਕਈ ਵਾਰ ਬਹੁਤ ਜ਼ਿਆਦਾ ਕਮਜ਼ੋਰੀ ਆਪਣੀ ਦਿਖਾ ਦਿੰਦੇ ਆ। ਮੈਂ ਤਾਂ ਕਈ ਵਾਰ ਦੇਖਦਾ ਨਾ, ਕਰਤਾਰਪੁਰ ਸਾਹਿਬ ਦਾ ਜਦੋਂ ਲਾਂਘਾ ਖੁੱਲਿਆ ਨਾ, ਹੁਣ ਗੱਲ ਉਸ ਨਾਲ ਰਿਲੇਟਡ ਤੇ ਨਹੀਂ ਆ, ਬਹੁਤ ਜ਼ਿਆਦਾ ਜਦੋਜਹਿਦ ਹੋਈ ਔਰ ਲੋਕਾਂ ਨੇ ਬੜੀ ਖੁਸ਼ੀ ਮਨਾਈ। ਤੇ ਹੁਣ ਪੰਜਾਬੀ ਮੇਰੇ ਖਿਆਲ 'ਚ 90% ਆਪਣੇ ਹਰ ਦੂਜਾ ਘਰ ਚੋਂ ਬੱਚਾ ਕੋਈ ਨਾ ਕੋਈ ਬਾਹਰ ਹੈ, ਜਾਂ ਆਪਾਂ ਬਹੁਤ ਸਾਰੇ ਲੋਕ ਬਾਹਰ ਆ ਪੰਜਾਬੀ ਆਪਣੇ, ਜਿਸ ਤਰ੍ਹਾਂ ਆਪਾਂ ਸਮਝਦੇ ਆ ਕਿ ਇਮੀਗ੍ਰੇਸ਼ਨ 'ਚ ਅਸੀਂ ਸਭ ਤੋਂ ਜ਼ਿਆਦਾ ਨੰਬਰ 1 ਆ। ਤੇ ਹੁਣ ਲੋਕੀ ਇਹ ਸੋਚੀ ਜਾਂਦੇ ਕਿ ਜੇ ਕਰਤਾਰਪੁਰ ਚਲ ਗਏ, ਪਾਕਿਸਤਾਨ ਦੀ ਸਟੈਂਪ ਲੱਗ ਗਈ, ਤੇ ਸਾਡਾ ਸ਼ਾਇਦ ਟੋਰਾਂਟੋ ਜਾਣ ਦਾ ਸੁਪਨਾ ਨਹੀਂ ਰਹਿਣਾ, ਅਮਰੀਕਾ ਨਹੀਂ ਜਾ ਸਕਣਾ। ਯਾਨੀ ਕਿ ਅਸੀਂ ਤੇ ਗੁਰੂ ਘਰਾਂ ਤੋਂ ਵੀ ਕਈ ਵਾਰ ਪਿੱਠ ਫੇਰ ਲੈਂਦੇ ਆ, ਤੇ ਫਿਰ ਆਪਣਾ ਜਿਹੜਾ ਤੁਸੀਂ ਪੈਟਰੀਅਟਿਕ ਜਿਹੜਾ ਦੱਸ ਰਹੇ ਹੋ, ਕਈ ਵਾਰ ਕਿਤੇ ਨਾ ਕਿਤੇ ਅਸੀਂ ਵੀਕ ਹੋਏ ਆ। ਮੈਂ ਸ਼ੁਰੂ 'ਚ ਕਿਹਾ ਸਾਡਾ ਵਿਰਸਾ ਬੜਾ ਮਹਾਨ, ਅਸੀਂ ਬੜੇ ਚੰਗੇ ਆ, ਲੋਕ ਜ਼ਿਆਦਾਤਰ ਚੰਗੇ ਆ, ਪਰ ਆ ਨਿੱਕੀਆਂ ਜਿਹੜੀਆਂ ਗਲਤਫਹਿਮੀਆਂ ਨੇ, ਇਹਨਾਂ ਤੋਂ ਉੱਪਰ ਉੱਠੀਏ, ਥੋੜੇ ਬਹੁਤੇ ਪੈਸਿਆਂ ਕਰਕੇ ਆਪਾਂ ਇਦਾਂ ਨਾ ਸੋਚੀਏ। ਸੋ ਤੁਸੀਂ ਬਹੁਤ ਵਧੀਆ ਇੱਕ ਦਾ ਮੈਸੇਜ ਵੀ, ਸੁਨੇਹਾ ਵੀ ਦਿੱਤਾ ਪੰਜਾਬੀਆਂ ਨੂੰ ਕਿ ਆਪਣੇ ਵਿਰਸੇ ਨਾਲ ਵੀ ਜੁੜੋ, ਗੁਰੂ ਘਰ ਨਾਲ ਵੀ ਜੁੜੋ, ਤੇ ਆਪਣੇ ਪੰਜਾਬ ਲਈ ਕੁਝ ਨਾ ਕੁਝ ਪੋਜ਼ਿਟਿਵ, ਜਿੱਦਾਂ ਆਪਾਂ ਹਮੇਸ਼ਾ ਕਰਦੇ ਆਏ NRI, ਉਹਦਾ ਕਰਦੇ ਰਹੀਏ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਬਹੁਤ ਬਹੁਤ ਧੰਨਵਾਦ।